राम रसूल कृष्ण विष्णादिक काल करवाले कूटे। राम रहीम विष्णु ये जड़े सारे ने काल ने अपने मतलब हुक्म नाल सारे ही कुट्टे ने, यानी सारिਆਂ ਨੂੰ कालवासी गए, सारे ही मर गए। ਜਿਹੜੇ देवी देवते ने जे किसी व्यक्ति ਨੂੰ ਅਸੀਂ ਜਾ ਕੇ पूजते हाँ वो सारे विच उन्हां दा मुसलमानां दा लै लिया, विच इन्हां दे हिंदुओं दे लै लिया। काल ने सारे ये मतलब मार दिते हैं, कह लो कालवासी ये सारे जिम्मे भी ने मरे भी ने। हाँ, राम रसूल कृष्ण विष्णायक काल करवाले कूटे। काल ने अपनी मतलब हथियार नाल कुट दिते। कोट उपाय धाए सब थाके बिनते भजन न छूटे। कोट उपाय करके कर्म कांड करके कोई जप तप करता रहा अपनी मर्जी नाल, जिन्होंने कुछ की भगती ना मनमत दी, वो कोई भी यतन करता रहा नहीं छुट सके काल तो, वो मौत तो नहीं छुट सके। शरीरक मौत उन्होंने हुई है, शरीरक मौत तो सारिया दी होनी है। वो इतों जीवन मुक्त अवस्था नहीं प्राप्त हुई, जीवन मुक्त अवस्था नहीं ऐ नहीं है भी दोबारा जन्म होना ही नहीं, फिर उन्होंने ये अवस्था नहीं हुई उन्होंने। बिनते भजन न छूटे। ਉਹਦੇ ਭਜਨ ਬਿਨਾ ਕਿਤੇ ਚੰਡੀ ਦੇ ਭਜਨ ਬਿਨਾ ਛੁੱਟੇ ਨਹੀਂ ਸਕੇ। ਹੁਕਮ ਦੇ ਵਿੱਚ ਆਏ ਤੇ ਬਿਨਾ ਭਜਨ ਦਾ ਮਤਲਬ ਹੁੰਦਾ ਭਜ ਹੁੰਦਾ ਜੁੜਨਾ। ਭਜਨ ਉਹ ਪ੍ਰਕਿਰਿਆ ਜਿਹਦੇ ਨਾਲ ਜੁੜੀਦਾ ਆਪਣੇ ਮੂਲ ਨਾਲ, ਜਾਂ ਹੁਕਮ ਨਾਲ ਜੁੜੀਦਾ, ਹੁਕਮ ਦੇ ਅੰਦਰ ਆਈਦਾ, ਹੁਕਮ ਭਾਣੇ ਦੇ ਵਿੱਚ ਆਈਦਾ। ਜਿਹੜਾ ਪ੍ਰਕਿਰਿਆ ਭਗਤੀ ਹੈ ਉਹਨੂੰ ਭਜਨ ਕਹਿੰਦੇ ਨੇ। ਹੁਕਮ ਚ ਆਉਣ ਦੀ ਆਪਣੀ ਮਰਜ਼ੀ ਤਿਆਗ ਕੇ, ਆਪਣਾ ਭਾਣਾ ਤਿਆਗ ਕੇ ਗੁਰ ਕੇ ਭਾਣੇ ਚ ਆਉਣਾ ਜਿਹੜਾ ਹੈ, ਇਹ ਜਿਹੜਾ ਭਗਤੀ ਹੈ ਇਹਨੂੰ ਭਜਨ ਕਹਿੰਦੇ ਨੇ। ਇਹਨਾਂ ਨੇ ਭਜਨ ਆਪਣਾ ਆਪਣਾ ਬਣਾਇਆ ਹੋਇਆ। ਹੁਣ ਭਜ ਦਾ ਮਤਲਬ ਜੁੜਨਾ। ਉਹ ਭਜਨ ਕਿਹਦੇ ਨਾਲ ਜੋੜਦਾ? ਉਹ ਤਾਂ ਜੋੜਦਾ ਨਹੀਂ ਕਿਸੇ ਨਾਲ। ਉਹ ਤਾਂ ਅਸਲ ਦੇ ਵਿੱਚ ਭਜਨ ਨਹੀਂ ਹੈ, ਉਹ ਆਰਾਧਨਾ ਵਾਲਿਆਂ ਦੀ ਭਜਨ ਨਹੀਂ। ਆਰਾਧਨਾ ਕੀ ਹੁੰਦੀ ਹੈ? ਕੋਈ ਬਾਹਰ ਹੈ ਦੇਵੀ ਦੇਵਤਾ, ਉਹ ਅਸੀਂ ਉਹਦੇ ਬੈਠ ਕੇ ਉਹਦੀ ਮਾਲਾ ਫੇਰਦੇ ਹਾਂ ਧਿਆਨ ਧਰ ਕੇ, ਉਹ ਆਊਗਾ ਸਾਨੂੰ ਦਰਸ਼ਨ ਦੇਊਗਾ, ਇਹ ਆਰਾਧਨਾ ਹੁੰਦੀ ਹੈ। ਸਾਡੇ ਆਰਾਧਨਾ ਫਿਰ ਨਾਮ ਦੀ ਹੈ, ਸੰਤੋਖ ਤੋਂ ਬਾਅਦ ਮਾਲਾ ਉੱਥੇ ਹੈ ਨਹੀਂ। ਬਈ ਨਾਮ ਮਿਲਣਾ ਸੱਚਖੰਡ ਤੋਂ, ਇਹ ਨਾਮ ਅੰਦਰ ਆਉਣਾ ਅੰਦਰ ਦੀ ਹੈ, ਬਾਹਰੋਂ ਨਹੀਂ ਸੁਣਨਾ ਕਰਨਾ। ਕਿਉਂਕਿ ਅੰਦਰ ਸੁਣਨਾ ਆਤਮਾ ਨੂੰ, ਕੰਨਾਂ ਨਾਲ ਤਾਂ ਸੁਣਨਾ ਨਹੀਂ, ਕੰਨਾਂ ਨਾਲ ਸੁਣਨ ਵਾਲਾ ਨਹੀਂ ਹੈ ਉਹ। ਇਸ ਕਰਕੇ ਅੰਦਰ ਸੁਣਨਾ ਕਿਹਨੂੰ ਹੈ? ਸਤਿਗੁਰ ਨੂੰ, ਗੁਰਦੇਵ ਨੂੰ। ਸਾਨੂੰ ਸੁਣਨਾ ਨਹੀਂ, ਉਹਦੇ ਨਾਲ ਜੁੜੇ ਬਿਨਾਂ ਸੁਣ ਨਹੀਂ ਹੋਣਾ, ਐਂ ਕਹਿ ਲਓ ਚਾਹੇ। ਉਹਦੇ ਨਾਲ ਜੁੜੇ ਬਿਨਾਂ ਸੁਣੇ ਨਹੀਂ ਹੋਣਾ। ਮੋਬਾਈਲ ਨੂੰ ਜਿੰਨਾ ਚਿਰ ਅਸੀਂ ਨਾਲ ਨੇੜੇ ਨਹੀਂ ਜਾਂਦੇ, ਇਹਦੇ ਉਸ ਰੇਂਜ 'ਚ ਨਹੀਂ ਜਾਂਦੇ ਜਿੱਥੇ ਇਹਦਾ ਸਪੀਕਰ ਸੁਣਦਾ, ਉਹਨਾਂ ਜਿਹੜੇ ਨਹੀਂ ਸੁਣ ਸਕਦਾ ਇਹ 'ਚ ਕੀ ਆਉਂਦਾ। ਸਤਿਗੁਰ ਦੇ ਨਾਲ ਇੱਕ ਹੋਏ ਤੇ ਬਿਨਾਂ, ਕਿਉਂਕਿ ਸ਼ਰਵਣ ਉਹਦੇ ਕੋਲ ਨੇ, ਕੰਨ ਸਾਡੇ ਕੋਲ ਨੇ। ਕੰਨ ਤ੍ਰਿਕੁਟੀ ਦੇ ਵਿੱਚ ਦੀ ਸੁਣਦਾ ਹੈ, ਕੰਨ ਥਈ ਮੈਸੇਜ ਅੰਦਰੇ ਜਾਂਦਾ ਸੁਣਿਆ ਹੋਇਆ। ਸਮਝਣ ਵਾਲਾ ਅੰਦਰੇ ਬੈਠਾ, ਸਿਰਫ ਮੈਸੇਜ ਫੜਾਉਣ ਵਾਲਾ ਬਾਹਰ ਤਾਂ ਤ੍ਰਿਕੁਟੀ 'ਚ ਮੈਸੇਜ ਆਉਂਦਾ। हाँ, सूही तव प्रसाद कथता सोबत पान कृपान उजारी। सोबत पान कृपान उजारी ਜਿਹੜੀ ਪਾਨ ਹੈ, ਪਾਨ ਹੁੰਦੀ ਹੈ ਅਸਲ 'ਚ। ਪਾਨ ਧੂੜ ਨੂੰ ਕਹਿੰਦੇ ਨੇ ਵੈਸੇ, ਜਿਹੜੀ ਧੂੜ ਕਿਹਾ ਹੈ ਨਾ ਆਦ ਦੇ ਵਿੱਚ, ਉਹਨੂੰ ਪਾਨ ਕਹਿੰਦੇ ਨੇ। ਜਨਕੀ ਧੂੜ ਜਾਂ ਸੰਤਨ ਕੀ ਰੇਣ, ਇਹ ਪਾਨ ਹੈ। ਪਾਨ ਹੁੰਦੀ ਹੈ, ਪਾਨ ਜਿਵੇਂ ਆਪਾਂ ਚੜ੍ਹਦੇ ਹਾਂ, ਪੀਣ ਵਾਲੀ ਚੀਜ਼ ਨੂੰ ਵੀ ਕਹਿੰਦੇ ਨੇ, ਪਾਨ ਪੀਣਾ ਵੀ ਕਹਿੰਦੇ ਨੇ। ਪਾਨ ਕਰਨਾ, ਜਲ ਪਾਨ ਕਰਨਾ, ਅੰਮ੍ਰਿਤ ਪੀਣਾ ਵੀ ਹੁੰਦਾ, ਅੰਮ੍ਰਿਤ ਖਾਣਾ ਵੀ ਹੁੰਦਾ।
ਜਿਹੜਾ ਇੱਕ ਹੀ ਹੈ। ਜਿੰਨੀਆਂ ਵੀ ਕਿਰਪਾਨ ਜਿਹੜੀ ਹੈ ਕਿਰਪਾ, ਉਹ ਤੇ ਚੰਡੀ ਦਾ ਜਿਹੜਾ ਸਰੀਰ ਹੈ ਅਸਲ ਦੇ ਵਿੱਚ ਕੀ ਹੈ? ਇਹ ਪੀਣ ਵਾਲਾ ਚੀਜ਼ ਗਿਆਨ। ਜੇ ਕੋ ਖਾਵੇ ਜੇ ਕੋ ਪੁੰਚੇ, ਉੱਥੇ ਕਹਿਤਾ ਇਹ ਪੀਣ ਵਾਲਾ ਅੰਮ੍ਰਿਤ ਹੈ, ਅੰਮ੍ਰਿਤ ਸਰੂਪ ਹੈ ਤੂੰ। ਤੇਰੀ ਜਿਹੜੀ ਤੇਰੇ ਬਚਨ ਨੇ, ਜਿਹੜਾ ਉਹਨਾਂ ਦਾ ਜਿਹੜਾ ਰਸ ਹੈ, ਉਹ ਪੀਣ ਵਾਲੀ ਪਾਨ ਕਰਨ ਵਾਲੀ ਚੀਜ਼ ਹੈ। ਸੋਭਤ ਪਾਨ ਕਿਰਪਾਨ ਉਜਾਰੀ। ਉਜਾਰੀ, ਉਜਾਰੀ ਹੁੰਦਾ ਦਾਗ ਰਹਿਤ, ਭਰਮ ਰਹਿਤ, ਕਲੰਕ ਰਹਿਤ, ਸੋਭਾ ਦੇ ਰਹੀ ਹੈ ਤੂੰ। ਪਾਨ ਕਿਰਪਾਨ ਉਜਾਰੀ। ਉਜਾਰੀ, ਉਜਾਰਾ ਹੁੰਦਾ ਹੈ ਬਿਨਾਂ ਕਲੰਕ ਤੇ ਬਿਨਾਂ ਭਰਮ ਤੇ। ਸੋਭ ਰਹੀ ਹੈ ਚੰਡੀ, ਵਿਵੇਕ ਬੁੱਧੀ ਸੋਭ ਰਹੀ ਹੈ। ਕੀ ਹੈ? ਪੀਣ ਵਾਲੀ ਚੀਜ਼ ਹੈ। ਜੇ ਕੋਈ ਜੋ ਦੱਸੂਗੀ ਗੱਲ, ਜੋ ਕਹੂਗੀ ਨਾ, ਕਹੂ ਇਹ ਗੱਲ ਜੋ ਬੋਲੂਗੀ, ਉਹਨੂੰ ਪੀ ਜਾਣਾ ਮਿੱਠਾ ਕਰਕੇ। ਚਾਹੇ ਉਹ ਖਿਲਾਫ ਹੈ, ਚਾਹੇ ਉਹ ਝਟਕਦੀ ਹੈ ਤਾਂ ਵੀ ਪੀ ਜਾਣਾ। ਜੇ ਕੋਈ ਝਟਕਾ ਮਿੱਠਾ ਲੱਗ, ਮਿੱਠਾ ਲੱਗ। ਜੋ ਕੁਝ ਕਹਿੰਦੀ ਹੈ ਉਹ ਗੱਲ ਨੂੰ ਪੀ ਜਾਣਾ ਫਟਾਫਟ, ਮੰਨ ਲੈਣਾ। ਪੀਣ ਦਾ ਮਤਲਬ ਮੰਨਣਾ ਹੀ ਹੁੰਦਾ। ਜੋ ਮੰਨਣੇ ਚੀਜ਼ ਪੀਣੀ ਹੈ, ਬੁੱਧੀ ਨੇ ਪੀਣੀ, ਉਹ ਮੰਨਣ ਦੇ ਨਾਲ ਹੀ ਪੀਣਾ, ਮੰਨਣ ਦਾ ਹੀ ਨਾ ਪੀਣਾ। ਜੇ ਮੰਨਿਆ ਨਹੀਂ ਤਾਂ ਪੀਤਾ ਨਹੀਂ। ਜਾ ਤਨ ਇੰਦਰ ਕੋਟ ਕਈ ਖੰਡੇ, ਵਿਸ਼ਨ ਕਰੋੜ ਤ੍ਰਿਪੁਰਾਰੀ। ਕਈ ਕੋਟ ਤਾਂ ਇੰਦਰ ਖੰਡਨ ਕਰਤੇ ਉਹਨਾਂ ਨੇ। ਇਹ ਜਿਹੜੇ ਰਾਜੇ ਹੁੰਦੇ ਨੇ, ਧਰਮ ਦਾ ਰਾਜ ਚਲਾਉਂਦੇ ਨੇ, ਉਹਨੂੰ ਇੰਦਰ ਕਹਿੰਦੇ ਨੇ। ਇਹ 'ਚ ਹਿੰਦੂ ਚਲਾਉਂਦੇ ਰਹੇ ਨੇ ਧਰਮ ਦਾ ਰਾਜ, ਉਹ ਆਪਣੇ ਆਪ ਨੂੰ ਇੰਦਰ ਬੰਦੇ ਰਹੇ ਨੇ। ਛੋਟਾ ਮੋਟਾ ਧਰਮ ਦਾ ਰਾਜ। ਵੈਸੇ ਤਾਂ ਜਿਹੜਾ ਵੀ ਰਾਜਾ ਆਪਣੇ ਆਪ ਨੂੰ ਇੰਦਰੇ ਬੰਦਾ, ਸਾਰੇ ਇੰਦਰੇ ਬੰਦੇ ਰਹੇ ਨੇ ਇੱਥੇ ਰਾਜੇ। ਜਾ ਤਨ ਇੰਦਰ ਕੋਟ ਕਈ ਖੰਡੇ, ਕਈ ਕਰੋੜ ਇੰਦਰ, ਕਈ ਕਰੋੜ ਕੋਟ, ਕਈ ਕਰੋੜ ਇੰਦਰ ਮਾਰ ਸੁੱਟੇ। ਵਿਸ਼ਨ ਕਰੋੜ ਤ੍ਰਿਪੁਰਾਰੀ। ਹੁਣ ਇਹ ਤਾਂ ਵਿਸ਼ਨੂੰ ਇੱਕ ਕਹਿੰਦੇ ਨੇ, ਤੇ ਕਰੋੜ ਵਿਸ਼ਨੂੰ ਦੀ ਗੱਲ ਕਰਤੀ। ਵਿਸ਼ਨ ਕਰੋੜ, ਕਰੋੜਾਂ ਹੀ ਵਿਸ਼ਨੂੰ ਮਾਰਤੇ। ਕਰੋੜਾਂ ਵਿਸ਼ਨੂੰ ਕਿੱਥੋਂ ਆ ਗਏ? ਅਸਲ ਦੇ ਵਿੱਚ ਜਿਹੜਾ ਜੀਵ ਆਤਮਾ ਨਾ, ਇਹ ਸਾਰੇ ਵਿਸ਼ਨੂੰ ਵੀ ਇਹੀ ਨੇ। ਵਿਸ਼ਨੂੰ ਇੰਦਰ ਵਿਸ਼ਨੂੰ ਦਾ ਅਵਤਾਰ ਹੈ। ਵਿਸ਼ਨੂੰ ਵੀ ਇਹੀ ਹੈ, ਸ਼ਿਵ ਵੀ ਇਹੀ ਹੈ, ਬ੍ਰਹਮਾ ਵੀ ਇਹੀ ਹੈ। ਤਿੰਨੇ ਗੁਣ ਨੇ ਇਹਦੇ ਵਿੱਚ। ਇਹ ਜੇ ਰਾਜੇ ਦੀ ਰਾਜ ਦੀ ਇੱਛਾ ਹੋ ਗਈ ਤਾਂ ਵਿਸ਼ਨ ਬਣ ਗਿਆ, ਰਾਜ ਵੱਲ ਨੂੰ ਚਲਾ ਗਿਆ। ਉਹ ਤਾਂ ਖੰਡੇ ਹੈ, ਉਹ ਤਾਂ ਮਾਰੇ ਜਾਣਾ। ਸ਼ਿਵ ਹੈ ਜਿਹੜਾ, ਸ਼ਿਵ ਤਾਂ ਖੈਰ ਚਲੋ ਇਹਨਾਂ ਦੀ ਭਾਸ਼ਾ ਸ਼ਿਵ ਵੀ ਕਹਿ ਲੈਂਦੇ ਆਪਾਂ। ਜੇ ਸ਼ਿਵ ਹੈਗਾ ਜਿਹਨੂੰ ਮਹਾਦੇਵ ਕਹਿੰਦੇ ਨੇ, ਉਹ ਵੀ ਖੰਡੇ ਜਾਣਾ। ਸ਼ਿਵ ਭਗਤੀ ਉਹ ਸਮਾਧੀ ਲਊਗਾ, ਸੁਣ ਸਮਾਧੀ ਲਊਗਾ। ਬ੍ਰਹਮਾ ਜੇ ਪੰਡਤ ਦੇ ਲੈਵਲ ਤੇ ਆ, ਉਹ ਵੀ ਖੰਡੇ ਜਾਣਾ। ਜੇ ਬ੍ਰਹਮਾ ਤਾਂ ਹੈ, ਚਾਰ ਮੁੱਖ ਵਾਲਾ ਬ੍ਰਹਮਾ, ਉਹ ਵੀ ਖੰਡਿਆ ਜਾਣਾ। ਇੱਕੋ ਹੀ ਮੁੱਖ ਜਿਹੜਾ ਹੈਗਾ, ਜੇ ਚਾਰ ਮੁੱਖ ਨੇ ਫਿਰ ਤਾਂ ਉਹ ਚਾਰੇ ਪਾਸੇ ਚੱਕਦਾ। ਫਿਰ ਉਹ ਕਿੱਥੇ ਆਇਆ? ਫਿਰ ਅੰਦਰ ਤਾਂ ਚੱਕਦਾ ਹੀ ਨਹੀਂ। ਇਹ ਤਾਂ ਦੋ ਅੱਖਾਂ ਨਹੀਂ ਬਸ ਚਾਹੁੰਦੀਆਂ, ਉਹਦੇ ਤਾਂ 8 ਨੇ। ਹੈਂ? ਉਹ ਦੋ ਅੱਖਾਂ ਬਸ ਨਹੀਂ ਆਉਂਦੀਆਂ, ਉਹਦੇ 4 ਲਾਈਆਂ ਹੋਈਆਂ ਨੇ ਤੁਸੀਂ। ਉਹ ਤਾਂ ਹੋਰ ਵੀ ਕੰਮ ਖਰਾਬ ਹੈ। ਵਿਸ਼ਨ ਕਰੋੜ ਤ੍ਰਿਪੁਰਾਰੀ। ਹਾਂ, ਕਰੋੜਾਂ ਹੀ ਵਿਸ਼ਨੂੰ ਤ੍ਰਿਪੁਰਾਰੀ। ਉਹ ਪਰੇ ਮਾਰੇ ਚੱਕ ਕੇ, ਹਾਂ ਪਰੇ ਕਰਤੇ। ਜਾ ਕੋ ਰਾਮ ਉਚਰ ਮਨ ਜਨ ਸਭ, ਸੇਵਤ ਧਿਆਨ ਲਗਾਏ। ਜਿਹਨੂੰ ਰਾਮ ਕਹਿੰਦੇ ਨੇ ਨਾ ਸਾਰੇ ਮੁਨੀ ਜਨ, ਜਿਹਨੂੰ ਰਾਮ ਮੰਨਦੇ ਨੇ, ਉਹ ਵਿਸ਼ਨੂੰ ਦਾ ਹੀ ਅਵਤਾਰ ਹੈ ਰਾਮ। ਔਰ ਉਹਦਾ ਧਿਆਨ ਵੀ ਲਾਉਂਦੇ ਨੇ। ਸੇਵਤ ਧਿਆਨ ਲਗਾਏ। ਜਾ ਕੋ ਰਾਮ ਉਚਰ ਮਨ ਜਨ ਸਭ, ਸਾਰੇ ਮੁਨੀ ਜਨ ਜਿਹਨੂੰ ਰਾਮ ਮੰਨਦੇ ਨੇ, ਜਿਹਦਾ ਮੰਦਰ ਬਣਾਉਣ ਦੀ ਗੱਲ ਕਰਦੇ ਨੇ, ਉਹ ਰਾਮ ਦੀ ਗੱਲ ਹੈ। ਸੇਵਤ ਧਿਆਨ ਲਗਾਏ। ਔਰ ਉਹਦੀ ਪੂਜਾ ਵੀ ਕਰਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਧਿਆਨ ਲਾ ਕੇ। ਹਵਾ 'ਚ ਲਾਉਂਦੇ ਨੇ ਧਿਆਨ, ਬਾਹਰ ਧਿਆਨ ਲਾਉਂਦੇ ਨੇ। ਹੁਣ ਹੋ ਗਈ ਗੱਲ, ਉਹ ਬਾਹਰ ਧਿਆਨ ਇਹ ਆਰਾਧਨਾ, ਧਿਆਨ ਨਹੀਂ ਹੈ। ਵੀ ਆਊਗਾ ਰਾਮ ਸਾਨੂੰ ਦਰਸ਼ਨ ਦੇਊਗਾ, ਲੱਭ ਲਿਓ ਦਰਸ਼ਨ ਦੇਊ, ਕਿਹਨੂੰ ਦਿੱਤੇ ਵੀ ਨੇ। ਉਹ ਤੁਸੀਂ ਤਾਂ ਕਰੋੜਾਂ ਹਜ਼ਾਰਾਂ ਸਾਲ ਦੇ ਕਰੀ ਜਾਂਦੇ ਹੋ ਕਮਲਪਣਾ। ਜੇ ਭਗਤ ਨੇ ਇਕੱਠੇ ਹੋਏ ਨੇ,
ਤੇ ਗੁਰੂਆਂ ਵੇਲੇ ਉਹ ਆਏ ਸੀ, ਭੱਟ ਆਏ ਸੀ, ਸਾਰਿਆਂ ਨੂੰ ਗਿਆਨ ਹੋ ਗਿਆ, ਸਾਰੇ ਹੀ ਉੱਥੇ ਪਹੁੰਚ ਗਏ ਜਿੱਥੇ ਸਾਰਿਆਂ ਨੂੰ ਪ੍ਰਾਪਤੀ ਹੋ ਗਈ। ਤੁਹਾਨੂੰ ਕਿਸੇ ਨੂੰ ਪ੍ਰਾਪਤੀ ਵੀ ਹੋਈ ਹੈ, ਉਹ ਕਮਲ ਬਣਾ ਹੈ। ਜਾਕੀ ਭੇਡਾ ਚਾਲ ਹੈ, ਚਲਤੇ के पाछे चले, ਭੇਡਾ ਚਾਲ है। हाँ, तस तुम राम कृष्ण कई कोटक बार उपाय मटाए। ऐसे कई करोड़ राम और कृष्ण तय उपा के मिटाते। आदि शक्ति ਨੂੰ ਕਹਿੰਦੇ ਨੇ, ਹੁਕਮ ਨੂੰ ਕਹਿੰਦੇ ਨੇ। ऐसे कई करोड़ राम और कृष्ण तय पैदा करके खत्म करते। कई कृष्ण से कीट, किते कृष्ण से कीट कोटे बनाए, किते राम से मेट ढारे उपाए। क्रिया काल जू की किनू ना पछाणी, घड़ियों पे बही है घड़ियों पे बहानी। ये क्रिया है जी, तलवार नहीं पछाणी किसी ने। ये पैदा भी करती है, एक पासे नूं जाती है, पैदा कर जाती है, या मुड़ के आउंदी है कट दिंदी है सारिਆਂ ਨੂੰ। पहला पैदा करी जाती है, पिछे नूं आउंदी कटदी चली जाती है। हाँ जी। अनुभव रूप स्वरूप अंगंजन कहो कवन विद गईया। अनुभव रूप तो तेरा है, तेरा रूप अनुभव तो किया जा सकता है। अनुभव कद किया जा सकता है, ਜਾਂ अपनी बुद्धि विवेक बुद्धि हो जाती है, फिर अनुभव किया जा सकता। ਜਿਹੜੀਆਂ ਇਹ ਸ਼ਰਤਾਂ ਉੱਤੇ ਲਾਈਆਂ ਨੇ, ਜਿਹਦੇ ਹੱਥੋਂ ਪੂਰੀਆਂ ਹੁੰਦੀਆਂ ਚਲੀਆਂ ਜਾਣ, ਉਹਨੂੰ ਫਿਰ ਮਹਿਸੂਸ ਹੋਣ ਲੱਗ ਜਾਂਦਾ। ਆ ਕੁਛ ਲਿਖਿਆ ਸੀ, ਇਹਦਾ ਜਵਾਬ ਨਹੀਂ ਲਿਖਿਆ ਉਹਨਾਂ ਨੇ। ਜੋ ਲਿਖਿਆ ਸੀ ਇਹਦਾ ਜਵਾਬ ਨਹੀਂ ਲਿਖਿਆ ਹੈ, ਇਹਦੇ ਅਰਥ ਬਦਲਤੇ ਉਸ ਚੀਜ਼ ਦੇ। ਆਦਿ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਨਹੀਂ ਲਿਖਿਆ ਹੈ ਵੀ ਇਹ ਚਾ ਕਮੀ ਹੈ, ਉਹਦੇ ਅਰਥ ਬਦਲਤੇ ਬਸ। ਅਰੇ ਪਿੱਛੇ ਕਮਲੇ ਲੋਕ ਸੀ, ਉਹਨਾਂ ਨੂੰ ਹੋਰ ਕਮਲੇ ਬਣਾਤਾ। ਕਮਲੇ ਤਾਂ ਪਹਿਲਾਂ ਹੀ ਸੀ, ਅਨਪੜ੍ਹਤਾ ਪਹਿਲਾਂ ਹੀ ਸੀ। ਪੜ੍ਹਨ ਤਾਂ ਨਹੀਂ ਦਿੱਤੇ ਹਿੰਦੁਸਤਾਨ ਦੇ ਲੋਕ, ਇਹਨਾਂ ਨੇ ਵੀ ਇਹਨਾਂ ਨੂੰ ਗਿਆਨ ਹੋਣੇ ਨਹੀਂ ਦੇਣਾ। ਕਿੱਡਾ ਪਾਪ ਹੈ। ਜੇ ਇੱਥੇ ਮੁਸਲਮਾਨਾਂ ਦਾ ਰਾਜ ਨਾ ਹੁੰਦਾ, ਅੰਗਰੇਜ਼ਾਂ ਦਾ ਰਾਜ ਨਾ ਹੁੰਦਾ, ਇਹਨਾਂ ਨੇ ਕਿਸੇ ਨੂੰ ਪੜ੍ਹਨਾ ਨਹੀਂ ਸੀ ਦੇਣਾ। ਆ ਹਿੰਦੂ ਤੋਂ ਤਾਂ ਹੀ ਰੌਲਾ ਪਾਉਂਦੇ ਨੇ ਵੀ ਫੇਰ ਉਹੀ ਅਸੀਂ ਸਮਝਦੇ ਆਉਣਗੇ। ਸੁਪਨੇ ਦੇਖਦੇ ਨੇ, ਦਿਨ ਨੂੰ ਇਹ ਦੇਖਦੇ ਨੇ ਸੁਪਨੇ। ਉਹਨਾਂ ਨੂੰ ਪੁੱਛੇ ਵੀ 21ਵੀਂ ਸਦੀ ਹੈ ਇਹ, ਅਕਲ ਕਰੋ ਕੁਛ। ਸਮਝਿਆ ਨਹੀਂ? ਉਹ ਕਿਸੇ ਨੇ ਕਿਹਾ ਕਿ ਗਿੱਦੜ ਦੀ ਮੌਤ ਆਉਂਦੀ ਹੈ, ਉਹ ਪਿੰਡ ਵੱਲ ਨੂੰ ਭੱਜਦਾ। ਜੇ ਚੁੱਪੇ ਰਹੋ ਤਾਂ ਹੀ ਬਹੁਤ ਹੈ। ਪਤਾ ਸਭ ਨੂੰ, ਕਿਤੇ ਰਿਐਕਸ਼ਨ ਨਾ ਹੋ ਜਾਵੇ ਇਸ ਗੱਲ ਦਾ। ਰਿਐਕਸ਼ਨ ਬਹੁਤ ਖਤਰਨਾਕ ਹੋਊਗਾ ਜੇ ਹੋ ਗਿਆ। अनुभव रूप स्वरूप अगंजन। अनुभव रूप है, रूप तेरा है। अकाल मूर्त है तू, ये नहीं है भी है नहीं, पर जिन्हों अनुभव होया उसे ने दसे। स्वरूप अगंजन, अगंजन है, सब कुछ नष्ट करने वाला है, कुछ नहीं अटकता तेरे मूरे। किड्डा ही कोई देवी देवता, किड्डा ही कोई अवतार मन्या होवे लोकां दा, जो पैदा हो गया देह चो नहीं बच सकता। अगंजन। कहो कवन विद गईया। आप अगंजन है, तैनू नहीं कोई मार सकता। अगंजन एक लफ्ज है, एक गंजन लफ्ज है। गंजन हुंदा तोड़न वाला, अगंजन है तैनू नहीं कोई तोड़ सकता। तैं तां कोट कृष्ण विष्ण तोड़ते, तैनू तोड़न वाला कोई नहीं। तू आप अगंजन है। कहो कवन विद गईया। कहो कवन विद गही है, गई है। हाँ दसो, तेरा अनुभव रूप तो है, तेरा गुणगान किवें करिए हुण? जेड़ा स्वरूप दीदा ही नहीं अखां नूं, गुणगान किवें हो सकदा? गईए गाइए ते हाँ। ਜਿਹਬਾ ਸਹੰਸਰ ਲਟਤ ਗੁਣ ਥਾਕੀ ਕਵੀ ਜਿਹਵੇ ਕਵਤਈਏ। ਉਹ ਅਸਲ ਦੇ ਵਿੱਚ ਸ਼ੇਸ਼ਨਾਗ ਇਹਨਾਂ ਨੇ ਬਣਾ ਲਿਆ। ਸ਼ੇਸ਼ਨਾਗ ਨਹੀਂ ਹੁੰਦਾ, ਕੋਈ ਸ਼ੇਸ਼ਨਾਗ ਨਹੀਂ ਹੈ ਹਜ਼ਾਰ ਮੂੰਹ ਵਾਲਾ। ਉਹ ਜਿਹਦੇ ਤੇ ਵਿਸ਼ਨੂੰ ਪਿਆ ਉਹ ਵੀ ਸ਼ੇਸ਼ਨਾਗ ਹਜ਼ਾਰ ਮੂੰਹ ਵਾਲਾ ਕਿੱਥੇ ਹੈ? ਅਸਲ ਜੇ ਨਾਗ ਕਿਹਨੂੰ ਕਹਿੰਦੇ ਨੇ? ਸ਼ਿਵਜੀ ਦੇ ਗਲ 'ਚ ਜਿਹੜਾ ਸੱਪ ਪਾਇਆ ਹੈ ਨਾ, ਇਹ ਜਿਹੜੀ ਭਗਤੀ ਹੈ, ਇਹ ਗੁੱਸਾ ਔਰ ਜ਼ਹਿਰ ਪੈਦਾ ਕਰ ਦਿੰਦੀ ਹੈ। ਸ਼ਿਵਜੀ ਵਾਲੀ ਭਗਤੀ, ਜਿੰਨੇ ਵੀ ਇਹ ਮਾਇਆ ਦੇ ਭਗਤ ਨੇ ਸਾਰੇ ਨਾਗ ਨੇ।
ਮਾਇਆ ਨਗਣੀ ਹੈ ਨਾ, ਜੋ ਰਿੱਧੀ ਸਿੱਧੀ ਦੀ ਭਗਤੀ ਹੈ। ਜਿਹੜੇ ਧਰਮ ਦੇ ਵਿੱਚ ਰਾਜ ਦਾ ਕਨਸੈਪਟ ਹੈ ਉਹ ਸਾਰੇ ਨਾਗ ਨੇ। ਕਹਿੰਦੇ ਨੇ ਸੱਪ ਮਾਇਆ ਤੇ ਜਾਂਦਾ ਹੈ, ਜਿੱਥੇ ਮਾਇਆ ਦੀ ਇੱਛਾ ਸੱਪ ਹੈ ਉਹ ਆਪੇ ਸੱਪ ਹੈ ਅਸਲ 'ਚ। ਉਹਨੂੰ ਕਹਿਣਾ ਸਰਪ ਜੋਨ ਬਲ ਬਲ ਉਤਰ, ਸੱਪ ਤਾਂ ਤੂੰ ਹੋਣਾ ਹੀ ਹੈ। ਅੰਤਕਾਲ ਜੇ ਮਾਇਆ ਸਿਮਰੇ, ਲక్ష్ਮੀ ਸਿਮਰੇ, ਲక్ష్ਮੀ ਮਾਇਆ ਹੀ ਹੈ ਨਾ। ਐਸੀ ਚਿੰਤਾ ਹੋਏ ਜੇ ਮਰੇ, ਸਰਪ ਤਾਂ ਹੋਣੇ ਹੈ ਤੂੰ, ਤਾਂ ਹੀ ਮਾਇਆ ਸਿਮਰਦਾ। ਜੋ ਅਸਲ 'ਚ ਮਾਇਆ ਪੈਸੇ ਦੀ ਗੱਲ ਨਹੀਂ ਹੈ। ਕਿਸੇ ਬੈਂਕ ਦੇ ਵਿੱਚ ਸੱਪ ਨਹੀਂ ਦੇਖਿਆ ਉਹ ਤੁਸੀਂ ਜਾਂਦਾ ਤਾਂ ਬੈਂਕ ਦੇ ਆਲੇ ਦੁਆਲੇ ਰਹਿਣ ਸੱਪ ਤਾਂ ਟੋਲ ਦੇ। ਇਹ ਕੁਛ ਕਈਆਂ ਹੋਈਆਂ ਗੱਲਾਂ ਨੇ, ਉਹਨਾਂ ਨੇ ਹੋਰੇ ਕੁਛ ਕਹਿਤਾ ਕਰਤਾ, ਨਹੀਂ ਲੋਕਾਂ ਨੇ ਮੰਨ ਲਿਆ। ਉਹਨਾਂ ਕੋਲ ਵਿਚਾਰਿਆਂ ਕੋਲ ਕਿੱਥੇ ਇੰਨਾ ਕੰਮ ਹੈ। ਭੱਜੇ ਜਾਂਦੇ ਨੇ ਤਾਂ ਗੱਲ ਸੁਣੀ ਹੈ, ਭੱਜੇ ਜਾਂਦੇ ਨੇ ਤਾਂ ਗੱਲ ਸੁਣੀ ਹੈ। ਕੰਮ ਉਹ ਗਾਹਾਂ ਵਿਚਾਰੂਗਾ, ਉਹ ਤਾਂ ਉੱਥੇ ਸੁਣ ਕੇ ਉਹ ਮੰਨ ਕੇ ਪਰ ਗਾਹਾਂ ਹੋ ਗਿਆ ਆਪਣੇ ਕੰਮ ਤੇ। ਭੱਜੇ ਜਾਂਦੇ ਹੀ ਸੁਣਦੇ ਨੇ ਆਮ ਪਬਲਿਕ ਦੇ ਲੋਕ, ਜਿਹੜੇ ਗੱਲਾਂ ਨੇ ਧਰਮ ਦੀਆਂ ਭੱਜੇ ਜਾਂਦੇ ਸੁਣਦੇ ਨੇ। ਉਹ ਤਾਂ ਖੜ ਕੇ ਦੇਖਿਆ ਵੀ ਨਹੀਂ। ਇਸ ਕਰਕੇ ਸਹਿਜ ਅਵਸਥਾ ਸੁਣਨੀ ਚਾਹੀਦੀ ਹੈ। ਸਹਿਜ ਅਵਸਥਾ ਮਨ ਵੀ ਟਿਕਿਆ ਹੋਵੇ, ਸਰੀਰ ਕਰਕੇ ਵੀ ਟਿਕਿਆ ਹੋਵੇ। ਸਹਿਜ ਤਾਂ ਕਹਿੰਦੇ ਨੇ ਜੇ ਸਰੀਰ ਕਰਕੇ ਗੁਰਦੁਆਰੇ ਬੈਠਾ ਹੋਵੇ, ਮਨ ਨਾ ਟਿਕਿਆ ਹੋਵੇ, ਫਿਰ ਵੀ ਭੱਜਿਆ ਜਾਂਦਾ ਹੀ ਹੈ ਉਹ ਜਿਹੜਾ ਇਹ ਕੌਣ ਹੈ? ਹਜ਼ਾਰਾਂ ਹੀ ਦੇਖੋ, ਇੱਕ ਸਹਿਸਕ੍ਰਿਤੀ ਦਾ ਸ਼ਬਦ ਹੈ ਇਹਨਾਂ ਦਾ। ਸੰਸਕ੍ਰਿਤ ਜਿਹਨੂੰ ਕਹਿੰਦੇ ਨੇ, ਸੰਸਕ੍ਰਿਤ ਤੋਂ ਅਸੀਂ ਸਹਿਸਕ੍ਰਿਤ ਲਫ਼ਜ਼ ਲਿਖਿਆ। ਕਿਉਂ? ਜਾਣ ਕੇ ਲਿਖਿਆ ਸਹਿਸਕ੍ਰਿਤ। ਸੰਸਕ੍ਰਿਤ ਦਾ ਅਰਥ ਉਲਟਾਇਆ ਜਾ ਸਕਦਾ। ਕਿਰਤ ਹੁੰਦਾ ਪੈਦਾ ਕਰਨਾ, ਬਣਾਉਣਾ, ਕਰਨਾ। ਜਿਹੜੀ ਸੰਸਾ ਪੈਦਾ ਕਰੇ ਸੰਸਕ੍ਰਿਤ ਬਣ ਜਾਂਦੀ। ਉਹਨਾਂ ਦੀ ਸੰਸਕ੍ਰਿਤ ਰਹਿਣ ਦਿੱਤੀ, ਅਸੀਂ ਸਹਿਸਕ੍ਰਿਤੀ ਪਾਈ ਹੈ। ਗੁਰੂ ਗ੍ਰੰਥ ਸਾਹਿਬ ਸੰਸਕ੍ਰਿਤ ਨਹੀਂ ਪਾਈ, ਸਹਿਸਕ੍ਰਿਤੀ ਦਾ ਮਤਲਬ ਹਜ਼ਾਰਾਂ ਆਦਮੀਆਂ ਨੇ ਜਿਹਦੇ 'ਚ ਲਿਖਿਆ ਹੋਵੇ ਗਿਆਨ। ਇਹ ਭਾਸ਼ਾ 'ਚ ਹਜ਼ਾਰਾਂ ਆਦਮੀਆਂ ਨੇ ਗਿਆਨ ਲਿਖਿਆ। ਵੇਦਾਂ ਵਿੱਚ ਸ਼ਲੋਕ ਲਿਖੇ ਹੋਏ ਨੇ ਜਿਹੜੇ ਸਹਿਸਕ੍ਰਿਤੀ ਹੈ। ਹਜ਼ਾਰਾਂ ਆਦਮੀਆਂ ਨੇ ਗਿਆਨ ਕੀ ਕਰਾਇਆ। ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਨੇ ਪਹਿਲਾਂ ਹੁੰਦੇ ਰਹੇ ਨੇ, ਉਹਨਾਂ ਦੇ ਨਾਂ ਆਏ ਹੋਏ ਨੇ। ਜਿਹੜੇ ਕਬੀਰ ਨੇ ਪੜ੍ਹੇ ਨੇ ਉਹ ਵੀ ਨੇ, ਉਹ ਤੋਂ ਪਹਿਲਾਂ ਮਹੀਨੇ, ਉਹ ਤੋਂ ਪਹਿਲਾਂ ਮਹੀਨੇ, ਉਹ ਤੋਂ ਪਹਿਲਾਂ ਮਹੀਨੇ ਹੁੰਦਾ ਹੀ ਆਇਆ ਹੈ ਗਿਆਨ। ਹੁਣ ਜਿਹੜੇ ਹਜ਼ਾਰਾਂ ਆਦਮੀਆਂ ਨੇ ਇਹ ਗਿਆਨ ਕਰਾਇਆ, ਸਹਿਸਕ੍ਰਿਤੀ ਹੋ ਗਈ। ਜੇਬਾ ਸਹੰਸ ਰਟਦ ਗੁਣ ਥਾਕੀ। ਉਹ ਜਿਹੜੇ ਰਟਣ ਯੋਗ ਵਾਲੇ ਨੇ ਹੋਰ ਨੇ, ਇਹ ਰਟਣ ਯੋਗ ਨਹੀਂ, ਇਹ ਸ਼ਬਦ ਵਿਚਾਰ ਹੈ ਸਾਡੇ। ਰਟਨ ਗੁਣ ਥਾਕੀ, ਜਿਹੜਾ ਹੁਣ ਰਟਣ ਵੈਗਰੂ ਵਾਲੇ ਤਾਂ ਰਗੜ ਕੇ ਰੱਖਦੇ ਤੇ, ਉਹ ਰਟਣ ਯੋਗ ਹੈ। ਜੇਬਾ ਸਹੰਸ ਰਟਦ ਗੁਣ। ਹਜ਼ਾਰਾਂ ਹੀ ਜੀਬਾਂ ਨੇ ਜਿਹੜੀਆਂ ਰਟੀ ਜਾਂਦੀਆਂ ਨੇ, ਚਾਹੇ ਰਾਮ ਰਾਮ, ਚਾਹੇ ਰਹੀਮ ਰਹੀਮ, ਚਾਹੇ ਗੁਰੂ ਗੁਰੂ, ਚਾਹੇ ਕੁਛ ਰਟਣਾ, ਹਰੀ ਹਰੀ, ਗੋਪਾਲ ਗੋਪਾਲ, ਕੁਛ ਵੀ ਰਟੀ ਜਾਓ। ਹਜ਼ਾਰਾਂ ਜੀਬਾਂ ਥੱਕ ਗਈਆਂ ਰਟ ਰਟ ਕੇ। ਕਵੀ ਜਿਹਵੇ ਕਬਤਈਏ। ਇੱਕ ਵੀ ਆਦਮੀ ਦੱਸੋ, ਇੱਕ ਜੀਵ ਜਿਹੜੀ ਤਰ ਗਈ ਹੋਵੇ, ਇਹਦੇ ਨਾਲ ਲਾਭ ਹੋਇਆ ਹੋਵੇ, ਇੱਕ ਬੰਦਾ ਦੱਸੋ ਰਿਕਾਰਡ। ਕਵੀ ਜਿਹਵੇ ਕਬਤਈਏ। ਹਾਂ, ਮੇਰੀ ਤਾਂ ਇੱਕ ਜੀਵ ਹੈ। ਕਵੀ ਦੀ ਕਵੀ ਹੈ ਲਫ਼ਜ਼ ਇਹ। ਕਵੀ ਦੀ ਇੱਕ ਜੀਵ ਹੈ। ਮੈਂ ਹੁਣ ਦੱਸੋ, ਮੈਂ ਕਿਵੇਂ ਤੁਹਾਨੂੰ ਸਾਰੀ ਗੱਲ ਮੈਂ ਕਿਵੇਂ ਦੱਸ ਦੂੰਗਾ? ਉਹ ਰੜ ਕੇ ਉਹ ਥੱਕ ਗਏ। ਮੈਂ ਤਾਂ ਬਤਾ ਰਿਹਾ, ਮੈਂ ਰਟ ਨਹੀਂ ਰਿਹਾ। ਮੈਂ ਕੀ ਦੱਸਾਂ? ਮੇਰੀ ਤਾਂ ਇੱਕੋ ਜੀਵ ਹੈ। ਇਹ ਬਤਾ ਰਿਹਾ, ਮੈਂ ਕੁਝ ਦੱਸ ਰਿਹਾ। ਜਿਹਨੂੰ ਰੜ ਕੇ ਹਜ਼ਾਰਾਂ ਜੀਬਾਂ ਥੱਕ ਗਈਆਂ, ਮੇਰੀ ਇੱਕ ਜੀਵ ਵਾਲਾ ਮੈਂ ਕੀ ਦੱਸਾਂ ਉਹਦੇ ਬਾਰੇ ਤੁਹਾਨੂੰ? ਪਰ ਮੈਂ ਦੱਸ ਰਿਹਾ ਕੁਝ, ਮੈਂ ਰਟ ਨਹੀਂ ਰਿਹਾ। ਮੈਂ ਉਹਦਾ ਗੁਣ ਗਾਇਨ ਕਰ ਰਿਹਾ, ਚੰਡੀ ਦਾ ਉਹਦੇ ਗੁਣ ਦੱਸ ਰਿਹਾ ਮੈਂ, ਗੁਣ ਗਾਇਨ। ਉਹ ਜਿਹੜੇ ਲੱਖਾਂ ਜੀਬਾਂ ਵਾਲੇ ਨੇ ਅੱਡ ਅੱਡ ਨਾਂ ਲੈਂਦੇ ਨੇ। ਉਹ ਜਿਹੜੇ ਹਜ਼ਾਰਾਂ ਜੀਬਾਂ ਵਾਲੇ ਨੇ, ਉਹਦੇ ਵਿੱਚ ਕਹਾਣੀ ਇਹ ਬਣਾਈ ਹੈ। ਉਹ ਸ਼ੇਸ਼ਨਾਗ ਕਹਿੰਦਾ ਵੀ ਇੱਕ ਜੀਵ ਨਾਲ ਜਿਹੜਾ ਮੈਂ ਨਾਂ ਲਊਂ ਤੇਰਾ, ਦੂਈ ਜੀਵ ਨਾਲ ਨਹੀਂ ਲੈਣਾ। 10,000 ਜੀਬਾਂ ਮੰਨੀਆਂ ਨੇ ਉਹਦੇ, ਇਹਨਾਂ ਨੇ 10,000 ਨਾਂ। ਇੱਕ ਗੱਲ ਇਹ ਸੀ
ਕਿ ਬੌਲਦ ਜਿਹੜਾ ਕਹਿੰਦਾ, ਸ਼ਿਵ ਜੀ ਕਹਿੰਦਾ ਵੀ ਮੇਰੇ ਬੌਲਦ ਨੇ ਇੰਨਾ ਚਿਰ ਹੋ ਗਿਆ ਪ੍ਰਥਵੀ ਚੱਕੀ ਨੂੰ ਧਰਤੀ, ਹੁਣ ਤੂੰ ਵਿਸ਼ਨੂੰ ਨੂੰ ਕਹਿੰਦਾ ਵੀ ਤੂੰ ਆਪਣੇ ਬੰਦੇ ਨੂੰ ਚੁਕਾ ਕੇ ਸਾਨੂੰ, ਜਾਂ ਤੂੰ ਚੱਕ, ਤੂੰ ਵੀ ਤਾਂ ਬਰਾਬਰ ਦਾ ਬਣਦਾ ਹੈ ਰਾਜਾ। ਤੂੰ ਕਹਿੰਦਾ ਮੈਂ ਉਹ ਮੇਰੇ ਆਸਰੇ ਖੜੀ ਹੈ ਧਰਤੀ, ਮੈਂ ਉਹ ਸਭ ਪਹਿਲਾਂ ਤੇਰੇ ਭਗਤ ਨੇ, ਤੂੰ ਆਪਣੇ ਚੁਕਾ ਕੇ ਸਾਨੂੰ। ਉਹ ਸੱਪ ਨੂੰ ਕਹਿੰਦਾ ਭਾਈ ਤੂੰ ਚੱਕ, ਉਹ ਕਹਿੰਦਾ ਮੈਂ ਉਹ ਬੌਲਦ, ਮੈਂ ਸੱਪ ਮੈਂ ਕਿਵੇਂ ਚੱਕ ਲੂੰਗਾ। ਉਹ ਕਹਿੰਦਾ ਚੱਕਣੀ ਤਾਂ ਸ਼ਕਤੀ ਨੇ ਹੈ, ਤੂੰ ਮੇਰੇ ਨਾਂ ਲਈ ਜਾਈ, ਚੱਕ ਲੇਗਾ ਕੋਈ ਨਹੀਂ, ਤੇਰੇ ਤੇ ਬੋਝ ਨਹੀਂ ਹੋਣ ਦਿੰਦੇ। ਉਹ ਕਹਿੰਦਾ ਫਿਰ ਚਲੋ ਚੱਕ ਲੈਣਾ ਮੈਂ, ਤੁਸੀਂ ਇਹ ਲਵੋਗੇ ਕਦ ਫਿਰ। ਦੇਖੋ ਇਹ ਵੀ ਸਾਖੀ ਹੈ, ਦੋ ਸਾਖੀਆਂ ਹੀ ਕੰਟਰੋਵਰਸੀ ਕਰਦੀਆਂ ਨੇ ਆਪਸ ਵਿੱਚ। ਇਹ ਵੀ ਇਹਨਾਂ ਦੇ ਪੁਰਾਣੇ 'ਚ ਹੈ ਸਾਖੀ, ਉਹ ਵੀ ਸੱਚਾ ਹੈ, ਵੀ ਦੂਆ ਵੀ ਸੱਚਾ, ਬੌਲਦ ਵਾਲਾ ਵੀ ਸੱਚਾ। ਧੌਲ ਧਰਮ ਦਿਆ ਕਾ ਪੂਤ, ਉਹ ਵੀ ਹੁਣ ਕਹਿੰਦੇ ਨੇ ਬੌਲਦ ਦੇ ਸਿਰ 'ਤੇ ਵੀ ਹੈ। ਉਹ ਜੀ ਅਗਰ ਤੂੰ ਮੇਰੇ ਨਾਂ ਜਿੱਦਣ ਮੇਰੇ ਨਾਂ ਮੁੱਕ ਗਏ ਤੇ ਲੈਣ 'ਤੇ ਵੱਖਰੇ ਵੱਖਰੇ ਨਾਂ ਲਈ ਜਾਈ, ਗੁਣ ਗਾਇਨ ਕਰੀ, ਵੱਖਰੇ ਵੱਖਰੇ ਨਾਂ ਦਾ ਵੀ ਗੁਣ ਗਾਇਨ ਕਰੀ ਮੇਰੇ, ਬਈ ਜਾਂ ਮੁੱਕ ਗਏ ਜਾਂ ਤੂੰ ਮੈਂ ਤੇ ਤੋਂ ਫੜ ਲੂੰਗਾ, ਕਿਸੇ ਹੋਰ ਨੂੰ ਦਵਾ ਦੂੰਗਾ। ਅੱਛਾ ਉਹ ਨਾਂ ਲੈ ਰਿਹਾ, ਉਹ ਕਹਿੰਦਾ ਮੈਂ ਇੱਕ ਜੀਵ ਨਾਲ ਜਿਹੜਾ ਨਾਂ ਲਊਂ ਦੂਈ ਨਾਲ ਨਹੀਂ ਉਹ ਲੈਣਾ। ਕਹਿੰਦਾ ਕੋਈ ਗੱਲ ਨਹੀਂ, 10,000 ਨਾਂ ਇਕੱਠੇ ਹੀ ਉਚਾਰਨ ਕਰ ਦਿੰਦਾ, ਜੋ ਉਹਦੇ ਨਾਂ ਨਹੀਂ ਮੁੱਕੇ। ਕਹਿੰਦੇ ਉਹਦੇ ਸਿਰ 'ਤੇ ਹੀ ਹੈ ਧਰਤੀ, ਤੇ ਬੌਲਦ ਦੇ ਸਿਰ 'ਤੇ ਵੀ ਹੈ, ਉਹਦੇ ਸਿਰ 'ਤੇ। ਪਹਿਲਾਂ ਤਾਂ ਇਹ ਦੱਸਣਾ ਹੈ ਕਿਹਦੇ ਸਿਰ 'ਤੇ। ਉਹ ਕਹਾਣੀ ਬਣਾਈ ਹੋਈ ਹੈ। ਉਹ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ, ਉਹਨਾਂ ਨੂੰ ਸੰਬੋਧਨ ਕੀਤਾ ਹਿੰਦੂਆਂ ਨੂੰ, ਬਈ ਤੁਸੀਂ ਕਹਿੰਦੇ ਹੋ ਹਜ਼ਾਰੇ ਕਿਹਾ, 10,000 ਨਹੀਂ ਇੱਥੇ ਕਿਹਾ, ਵੀ 1000 ਜੀਵ ਨਾਲ ਜਿਹੜਾ ਨਾਂ ਰੜਦਾ ਉਹ ਤੇ ਪੂਰੇ ਨਹੀਂ ਹੋਏ। ਮੈਂ ਵੀ ਤਾਂ ਗੁਣ ਗਾਇਨ ਕਰਦਾ, ਮੇਰੀ ਤਾਂ ਇੱਕ ਜੀਭ ਹੈ, ਆਹ ਕਹਿ ਰਹੇ ਨੇ। ਊਮ ਆਕਾਸ਼ ਪਤਾਰ ਜਮਨ ਕਰ 14 ਖੰਡ ਬਿਹੰਡੇ। ਭੂਮ ਆਕਾਸ਼ ਪਤਾਲ ਜਿਹਨੇ ਬਣਾਏ ਨੇ, 14 ਖੰਡ ਬਿਹੰਡੇ ਲਫ਼ਜ਼ ਹੈ, ਬਿਹੰਡੇ 14 ਖੰਡ ਬਿਹੰਡੇ, ਬਿਹੰਡੇ ਬਣਾਏ ਵੀ ਨੇ ਔਰ ਘੁਮਾ ਵੀ ਰਿਹਾ ਉਹਨਾਂ ਨੂੰ। ਬਿਹੰਡੇ ਹੰਡਣਾ ਹੁੰਦਾ ਹੈ, ਫਿਰਨਾ ਤੁਰਨਾ। ਲਗਾਤਾਰ ਘੁੰਮ ਰਹੇ ਨੇ ਉਹ, ਇਹਨੇ ਨਾਸ ਲਿਖ ਦਿੱਤਾ, ਇਹਦੀ ਅਕਲ ਦਾ ਨਾਸ ਆਪੇ ਹੋਇਆ ਹੈ ਨਾ। ਉਹ ਬੇਹੰਡੰਗ ਹੁੰਦਾ, ਹੰਡਣਾ ਆਪਣੇ ਨਾਲ, ਹੁਕਮ ਨਾਲ ਹੰਡ ਰਹੇ ਨੇ, ਹੁਕਮ ਦੀ ਤਾਕਤ ਨਾਲ ਫਿਰ ਨਹੀਂ ਰਹੇ ਸਾਰੇ। ਹੁਣ ਜੇ ਨਾਸ ਕਰਤਾ ਹੁੰਦਾ ਫਿਰ ਧਰਤੀ ਕਿੱਥੇ, ਤੂੰ ਕਿੱਥੇ ਰਹਿੰਦਾ। ਜਾਂ ਨਾਸ ਕਰ ਦਿੰਦਾ ਫਿਰ ਨਹੀਂ ਹੁੰਦਾ ਕੁਛ ਵੀ, ਫਿਰ ਹੁਕਮ ਨਹੀਂ ਹੁੰਦਾ। ਇਹਨੂੰ ਪਤਾ ਹੀ ਨਹੀਂ ਕਾਸੇ ਦਾ ਹੈਗਾ, ਕਮਲਪਣਾ ਮਾਰੀ ਜਾਂਦਾ। ਖੰਡ ਜਿਹੜੇ ਨੇ, ਖੰਡ ਕਿਹਨੂੰ ਕਹਿੰਦੇ ਨੇ? ਲੋਕ ਅੱਡ ਆ, ਖੰਡ ਅੱਡ ਹੈ। 14 ਲੋਕ ਹੋਰ ਨੇ, 14 ਖੰਡ ਹੋਰ ਨੇ। ਲੋਕ ਤਾਂ ਅਲੱਗ ਨੇ, ਖੰਡ ਉਹ ਖੰਡ ਤਾਂ ਜਿਹੜੇ ਆਤਮਾ ਨੇ ਵਿੱਚ, ਆਤਮਾ ਨਹੀਂ ਹੈ। ਫਿਰ ਨਾਲੇ ਘੁੰਮਦੇ ਹਾਂ ਅਸੀਂ ਕਹਾਂ ਖੜੇ ਹਾਂ। 14 ਖੰਡ ਬਿਹੰਡੇ। ਹਾਂ 14 ਖੰਡ, 14 ਤਾਂ ਮਤਲਬ ਲੋਕ ਮੰਨਦੇ ਨੇ ਨਾ, ਇਹ ਵੀ ਕਾਹ ਲੋਕ ਹੈ, ਇੱਕ ਹੋਰ ਹੈ, ਇੱਕ ਹੋਰ ਹੈ, ਉੱਤੇ ਸਾਰੇ ਆਬਾਦੀ ਹੈ ਅਲੱਗ ਅਲੱਗ। ਉਹ ਬਿਹੰਡੇ ਸਾਰੇ ਹੀ ਘੁੰਮਦੇ ਨੇ, ਤੇਰੀ ਤੱਕ ਪੈਦਾ ਵੀ ਕੀਤੇ ਨੇ ਔਰ ਹੁਣ ਘੁੰਮਦੇ ਵੀ ਨੇ, ਲਗਾਤਾਰ ਘੁੰਮਦੇ ਨਹੀਂ। ਉਹ ਕਿਹਦੀ ਸ਼ਕਤੀ ਨਾਲ ਘੁੰਮਦੇ ਨੇ? ਬਿਹੰਡੇ ਖਗ ਖੰਡ ਬਿਹੰਡੰ ਖਲਦਲ ਖੰਡੰ, ਖਲਦਲ ਖੰਡੰ ਖੰਡ, ਉੱਥੇ ਖੰਡਣ ਆਇਆ। ਖੰਡਨ ਦਾ ਅਰਥ ਅੱਡ ਹੈ। ਹਾਂ ਖੰਡਨ ਕਰਨਾ ਕਿਸੇ ਨੂੰ, ਖਲਦਲ ਖੰਡੰ। ਜਿਹੜੇ ਖਲ ਹੁੰਦੇ ਨੇ, ਮੂਰਖ ਹੁੰਦੇ ਨੇ, ਉਹਨਾਂ ਦੇ ਦਲਾਂ ਦੇ ਦਲ ਖੰਡਨ ਕਰਦੇ ਨੇ, ਜਿਵੇਂ ਹੁਣ ਕੀਤੇ ਨੇ। ਅਤਰਣ ਮੰਡਮ, ਬਹੁਤ ਤਕੜਾ ਜਿਹੜਾ ਰਣ ਹੈ, ਕੱਲੀ ਮੰਡ ਰਹਿੰਦੀ ਇੱਕ ਪਾਸੇ ਹੋ ਕੇ। ਬਰ ਭੰਡਮ, ਉਹ ਇੱਥੇ ਵੀ ਕਈ ਜਗ੍ਹਾ ਅਲੱਗ ਅਲੱਗ ਤੇ ਤਾਂ ਅਰਥਾਂ ਦਾ ਪਤਾ ਲੱਗਦਾ ਹੁੰਦਾ। ਜਗਮਗ ਜੋਤ ਹੋਤ ਭੂਤਲ ਮੈਂ ਖੰਡਨ ਔ ਬ੍ਰਹਮ ਅੰਡੇ। ਭੂਤਲ ਲਿਖਿਆ ਹੋਇਆ ਹੁਣ ਇੱਥੇ। ਹਾਂ ਭੂ ਹੁੰਦਾ ਭੂਮੀ, ਅਤੇ ਭੂ ਫਿਰ ਆ ਗਿਆ ਇੱਥੇ। ਉਹ ਜਿਹੜਾ ਭੂ ਦਾ ਰੌਲਾ ਪਾਉਂਦੇ ਨੇ। ਭੂਤਲ ਮੈਂ ਜਗਮਗ ਜੋਤ ਹੋਤ ਭੂਤਲ ਮੈਂ, ਭੂ ਥੱਲੇ ਦੀ ਧਰਤੀ, ਹਿਰਦੇ 'ਚ। ਉਹ ਬਾਹਰ ਦਾ ਜੋਤ ਹੈ, ਇਹਦੀ ਸੂਰਜ ਦੀ ਹੋਊ, ਇੱਥੇ ਕਿਵੇਂ ਹੋ ਜੀ ਜੋਤ? ਮੇਰੇ ਹਿਰਦੇ 'ਚ ਤੇਰੀ ਜੋਤ ਜਗਮਗ ਹੋ ਰਹੀ ਹੈ।
ਜਗਮਗ ਜੋਤ ਹੋਤ ਭੂਤਲ ਮੈਂ ਉਹ ਭੂਤਲ ਵਿੱਚ ਹੋ ਰਹੀ ਹੈ। ਕਿਤੇ ਹੋ ਰਹੀ ਸੀ ਫਿਰ ਉਹ ਅੰਦਰੇ ਹੋਰ ਭੂਤਲ ਥੱਲੇ ਦੀ ਜਿਹੜੀ ਧਰਤੀ ਹੈ ਅੰਦਰ ਹਿਰਦੇ ਚ ਖੰਡਨ ਔ ਬ੍ਰਹਮੰਡੇ ਖੰਡਨ ਉਹ ਸਾਰੇ ਜਿਹੜੇ ਮਨ ਨੇ ਉਹਦੇ ਵਿੱਚ ਵੀ ਤੇਰੀ ਜੋਤ ਹੈ। ਖੰਡਨ ਔ ਬ੍ਰਹਮੰਡੇ ਜਿੰਨੇ ਤੇਰੇ ਚਾਨਣ ਸਭ में ਚਾਨਣ ਸਾਰਿਆਂ ਚ ਵੀ ਤੇਰਾ ਚਾਨਣਾ ਜਿੰਨੇ ਖੰਡ ਨੇ ਇੱਥੇ ਜਿੰਨੇ ਜੀਵ ਨੇ ਉਹਨਾਂ ਚ ਵੀ ਤੇਰੀ ਜੋਤ ਹੀ ਹੈ। ਉਹੀ ਜੋਤ ਹੈ ਖੰਡਨ ਔ ਬ੍ਰਹਮੰਡੇ ਔਰ ਬ੍ਰਹਮੰਡ ਜਿਹੜਾ ਤੇਰੇ ਤੇ ਚ ਨੇ ਬ੍ਰਹਮੰਡ ਭਰਮ ਦੇ ਆਂਡੇ ਉਹਨਾਂ ਚ ਵੀ ਤੇਰੀ ਜੋਤ ਹੈ। ਜਾਂ ਤਾਂ ਇੱਥੇ ਘਰ ਵਿਚਾਰ ਹੋਣ ਨੇ ਸਮਝਿਆ ਨਹੀਂ ਇਹ ਆ ਫਿਰ ਉਹ 14 ਲੋਕ ਤੇ ਹੀ ਨੇ ਸੱਚਖੰਡ ਦੀ ਨਹੀਂ ਗੱਲ ਕੀਤੀ ਹੋਈ। ਸੱਚਖੰਡ ਤੇ ਇੱਧਰ ਇੱਧਰ ਦੀ ਗੱਲ ਹੈ ਥੱਲੇ ਦੀ ਜਾਂ ਤ੍ਰੇਤੇ ਚ ਨੇ ਜਿਹੜੇ ਜੀਵ ਇਹ ਜਿਹੜੇ ਤ੍ਰੇਤੇ ਚ ਨੇ ਉਹਨਾਂ ਦੇ ਵਿੱਚ ਵੀ ਉਹੀ ਜੋਤ ਹੈ। ਉਹ ਉੱਥੇ ਵੀ ਉਹੀ ਜੋਤ ਤਿੰਨਾਂ ਲੋਕਾਂ ਦੀ ਗੱਲ ਹਾਂ ਤਿੰਨਾਂ ਲੋਕਾਂ ਦੀ ਗੱਲ ਖੰਡਨ ਔਰ ਬ੍ਰਹਮ ਅੰਡੇ ਹਾਂ ਜਿਹੜਾ ਫੋਟੋ ਆਂਡਾ ਭਰਮ ਕਾ ਉਹ ਭਰਮ ਦਾ ਜਿਹੜਾ ਆਂਡਾ ਕੀ ਹੈ ਉਹਦਾ ਅਸਲ ਦੇ ਵਿੱਚ ਪੂਰੇ ਹਿੱਸੇ ਦੇ ਵਿੱਚ ਰੋਸ਼ਨੀ ਨਹੀਂ ਹੈ। ਕੁਝ ਰੋਸ਼ਨੀ ਹੈ ਬਾਕੀ ਹਨੇਰਾ ਜਿਹੜਾ ਹਨੇਰਾ ਉਹ ਉੱਥੇ ਭਰਮ ਹੈ। ਜਿੱਥੇ ਰੋਸ਼ਨੀ ਹੈ ਉਹ ਰੋਸ਼ਨੀ ਹੈ ਉੱਥੇ ਆਤਮਾ ਉਨੀ ਜਿੰਨੀ ਆਤਮਾ ਜਾਗਦੀ ਹੈ ਸੋਝੀ ਹੈ ਉਨੀ ਸੋਝੀ ਸਰੀਰ ਤੇ ਬਾਅਦ ਵੀ ਰਹਿੰਦੀ ਹੈ। ਵੱਧਦੀ ਘਟਦੀ ਨਹੀਂ ਹੈ ਉੱਥੇ ਤ੍ਰੇਤੇ 'ਚ ਵੱਧਦੀ ਘਟਦੀ ਨਹੀਂ ਹੈ ਨਾ ਘਟਦੀ ਹੈ ਨਾ ਵੱਧਦੀ ਸਰੀਰ 'ਚ ਆ ਕੇ ਵੱਧਦੀ ਘਟਦੀ ਹੈ। ਹਾਂ ਲਾਹਾ ਟੋਟਾ ਸਰੀਰ ਨਾਲ ਸਰੀਰ ਛੱਡਣ ਤੋਂ ਬਾਅਦ ਰਹਿੰਦੀ ਹੈ ਉਨੀ ਉਹ ਰਹੂਗੀ ਜਿੰਨੀ ਹੈਗੀ ਵੱਧਦੀ ਨਹੀਂ ਹੈ ਘਟਦੀ ਨਹੀਂ ਹੈ। ਜਿੰਨੀ ਕੁ ਜੇਬ 'ਚ ਹੋਊ ਨਾ ਉਹਨਾਂ ਜਾਂ ਉੱਠੂਗਾ ਉਹ ਕੈਸ਼ ਉਹਨਾਂ ਹੀ ਹੁੰਦਾ ਜੇ ਕੋਈ ਕੱਢੇ ਨਾ ਪਰ ਉੱਥੇ ਕੋਈ ਕੱਢਦਾ ਨਹੀਂ ਨਾ। ਇੱਥੇ ਸੰਸਾਰ 'ਚ ਕੱਢ ਸਕਦੇ ਨੇ ਉੱਥੇ ਹੈ ਨਾ ਉਹ ਆਲੇ ਦੁਆਲੇ ਉਹ ਕਹਿੰਦਾ ਭਰਮ ਦਾ ਕੋਟ ਹੈ ਜਿਹੜਾ ਉਹ ਦੂਏ ਦਾ ਹੱਥ ਨਹੀਂ ਜਾਣ ਦਿੰਦਾ। ਉੱਥੇ ਸੋਰਠ ਕੱਲੇ ਕੱਲੇ ਰੱਖੇ ਨੇ ਨਾ ਸੋਰਠ ਵਿਸ਼ਨ ਪਦ ਜੈ ਜੈ ਰੂਪ ਅਰੇਖ ਅਪਾਰ ਜੈ ਜੈ ਰੂਪ ਉਸ ਰੂਪ ਦੇ ਕੁਰਬਾਨ ਮੈਂ ਜੈ ਜੈ ਦਾ ਕੁਰਬਾਨ ਹੈ ਲਫ਼ਜ਼ ਇਹਦੇ ਵਿੱਚ ਜਾਂ ਜੈ ਜੈ ਹੋਊਗੀ ਨਾ ਉਹ ਤਾਂ ਕੁਰਬਾਨ ਦੀ ਸੈਂਸ ਹੁੰਦੀ ਹੈ। ਜੈ ਜੈ ਰੂਪ ਅਰੇਖ ਅਪਾਰ ਅਰੇਖ ਹੈ ਜਿੱਥੇ ਰੇਖਾ ਨਹੀਂ ਖਿੱਚੀ ਜਾ ਸਕਦੀ। ਦੇਖੋ ਰੂਪ ਕਿਹਾ ਹੁਣ ਜੈ ਜੈ ਰੂਪ ਪਹਿਲਾਂ ਰੂਪ ਕਹਿਤਾ ਅਰੇਖ ਕਹਿਤਾ ਨਾਲ ਰੂਪ ਤਾਂ ਹੈਗਾ ਪਰ ਰੇਖਾ ਅੰਕਿਤ ਨਹੀਂ ਕੀਤਾ ਜਾ ਸਕਦਾ। ਫੋਟੋ ਨਹੀਂ ਬਣ ਸਕਦੀ ਉਹਦੀ। ਰੂਪ ਮੰਨ ਲਿਆ ਵੀ ਰੂਪ ਹੈਗਾ ਰੇਖਾ ਦਾ ਅਪਾਰ ਰੇਖ ਦਾ ਰੇਖਾ ਅੰਕਿਤ ਨਹੀਂ ਕੀਤਾ ਜਾ ਸਕਦਾ। ਉਹ ਰੇਖਾ ਖਿੱਚ ਕੇ ਨਾ ਲਾਈਨ ਹੁੰਦੀ ਹੈ ਰੇਖਾ ਪੈਨਸਲ ਨਾਲ ਲਾਈਨਾਂ ਖਿੱਚ ਕੇ ਦਿਖਾ ਨਹੀਂ ਸਕਦੇ ਦੱਸ ਨਹੀਂ ਸਕਦੇ ਵੀ ਕਿਹੋ ਜਿਹਾ ਰੂਪ ਹੈ। ਅਪਾਰ ਹੈ। ਅਪਾਰ ਕਿਉਂ ਹੈ? ਮਾਇਆ ਜਿੰਨੇ ਥਾਂ 'ਚ ਮਾਇਆ ਉਦੋਂ ਪਰੇ ਹੈ ਕਿੱਥੇ ਤੱਕ ਹੈ ਇਹ ਵੀ ਨਹੀਂ ਪਤਾ। ਹੁਣ ਕਾਗਜ਼ ਕਿੱਥੋਂ ਲੈ ਕੇ ਆਈਏ ਕਿਹੜੀ ਚੀਜ਼ ਲੈ ਕੇ ਆਈਏ ਜਿੱਥੇ ਰੂਪ ਬਣਾਈਏ। ਕਮ ਸੇ ਕਮ ਜਿੱਥੇ ਆਪਾਂ ਕੋਈ ਚੀਜ਼ ਫੋਟੋ ਬਣਾਉਣੀ ਹੈ ਉਹ ਕਾਗਜ਼ ਤਾਂ ਉਹਦਾ ਵੱਡਾ ਹੀ ਚਾਹੀਦਾ ਨਾ। ਇਹਦਾ ਮਾਇਆ ਤੋਂ ਵੀ ਪਰੇ ਹੈ ਫਿਰ। ਜਾਸ ਪਾਏ ਪਰਮਾਏ ਜਹਤ ਹੈ ਭੀਖ ਕੋ ਸ਼ਿਵ ਦਵਾਰ ਜਾਸ ਪਾਏ ਪਰਮਾਏ ਜਹਤ ਹੈ ਜਿਹਦੇ ਪ੍ਰਾਪਤੀ ਨਾਲ ਜਾਸ ਪਾਏ ਜਿਹਦੀ ਹੁਕਮ ਨਾਲ ਕਾਲ ਪਾਏ ਬ੍ਰਹਮਾ ਅਵਤਾਰਾ ਹੈ ਨਾ ਕਾਲ ਪਾਏ ਸ਼ਿਵਜੂ ਅਵਤਾਰਾ ਪਾਏ ਲਫ਼ਜ਼ ਹੈ ਜਿਹਦੇ ਹੁਕਮ ਨਾਲ ਪਰਮਾਏ ਜਹਤ ਹੈ ਭੀਖ ਕੋ ਸ਼ਿਵ ਦਵਾਰ। ਹਾਂ ਅੱਜ ਇੱਥੇ ਜਿਨ੍ਹਾਂ ਨੂੰ ਤੇਰੇ ਹੁਕਮ ਨਾਲ ਸਰੀਰ 'ਚ ਪਾਏ ਨੇ ਮਾਇਆ 'ਚ ਪਾਏ ਨੇ ਭੀਖ ਕੋ ਸ਼ਿਵ ਦਵਾਰ। ਅੱਜ ਸ਼ਿਵ ਦੁਆਰੇ ਤੇ ਭੀਖ ਮੰਗਣ ਵਾਸਤੇ ਸ਼ਿਵ ਦੁਆਰ ਹੁਣ ਸ਼ਿਵ ਪਰਮੇਸ਼ਰ ਦੀ ਗੱਲ ਹੈ ਇੱਥੇ। ਇਹ ਜਿਹੜੇ ਸਾਰੇ ਜੀਵ ਨੇ ਨਾ ਇਹ ਤੇਰੇ ਹੁਕਮ ਨਾਲ ਦੇਹੀ 'ਚ ਪਾਏ ਗਏ ਨੇ ਕਾਹਦੇ ਵਾਸਤੇ ਸ਼ਿਵ ਦੁਆਰੇ ਤੇ ਭੀਖ ਮੰਗਣ ਵਾਸਤੇ ਭੀਖ ਮੰਗਣ ਵਾਸਤੇ। ਹਮ ਭੀਖਕ ਭਿਖਾਰੀ ਤੇਰੇ ਤੂੰ ਵਿੱਚ ਪਤਾ ਹੁੰਦਾ ਤਾਂ ਸ਼ਿਵ ਦੁਆਰ ਹੈ। ਹੁਣ ਲਫ਼ਜ਼ ਸ਼ਿਵ ਦੁਆਰ ਜਿਹੜਾ ਵਰਤਿਆ ਉਹ ਗੁਰਮਤਿ ਵਾਲਾ ਵਰਤਿਆ। ਸ਼ਿਵ ਸ਼ਕਤੀ ਸ਼ਕਤੀ ਹੈ ਨਾ ਇਹ ਤੇ ਤੋਂ ਨਹੀਂ ਭੀਖ ਮੰਗਦੇ। ਭੀਖ ਸ਼ਿਵ ਦੁਆਰੇ ਤੇ ਭੀਖ ਤੈਨੂੰ ਦੇਣੀ ਹੈ ਹੁਕਮ ਤੈਨੂੰ ਹੋਣਾ ਦੇਣ ਦਾ।
ਸ਼ਿਵ ਹੈ ਨਾ, ਸ਼ਿਵ ਮਾਲਕ ਤਾਂ ਸ਼ਿਵ ਹੈ। ਜਾਸ ਪਾਏ ਲਗਿਓ ਨਿਸੇਸਾ ਹੈ, ਕਾਰਮਾ ਤਨ ਏਕ। ਜਾਸ ਪਾਏ, ਜਾਸ ਪਾਏ ਲਗਿਓ ਨਿਸੇਸਾ। ਹਾਂ ਨਿਸੇਸਾ, ਨਿਸ ਚੰਦਰਮਾ, ਨਿਸ ਈਸ਼ੈ, ਨਿਸੇਸਾ ਨਿਸ ਦਾ ਰਾਜਾ, ਰਾਤ ਦਾ ਰਾਜਾ ਚੰਦਰਮਾ। ਕਾਰਮਾ ਤਨ ਏਕ। ਕਾਰਮਾ ਇੱਕ ਤਨ ਕਰਨ ਵਾਸਤੇ, ਅਸਲ ਦੇ ਵਿੱਚ ਮਨ ਨੂੰ ਇਹ ਗੱਲ ਜਿਹੜਾ ਨਿਸੇਸਾ ਨਾ ਮਨ ਔਰ ਚਿੱਤ ਦੀ ਗੱਲ ਹੈ। ਨਿਸ ਅਗਿਆਨੀ ਮਨ ਹੈ, ਉਹ 'ਚ ਅਗਿਆਨਤਾ, ਈਸਾ ਅੰਦਰ ਚਿੱਤ ਹੈ। ਇਹਨਾਂ ਦੋਹਾਂ ਦੇ ਇੱਕ ਹੋਣ ਵਾਸਤੇ ਪਾਏ ਨੇ ਅਸਲ ਦੇ ਵਿੱਚ। ਇਹ ਦੇਹ 'ਚ ਪਾਏ ਨੇ। ਦੇਹ 'ਚ ਕਿਉਂ ਪਾਏ ਨੇ? ਮਨ ਜਿਹੜਾ ਹੈ ਉਹ ਹਨੇਰਾ ਹੈ, ਉਹਦੇ ਅੰਦਰ ਉਹ ਹਨੇਰਾ ਹੈ, ਉਹ ਨਿਸ ਹੈ। ਸੁਪਨਾ ਜਦੇ ਦੇਖਦਾ ਜਿਹੜਾ ਹਨੇਰੇ 'ਚ ਹੋਵੇ, ਰਾਤ ਹੋਵੇ ਜਿੱਥੇ, ਉੱਥੇ ਹੀ ਸੁਪਨਾ ਹੁੰਦਾ ਨਾ। ਸੁਪਨਾ ਹੀ ਦੇਖਦਾ, ਉਹ ਤਾਂ ਦੇਖਦਾ ਨਹੀਂ ਅੰਦਰਲਾ। ਉਹ ਈਸਾ ਤਾਂ ਹੈ, ਉਹਦੇ ਨਾਲ ਰਲ ਕੇ ਇਹਨੂੰ ਚਾਨਣਾ ਹੋਣਾ ਇਹਦੇ 'ਚ। ਕਾਰਮਾ ਤਨ ਏਕ ਕਰਨ ਵਾਸਤੇ ਇੱਕ ਦੋਹਾਂ ਨੇ ਇੱਕ ਤਨ ਕਰਨਾ ਆਪਣਾ, ਇੱਕ ਹੋਣਾ। ਸਰੀਰ 'ਚ ਕਿਉਂ ਪਾਏ ਨੇ ਸਾਰੇ ਇਹ? ਸਰੀਰ ਪਾਏ ਨੇ ਕਿ ਉੱਥੋਂ ਭੀਖ ਮੰਗਣੀ ਸੀ। ਸ਼ਿਵ ਦੁਆਰੇ ਤੇ ਜਾ ਕੇ ਸਾਰੇ ਜੀਵ ਤਾਂ ਪਾਏ ਨੇ ਭੀਖ ਮੰਗਣ ਵਾਸਤੇ। ਜੇ ਭੀਖ ਮੰਗ ਲੈਣਗੇ ਫੇਰ ਕੀ ਹੋਊਗਾ? ਕਾਹਦੇ ਵਾਸਤੇ ਪਾਏ ਨੇ? ਭੀਖ ਮੰਗੋ, ਭੀਖ ਮੰਗ ਕੇ ਇੱਕ ਹੋ ਜਾਓ ਦੋਏ, ਇੱਕ ਤਨ ਕਰ ਲਓ ਦੋਏ। ਦੇਵ ਤੇਜ ਸਹੰਸਰ ਪੇ। ਦੇਖੋ ਕਿਸ ਤਰੀਕੇ ਨਾਲ ਗੱਲ ਆਦਿ ਕਰ ਰਹੇ ਨੇ, ਗੱਲ ਉਹੀ ਕਰ ਰਹੇ ਨੇ, ਕੋਹੇ ਤੱਕ ਵੇ ਵਿਆਖਿਆ ਗੁਰਬਾਣੀ ਦੀ ਹੋ ਰਹੀ ਹੈ। ਆਖਿਆ ਗੁਰਬਾਣੀ, ਪਰ ਤਰੀਕਾ ਆਪਣਾ ਇਹਨਾਂ ਦਾ, ਉਹ ਨਹੀਂ ਇਸਤੇਮਾਲ ਕਰ ਰਿਹਾ ਤਰੀਕਾ ਕੋਈ ਵੀ, ਉਹਨਾਂ ਦਾ ਲਫ਼ਜ਼ ਵੀ ਨਹੀਂ ਇਸਤੇਮਾਲ ਕਰ ਰਹੇ ਉਹਨਾਂ ਦੇ। ਭੀਖ ਦੀ ਗੱਲ ਕੀਤੀ, ਉੱਥੇ ਭੀਖ ਦੀ ਗੱਲ ਹੈ ਨਹੀਂ। ਉਹ ਹੈ ਹਮ ਭੀਖ ਭਿਖਾਰੀ ਤੇਰੇ, ਪਰ ਆਹ ਗੱਲ ਨਹੀਂ ਹੈਗਾ ਉੱਥੇ। ਭੀਖ ਕੋ ਸ਼ਿਵ ਦੁਆਰਾ ਕਿਉਂ ਆਏ ਨੇ ਇਹ ਜੀਵ? ਸਰੀਰ 'ਚ ਤਾਂ ਆਏ ਨੇ ਸਾਰੇ ਕਿ ਸ਼ਿਵ ਦੁਆਰੇ ਤੇ ਜਾ ਕੇ ਭੀਖ ਮੰਗੋ, ਇੱਕ ਹੋ ਜਾਏ। ਅਸਲ 'ਚ ਸ਼ਿਵ ਜਿਹੜੇ ਸ਼ਿਵ ਜੀ ਦੇ ਚੇਲੇ ਨੇ ਤਾਂ ਹੀ ਭੀਖ ਮੰਗਦੇ ਫਿਰਦੇ ਨੇ। ਉਹ ਪਰ ਸ਼ਿਵ ਦੁਆਰੇ ਤੇ ਮੰਗਣੀ ਤੇ ਤੁਸੀਂ ਲੋਕਾਂ ਤੋਂ ਮੰਗਦੇ ਫਿਰਦੇ ਹੋ। ਉਹ ਫਿਰਦੇ ਨਾ ਗੁਰੂ ਵਾਲੇ ਭੀਖ ਮੰਗਦੇ, ਉਹ ਇਹਨਾਂ ਦੇ ਕਿੱਥੇ ਮੰਗਦੇ ਜਿੱਥੋਂ ਮੰਗਣੀ ਤੇ ਉੱਥੇ ਗਏ ਨਹੀਂ ਮੰਗ। ਸ਼ਿਵ ਤਾਂ ਆਪ ਬਣੇ ਫਿਰਦੇ ਨੇ, ਆਪ ਸ਼ਿਵ ਬਣ ਕੇ ਲੋਕਾਂ ਦੇ ਭੀਖ ਮੰਗਦੇ ਨੇ। ਪੁੱਠਾ ਗੇਰ ਪਾਈ ਫਿਰਦੇ ਨੇ, ਬੈ ਗੇਰ ਪਾਈ ਫਿਰਦੇ ਨੇ। ਦੇਵ ਤੇਜ ਸਹੰਸਰ ਪੇ ਭਗ, ਜਾਸ ਪਾਏ ਅਨੇਕ। ਜਿਹੜੇ ਦੇਵਤੇ ਇੰਦਰ ਸੀ ਨਾ, ਦੇਵਤਿਆਂ ਦਾ ਦੇਵੇਸ਼, ਦੇਵਤਿਆਂ ਦਾ ਈਸ਼, ਦੇਵਤਿਆਂ ਦਾ ਇੰਦਰ ਨੇ, ਜਿਹਦੇ ਕਰਕੇ ਆਪਣੇ ਸਰੀਰ ਤੇ ਸਹੰਸਰ ਭਗ ਪਾਲੇ ਸੀ। ਕੀ ਭਗ ਪਾਲੇ ਸੀ? ਇਹ ਜੋ ਮਰਜੀ ਕਹੀ ਜਾਣ। ਭਗ ਹੁੰਦਾ ਨਿਸ਼ਾਨ, ਦਾਗ, ਦਾਗ ਦਾਗ। ਇਹ ਜਿੰਨੇ ਵੀ ਅਸੀਂ ਜਨਮ ਲਏ ਨੇ ਨਾ, ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ। ਕਾਲਾ ਹੋਇਆ, ਜਿੰਨੇ ਸਰੀਰ ਤੇ ਜ਼ਖਮ ਹੋਣਗੇ ਉਹਨੇ ਹੀ ਸਰੀਰ ਤੇ ਦਾਗ ਹੋ ਜਾਂਦੇ ਨੇ। ਜਿੱਥੇ ਜ਼ਖਮ ਹੋ ਕੇ ਦੁਬਾਰਾ ਚਮੜੀ ਆਉਂਦੀ ਹੈ, ਉਹ ਜਿਹੀ ਨਹੀਂ ਹੁੰਦੀ ਜਿਹੜੀ ਪਹਿਲੀ ਚਮੜੀ ਹੈ। ਜਦੋਂ ਹਰ ਸਰੀਰ ਅਸੀਂ ਛੱਡਿਆ, ਹਰ ਸਰੀਰ ਨਹੀਂ ਸੀ ਛੱਡਣਾ ਚਾਹੁੰਦੇ, ਉੱਥੇ ਕੱਚਾ ਤੋੜਿਆ, ਉੱਥੇ ਹਰ ਜਗ੍ਹਾ ਦਾਗ ਹੈ। ਮੋਹ ਦਾ ਦਾਗ ਹੈ ਉੱਥੇ। ਉਦੋਂ ਨਹੀਂ ਸੀ ਚਾਹੁੰਦਾ ਛੱਡਣਾ, ਉਹ ਮੋਹ ਇਕੱਠਾ ਹੋਇਆ ਆ, ਹੁਣ ਛੱਡਣਾ ਪੈਣਾ। ਸਾਰਾ ਇਕੱਠਾ ਹੋਇਆ ਮੋਹ, ਸਾਰੀਆਂ ਜੂਨਾਂ ਦਾ ਇਕੱਠਾ ਹੋਇਆ। ਇਸ ਕਰਕੇ ਆਦਮੀ 'ਚ ਆ ਕੇ ਬਹੁਤ ਜ਼ਿਆਦਾ ਹੈ ਸਾਰਿਆਂ ਨੂੰ। ਬਾਕੀ ਜੂਨਾਂ 'ਚ ਮੋਹ ਘੱਟ ਹੈ, ਉਹ ਇਕੱਠਾ ਹੋ ਹੀ ਗਿਆ ਸਾਰਾ ਹੀ ਮੋਹ। ਕਹਿੰਦੇ ਕੋਈ ਨਹੀਂ, ਅੱਗੇ ਜਾ ਕੇ ਦੱਸਦੇ ਹਾਂ, ਅੱਗੇ ਜਾ ਕੇ ਦੱਸਦੇ ਹਾਂ। ਉਹ ਹੁਣ ਮੋਹ ਸਭ ਨੂੰ ਜ਼ਿਆਦਾ ਜਾਨਵਰਾਂ ਨੂੰ ਆਦਮੀ ਨੂੰ ਹੈ, ਕਿਉਂ? ਦਾਗ ਜ਼ਿਆਦਾ ਨੇ, ਉਹ ਪਿੱਛੇ ਸੱਟਾਂ ਜ਼ਿਆਦਾ ਪਈਆਂ ਹੋਈਆਂ ਨੇ, ਜ਼ਿਆਦਾ ਜ਼ਖਮ ਹੋਏ ਨੇ ਇਹਦੇ। ਸਹੰਸਰ ਭੇ ਭਗ, ਹਾਂ, ਸਰੀਰ ਤੇ ਹਜ਼ਾਰਾਂ ਹੀ ਸਹੰਸਰ ਜ਼ਖਮ ਹੋਏ ਨੇ ਪਿੱਛੇ।
ਹਜ਼ਾਰਾਂ ਹੀ ਜ਼ਖਮ ਦਿੱਤੇ ਨੇ ਇਹਨੂੰ, ਸਰੀਰ ਤੋੜੇ ਨੇ, ਸਰੀਰ ਨੂੰ ਤੋੜਿਆ। ਕਿਸੇ ਜਨਮ ਵਿੱਚ ਵੀ ਨਹੀਂ ਸੀ ਚਾਹੁੰਦਾ ਸਰੀਰ ਛੱਡਣਾ। ਇਹ ਉਹ ਭਗਤ ਦੀ ਗੱਲ ਹੈ। ਜਿਹੜੇ ਇਹ ਕਹਿੰਦੇ ਨੇ ਉਹ ਨਹੀਂ ਹੈ, ਇਹਨਾਂ ਨੂੰ ਪਤਾ ਨਹੀਂ ਸੀ ਅਸਲ 'ਚ। ਜਦ ਸਮਝ ਨਹੀਂ ਆਈ ਗੱਲ ਦੀ ਆਪਣੇ ਅਰਥ ਹੋਰ ਪਾਸੇ ਨੂੰ ਲੈ ਜਾਂਦੇ ਹੁੰਦੇ ਨੇ। ਇਹ ਆ ਤਾਂ ਸਰਾਫ ਦੇ ਦਿੰਦੇ ਨੇ, ਆ ਸਰਾਫ ਲੈ ਲ, ਇਹ ਬਾਹਰਿਆ ਸਰਾਫ ਇਹਨਾਂ ਦਾ ਇੱਥੇ ਹੈ। ਜਿੱਥੇ ਨਾ ਸਮਝ ਆਵੇ ਬਾਹਰਿਆ ਸਰਾਫ ਇੱਥੇ ਲਿਆ ਕੇ ਕਹਾਣੀ ਬਣਾ ਦੇਣੀ ਇਹਨਾਂ ਨੇ। ਕਹਾਣੀ ਬਣਾਉਣ ਤਾਂ ਬਹੁਤ ਤੇਜ਼ ਨੇ ਨਾ। ਇਹ ਕਹਾਣੀ ਘੜ ਲਈ, ਕਹਾਣੀ ਘੜ ਕੇ ਲੋਕਾਂ ਨੂੰ ਨਵਾਂ ਹੀ ਧਰਮ ਦੇ ਦਿੱਤਾ। ਅਨੇਕ ਨੇ ਇੱਥੇ ਪਾਏ ਹੋਏ, ਸਾਰਿਆਂ ਦੇ ਹੀ ਨੇ, ਸਾਰਿਆਂ ਦੇ ਜ਼ਖਮ ਹੋਏ ਨੇ। ਕ੍ਰਿਸ਼ਨ ਰਾਮ ਭਏ ਕਿਤੇ ਪੁਨ ਕਾਲ ਪਾਏ ਬਿਹਾਨ। ਕ੍ਰਿਸ਼ਨ ਰਾਮ ਕਹੇ ਭਏ ਕਿਤੇ। ਕ੍ਰਿਸ਼ਨ ਰਾਮ ਕਿੰਨੇ ਹੀ ਨੇ। ਰਾਮ ਔਰ ਕ੍ਰਿਸ਼ਨ ਇਕੱਠੇ ਕਿਉਂ ਆ ਰਿਹਾ ਹੈ? ਅਸਲ 'ਚ ਮਨ ਰਾਮ, ਮਨ ਕ੍ਰਿਸ਼ਨ ਹੈ, ਚਿੱਤ ਰਾਮ। ਜਿਹਨੇ ਰਾਮ ਨੇ ਉਹਨੇ ਹੀ ਕ੍ਰਿਸ਼ਨ ਨੇ, ਉਹਨੇ ਹੀ ਹੋਣੇ ਨੇ। ਜਿਹਨੇ ਰਾਮ ਨੇ ਕ੍ਰਿਸ਼ਨ ਉਹਨੇ ਹੀ ਹੋਣਗੇ। ਕ੍ਰਿਸ਼ਨ ਨੂੰ ਕੀਟ ਕਿਹਾ ਹੋਇਆ ਕਿ ਸਰੀਰ ਨਾਲ ਜੁੜਿਆ ਹੋਇਆ, ਰਾਮ ਨੂੰ ਕੀਟ ਨਹੀਂ ਕਿਹਾ ਹੋਇਆ। कृष्ण से कीट कोटे बनाए गए। किते कृष्ण से कीट कोटे बनाए, किते राम से मेट डारे हो पाए। राम ना कीट नहीं लगे ना, कीट राम ना किवें लग जूगा? जेड़ा कीट है ਉਹਦੇ ਨਾਲ ਲੱਗਣਾ। कृष्ण राम भय किते पुन काल पाए बिहान। किन्ने ही कृष्ण राम होए ने, आखिर की है? काल वस हो गए। पुन काल पाए बिहान, बिहान बिनस गए शरीर करके। जिन्हों कृष्ण कहते हैं असल चो शरीर है, ताही वो बनाया इन्होंने मूर्ति। इन्हों भावें तो जो बिनस गया कृष्ण उही सी ना, इन्हों वाला तो राम उही है जी जो बिनस गया। वो तो शरीर है राम, इन्हों का जोत तो है नहीं। जे जोत होंगी फिर बिनस, फिर तो राम, फिर तो पता लग जाता राम अंदर है। फिर वो जे जोत है फिर वो मूर्ति नहीं बनती। हुण इन्हें बिहान लिख दिता भी मर गए हो, मरे की पूजा करी दी है। मरे की पूजा करके थोनू जिंदा कि मैं रखू गई। फिर तो जैसा सेवे तैसा हो, मर गए तुम मर जाओगे। फिर भगती का शुरू करनी है या मरना ही है? जब मरना ही है फिर भगती का दी करनी है। असल च मरन जिउण की भगती नहीं करते, ये भगती माया की करते हैं। हाँ, काल को अनकाल कह अकलंक मूर्त मान। काल को अनकाल कह अकलंक मूर्त मान। जेड़ा काल है ना शब्दा, ओदा काल नहीं हुंदा। अनकाल कह, ਉਹਨੂੰ ਅਨਕਾਲ ਮੰਨ ਕੇ ਅਕਲੰਕ ਮੂਰਤ ਮਾਨ। ਕਲੰਕ ਰਹਿਤ ਮੂਰਤ ਮੰਨੋ। ਤੁਹਾਡੀ ਮੂਰਤ ਤਾਂ ਕਲੰਕ ਵਾਲੀ ਹੈ। ਕਲੰਕ ਹੁੰਦਾ ਜਿੱਥੇ ਮਾਇਆ ਹੋ ਜਾਏ, ਉਹ ਕਲੰਕ ਹੁੰਦਾ। ਜੋ ਅੱਖਾਂ ਨੂੰ ਦੀਂਦਾ ਉਹ ਕਲੰਕ ਹੈ। ਜੋ ਕਲੰਕ ਰਹਿਤ ਅੱਖ ਨੂੰ ਦੀਂਦਾ ਹੀ ਨਹੀਂ। ਇਹ ਸਰੀਰ ਕਲੰਕ ਲੱਗਿਆ ਹੋਇਆ, ਨਾਲ ਆਤਮਾ ਨੂੰ ਤਾਂ ਦੀਂਦੀ ਹੈ, ਪਤਾ ਲੱਗਦਾ ਇਹਦਾ। जब कलंक दे रहत होगी फिर नहीं दीदी है। शरीर छड़ता फिर दीदी है। वो शरीर छड़े दे कलंक रहता ना, फिर नहीं ना दीदी। जिन्ना चर कलंक लगे उन्ना चर दीदी। कलंक दीद आत्मा नहीं दीदी। दागे दाग दीदा बस। फिर उपाय ताही क्या है, पैदा नहीं होंगी आत्मा, उपाय है। जिवें मक्खण दुध के विचे हुंदा, दही के विचे ही हुंदा, गुप्त हुंदा। उपाय उपर आ गया लस्सी दे। उपाय है, पैदा तो नहीं किया, पैदा पहले था। पैदा वो चीज़ करी जी होवे ना। मक्खण उपाय है, असी दही चों पैदा उपर आ गया, हो अलग हो गया, उपर आया उपर है, बाहर दींदा है। वो इवें नाम जड़ा है, नाम उपाई हुई चीज है। सच जड़ा है, सच थले है। सच हो रहे सबको ऊपर, सच हजार। फिर सच हजार ऊपर नहीं,
ਸੱਚ ਆਚਾਰ ਕੀ ਹੈ? ਹੁਕਮ। ਸੱਚ ਦਾ ਆਚਰਣ ਕੀ ਹੈ? ਸੱਚ ਜੋ ਕਰ ਰਿਹਾ ਹੁਕਮ ਹੀ ਕਰ ਰਿਹਾ, ਹੁਕਮ ਨਾਲੇ ਹੋ ਰਿਹਾ। ਲਹਿਰ ਪਾਣੀ ਦੇ ਉੱਪਰ ਹੁੰਦੀ ਹੈ, ਚਾਹੇ ਲਹਿਰ ਪਾਣੀ ਨਹੀਂ, ਪਾਣੀ 'ਚੋਂ ਪੈਦਾ ਹੋਈ ਹੈ, ਪਾਣੀ 'ਚੋਂ ਪੈਦਾ ਹੁੰਦੀ ਹੈ ਲਹਿਰ। ਫਿਰ ਉੱਪਰ ਉਹ ਨਹੀਂ ਲਹਿਰ, ਉਹ ਥੱਲੇ ਹੁੰਦੀ ਹੈ। ਲਹਿਰ ਪਾਣੀ ਦੇ ਉੱਪਰ ਹੀ ਹੁੰਦੀ ਹੈ। ਔਰ ਜਿੱਥੇ ਤੱਕ ਪਾਣੀ ਹੈ ਉੱਥੇ ਤੱਕ ਇਹ ਲਹਿਰ ਹੈ। ਜਿੱਥੇ ਪਾਣੀ ਹਟ ਗਿਆ ਲਹਿਰ ਵੀ ਗਈ। ਜਿੰਨਾ ਚਿਰ ਪਾਣੀ ਹੈ ਚੱਲਦੀ ਹੈ, ਜੇ ਕਿਨਾਰਾ ਆਉਂਦਾ ਫਿਰ ਉਹ ਵੀ ਡੇ ਪੈਂਦੀ ਹੈ ਥੱਲੇ ਮੂੰਹ ਭਰਨ, ਫਿਰ ਵਾਪਸ ਪਿੱਛੇ ਨੂੰ ਆਉਂਦੀ ਹੈ। ਹਾਂ, ਜਾਸ ਪਾਏ ਭਇਓ ਸਭੈ ਜਗ, ਜਾਸ ਪਾਏ ਬਿਲਾਨ। ਜਾਸ ਪਾਏ ਭਇਓ ਸਭੈ ਜਗ, ਭਇਓ ਸਭੈ ਜਗ, ਜਿਹਦੇ ਹੁਕਮ ਨਾਲ ਸਾਰਾ ਜੱਗ ਪੈਦਾ ਹੋਇਆ। ਦੇਖੋ ਪਾਏ ਦਾ ਮਤਲਬ ਹੁਕਮ ਲਵਾਂਗੇ ਅਸੀਂ। ਜਾਸ ਪਾਏ ਭਇਓ ਸਭੈ ਜਗ, ਸਾਰਾ ਜੱਗ ਪੈਦਾ ਹੋਇਆ ਜਿਹਦੇ ਹੁਕਮ ਨਾਲ। ਜਾਸ ਪਾਏ ਬਿਲਾਨ, ਜਿਹਦੇ ਹੁਕਮ ਮੰਨ ਕੇ, ਹੁਕਮ ਨਾਲ ਸਾਰੇ ਵਿਨਾਸ਼ ਹੋ ਜਾਣ। ਬਿਲਾਨ, ਬਿਲਾਨ ਵੀ ਨਾਸ ਨੂੰ ਕਹਿੰਦੇ। ਆ ਜਿਹੜਾ ਸੰਸਾਰੀ ਨਾਸ ਹੈ, ਹਾਂ, ਬਿਲਾਨ ਅੱਡ ਅੱਡ ਬਿਨਸਦਾ ਕਾਹਨੂੰ ਹੈ? ਬਿਨਸਦਾ ਤਾਂ ਕੁਛ ਵੀ ਨਹੀਂ ਇੱਥੇ, ਵੱਖਰਾ ਵੱਖਰਾ ਹੋ ਜਾਂਦਾ, ਬਿਲਾਨ ਹੋ ਜਾਂਦਾ ਨਾ। ਮਾਇਆ, ਮਾਇਆ ਜਿਹੜੇ ਪਾਣੀ ਪਾਣੀ 'ਚ ਰਲ ਗਿਆ, ਮਿੱਟੀ ਮਿੱਟੀ 'ਚ ਰਲ ਗਈ, ਪਾਣੀ ਪਾਣੀ 'ਚ ਰਲ ਗਿਆ, ਇਹ ਬਿਲਾਨ ਹੈ ਜੱਗ ਦਾ। ਫੇਰ ਮਿਲਾਨ ਹੋ ਗਿਆ ਜਿੱਥੋਂ ਆਇਆ ਸੀ। ਵੀ ਮਿਲਾਨ, ਵੀ ਮਿਲਾਨ, ਵੀ ਮਿਲਾਨ, ਦੁਬਾਰਾ ਮਿਲ ਗਿਆ ਉਵੇਂ ਜਿਵੇਂ ਪੈਦਾ ਹੋਇਆ ਸੀ। ਜਿਹੜੀ ਚੀਜ਼ 'ਚੋਂ ਪੈਦਾ ਹੋਇਆ ਸੀ ਉੱਥੇ ਜਾ ਕੇ ਮਿਲ ਗਿਆ। ਮਾਟੀ ਮਾਟੀ ਹੋਈ ਇੱਕ, ਪਵਨਾ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਇੱਕ। ਇਹ ਬੇਮਿਲਾਨ ਹੈ। ਇੱਕ ਮਿਲਾਨ ਹੁੰਦਾ, ਪਹਿਲਾਂ ਮਿਲਾਨ ਹੋਇਆ ਸੀ ਜਾਂ ਮਿਲੇ ਸੀ, ਜਾਂ ਮਿਲਾਨ ਹੋਇਆ ਸੀ। ਹੁਣ ਬੇਮਿਲਾਨ ਹੋ ਗਿਆ। ਜਿੱਦਾਂ ਤਾਂ ਇਕੱਠੇ ਹੋਏ ਤਾਂ ਜ਼ਿਆਦਾ ਅੱਡ 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 ਹੋ ਗਏ, ਵਿਛੜ ਗਏ ਤੱਤ ਪੰਜੇ ਹੈ। ਇਹ ਬੇਮਿਲਾਨ ਹੈ। ਮਿਲਾਨ ਨਾਲ ਨੈਗੇਟਿਵ ਲੱਗ ਗਿਆ। ਬਾਬਾ ਨੈਗੇਟਿਵ ਲੱਗ ਗਿਆ, ਬਾਬੇ ਨੂੰ ਸਾਰੀ ਨੈਗੇਟਿਵ ਲੱਗ ਗਿਆ। ਤਾਹੇ ਤੈ ਅਵਿਚਾਰ ਜੜ, ਕਰਤਾਰ ਕਾਹੇ ਨਾ ਜਾਣ। ਉਸ ਨੂੰ ਹੈ ਜੜ ਮੂਰਖ, ਉਹ ਤੂੰ ਵਿਚਾਰਹੀਨ ਹੈ, ਉਹਨੂੰ ਕਾਹਦੇ ਨਹੀਂ ਕਰਤਾਰ ਮੰਨਦਾ? ਤੂੰ ਵਿਸ਼ਨੂੰ ਨੂੰ ਮੰਨੀ ਜਾਂਦਾ, ਰਾਮਚੰਦਰ ਨੂੰ ਮੰਨੀ ਜਾਂਦਾ, ਸ਼ਿਵ ਜੀ ਨੂੰ ਮੰਨੀ ਜਾਂਦਾ ਕਰਤਾਰ। ਕਿਹੜਾ ਗਰਾਊਂਡ ਕੀ ਹੈ, ਕਿਉਂ ਮੰਨਦਾ ਹੈ? ਤੇ ਕੋਈ ਡਿਸਕਸ ਕਰਕੇ ਲਿਆਏ ਨੇ ਸਭ ਕੁਝ, ਲੈ ਕੇ ਆਏ ਇੱਥੇ ਰਿਜ਼ਲਟ ਕੱਢੇ, ਸਾਰਾ ਸਾਰਾ ਕੁਝ ਡਿਸਕਸ ਕਰਕੇ ਲਿਆਂਦਾ। ਹੁਣ ਦੱਸ ਵੀ ਤੂੰ ਇਹਨੂੰ ਕਿਉਂ ਨਹੀਂ ਮੰਨਦਾ, ਉਹਨੂੰ ਕਿਉਂ ਮੰਨਦਾ? ਫਿਰ ਇੱਕ ਮਤ ਨਹੀਂ, ਸ਼ਿਵ ਜੀ ਵਾਲੇ ਨਹੀਂ ਮੰਨਦੇ ਵਿਸ਼ਨੂੰ ਨੂੰ, ਜਾਂ ਤਾਂ ਸਾਰੇ ਮੰਨ ਲੈਣ ਤਾਂ ਵੀ ਹੈ। ਕ੍ਰਿਸ਼ਨ ਵਾਲੇ ਰਾਮ ਨੂੰ ਨਹੀਂ ਮੰਨਦੇ, ਰਾਮ ਵਾਲੇ ਕ੍ਰਿਸ਼ਨ ਨੂੰ ਨਹੀਂ ਮੰਨਦੇ। ਉਹ ਤਾਂ ਦੋਏ ਵਿਸ਼ਨੂੰ ਦਾ ਅਵਤਾਰ ਨੇ। ਝੂਠ ਵਾਲੇ ਇੱਕ ਮਤ ਹੋ ਹੀ ਨਹੀਂ ਸਕਦੇ ਕਦੇ, ਉਹ ਨਹੀਂ ਇੱਕ ਮਤ ਹੋ ਸਕਦੇ। ਉਹ ਹਾਂ ਐਂ ਹੋ ਜਾਂਦੇ ਨੇ ਵੀ ਦੇਖੋ ਤੁਸੀਂ ਸਾਨੂੰ ਨਾ ਕੁਝ ਕਹੋ, ਅਸੀਂ ਤੁਹਾਨੂੰ ਨਹੀਂ ਕਹਿੰਦੇ। ਕਰਪਸ਼ਨ ਤੁਹਾਡੇ 'ਚ ਵੀ ਹੈ, ਕਰਪਸ਼ਨ ਸਾਡੇ 'ਚ ਵੀ ਹੈ। ਉਹ ਮਾੜਾ ਮੋਟਾ ਰੌਲਾ ਪਾ ਲਿਆ ਕਰੋ, ਬਹੁਤਾ ਹੱਦ ਤੋਂ ਜ਼ਿਆਦਾ ਰੌਲਾ ਨਾ ਪਾਇਆ ਕਰੋ। ਇੰਨਾ ਪਬਲਿਕ ਨੂੰ ਖੁਸ਼ ਵੀ ਰੱਖੋ ਵੀ ਪਬਲਿਕ ਐਂ ਨਾ ਕਹਿ ਦੇਵੇ ਸਾਰੇ ਵੀ ਰਲ ਗਏ। ਬਸ ਆਪਣੀ ਦੁਕਾਨਦਾਰੀ ਵੀ ਚਲਾਉਂਦੇ ਰਹੋ। ਤੁਹਾਡੇ ਮੰਦਰ ਅੱਡ ਨੇ, ਸਾਡੇ ਅੱਡ ਨੇ। ਇਹੋ ਜਿਹੀ ਗੱਲ ਨਾ ਕਹੋ ਜਿਹਦੇ ਨਾਲ ਦੋਹਾਂ ਨੂੰ ਨੁਕਸਾਨ ਹੋ ਜਾਏ, ਦੋਹਾਂ ਦੀ ਦੁਕਾਨਦਾਰੀ ਖੜ ਜਾਏ। ਇਹੋ ਜਿਹੀ ਗੱਲ ਨਾ ਕਰੋ। ਐਂ ਕਰ ਲੈਂਦੇ ਹੁੰਦੇ ਨੇ, ਸਮਝੌਤਾ ਹੈ। ਹਾਂਜੀ, ਨਰ ਹਰ ਜਾਨ ਕਾਹੇ ਨਾ ਲੇਤ। ਨਰ ਹਰੇ, ਨਰ ਹਰ, ਹਰ ਔਰ ਨਰ ਇਕੱਠੇ ਹੀ ਨੇ ਇਹ। ਜਾਨ ਕਾਹੇ ਨਾ ਲੇਤ, ਇਹ ਕਿਉਂ ਨਹੀਂ ਜਾਣ ਲੈਂਦਾ? ਤੂੰ ਸਮਝ ਲੈਂਦਾ ਕਿ ਕਰਤਾਰ ਉਹ ਹੈ। ਜਾਣ ਕਾਹੇ ਨਾ ਲੇਤ, ਤੂੰ ਜਾਣਨਾ ਹੈ ਕੁਛ, ਜਿਹੜੀ ਚੀਜ਼ ਜਾਣਨਾ ਹੈ ਕਿਉਂ ਨਹੀਂ ਜਾਣ ਰਿਹਾ? ਨਰ ਔਰ ਹਰ ਇਕੱਠੇ ਹੀ ਨੇ ਨਾ, ਨਰ ਨਾਰਾਇਣ ਦਾ ਅਵਤਾਰ ਹੈ। ਫਿਰ ਇਹ ਅੰਦਰ ਹਰ ਹੈ, ਬਾਹਰ ਨਰ ਹੈ, ਸਰੀਰ ਨਾਲ ਜੁੜਿਆ ਹੈ ਨਰ ਹੈ। ਪਹਿਲਾਂ ਦੇਖੋ ਨਰੇ ਕਿਹਾ ਹੋਇਆ ਇਹਨੂੰ, ਰੇ ਨਰ ਗਰਭ ਕੁੰਡਲ ਮੈਂ। ਗਰਭ ਕੁੰਡਲ ਦੇ ਵਿੱਚ ਸਰੀਰ ਕਰਕੇ ਹੀ ਸੀ ਨਾ। ਜਦ ਸਰੀਰ ਨਾਲ ਜੁੜਿਆ ਹੈ, ਸੰਬੋਧਨ ਉਹਨੂੰ ਹੈ ਜਿਹਦੇ ਕੋਲ ਮਨੁੱਖਾ ਸਰੀਰ ਹੈ। ਜਿਹਦੇ ਕੋਲ ਇਸਤਰੀ ਦਾ ਸਰੀਰ ਹੈ ਉਹਨੂੰ ਸੰਬੋਧਨ ਨਹੀਂ ਹੈ। ਗੱਲ ਸੰਬੋਧਨ ਨਹੀਂ ਹੈ ਉਹਨੂੰ। ਜੇ ਉਹਨੂੰ ਸੰਬੋਧਨ ਨਹੀਂ ਹੈ
ਸਾਰੀ ਗੁਰਬਾਣੀ ਇਹਨੂੰ ਸਮੋਧ ਹੈ ਬਹੁਤ ਸਾਰੀ। ਜਿਹੜੀ ਸੰਬੋਧਨ ਇਸਤਰੀ ਨੂੰ ਹੈ ਉਹ ਅਲੱਗ ਸ਼ਬਦ ਨੇ, ਉਹ ਹੋਰ ਤਰ੍ਹਾਂ ਦੇ ਸ਼ਬਦ ਨੇ। ਤਾਂ ਇਸਤਰੀ ਨੂੰ ਕਦੇ ਨਰਕ ਜਾਣ ਦੀ ਵੀ ਨਹੀਂ ਗੱਲ ਕਹੀ ਹੋਈ, ਨਰਕ ਵੀ ਇਸ ਨੂੰ ਕਿਹਾ ਹੋਇਆ। ਦੇਖੋ ਨਾ, ਜੇ ਇਹਨੂੰ ਵਡਿਆਈ ਹੈ, ਖਤਰਾ ਵੀ ਇਸ ਨੂੰ ਹੈ। ਇਸ ਪੌੜੀ ਤੇ ਜੋ ਨਰ ਚੁੱਕੇ ਹੈ, ਹਾਂ, ਆਏ ਜਾਏ ਦੁੱਖ ਪਾਏ, ਫਿਰ ਆਏ ਜਾਏ ਦੁੱਖ ਪਾਏਗਾ। ਇਹਦੀ ਡਿਊਟੀ ਕੁਛ ਹੋਰ ਹੈ, ਔਰਤ ਦੀ ਡਿਊਟੀ ਕੁਛ ਹੋਰ ਹੈ। ਇਹ ਆਪਣੀ ਡਿਊਟੀ ਨਹੀਂ ਜੇ ਕਰਦਾ, ਇਹ ਗਲਤ ਕਰਦਾ, ਇਹਦੀ ਸਜ਼ਾ ਅਲੱਗ ਹੈ, ਔਰਤ ਦੀ ਸਜ਼ਾ ਅਲੱਗ ਹੈ। ਉਹ ਹੈ ਗਦੀ ਉਤਰੇ ਪਰ ਭਾਰ ਸਾਹਿਬ ਚਾਰ, ਉਹਦੀ ਸਜ਼ਾ ਅੱਡ ਹੈ, ਇਹਦੀ ਸਜ਼ਾ ਅੱਡ ਹੈ। ਕੋਈ ਕੰਮ ਕਰਦਾ, ਇੱਕੋ ਹੀ ਕੰਮ ਕਰਦੇ ਨੇ। ਔਰਤ ਔਰਤ ਦੀ ਪੂਜਾ ਕਰਦੀ ਹੈ, ਔਰਤ ਆਦਮੀ ਦੀ ਪੂਜਾ ਕਰਦਾ, ਇਹ ਤਾਂ ਔਰਤ ਬਣ ਜਾਂਦਾ, ਉਹ ਗਧੀ ਬਣ ਜਾਂਦੀ ਹੈ। ਔਰਤ ਤੋਂ ਥੱਲੇ ਕਿੱਥੇ ਜਾਵੇ? ਹੁਣ ਅਲੱਗ ਅਲੱਗ ਹੈਗਾ, ਅਲੱਗ ਅਲੱਗ ਇਹਨਾਂ ਦੀ ਉਹ ਹੈ। ਜੇ ਆਦਮੀ ਖਾਤਰ ਹੈ ਪੰਕਤੀ, ਤਾਂ ਸਜ਼ਾ ਵੀ ਵੱਡੀ ਆਦਮੀ, ਖਤਰਾ ਵੀ ਆਦਮੀ ਵਾਸਤੇ ਹੀ ਹੈ, ਔਰਤ ਵਾਸਤੇ ਨਹੀਂ ਬਹੁਤਾ ਖਤਰਾ ਹੈ ਇੱਥੇ। ਉਹਨਾਂ ਖਤਰਾ ਨਹੀਂ ਔਰਤ ਵਾਸਤੇ। ਔਰਤ ਵਾਸਤੇ ਖਤਰਾ ਜਦ ਬਣਦਾ ਜਦ ਦੇਵੀ ਦੀ ਔਰਤ ਦੀ ਪੂਜਾ ਕਰਦੀ ਹੈ, ਫਿਰ ਖਤਰਾ ਬਣਦਾ। ਜਿਵੇਂ ਦੇਵੀਆਂ ਦੀ ਪੂਜਾ ਕਰਦੀਆਂ ਨੇ ਔਰਤਾਂ, ਅੱਗੇ ਨਹੀਂ ਸੀ ਕਰਨ ਦਿੰਦੇ, ਜਿਹੜੇ ਸਿਆਣੇ ਸੰਤ ਨੇ ਹੁਣ ਵੀ ਨਹੀਂ ਕਰਨ ਦਿੰਦੇ ਵੀ ਇਹ ਤੁਸੀਂ ਨਾ ਕੰਮ ਕਰੋ। ਹਾਂ, ਹਾਂਜੀ। ਤੈ ਭਰੋਸ ਪਰਿਓ ਪਸ਼ੂ ਜਿਹੇ ਮੋਹ ਬੱਧ ਅਚੇਤ। ਤੈ ਭਰੋਸ, ਤੇਰੇ ਭਰੋਸੇ। ਤੈ ਭਰੋਸ ਪਰਿਓ ਪਸ਼ੂ ਜਿਹੇ। ਹਾਂ, ਪਸ਼ੂ ਜਿਹੇ। ਇਹ ਕੀ ਹੈ? ਆ ਸਰੀਰ ਕੀ ਹੈ? ਦੇਖੋ ਇੱਥੇ ਸਰੀਰ ਨੂੰ ਪਸ਼ੂ ਕਹਿਤਾ। ਹੁਣ ਤੈਂ ਤਾਂ ਭਰੋਸਾ ਸਰੀਰ ਤੇ ਰੱਖਿਆ ਹੈ। ਤੈਂ ਭਰੋਸ ਪਰਿਓ ਪਸ਼ੂ ਜਿਹੇ, ਇਹਨੂੰ ਸੱਚ ਕਰਕੇ ਮੰਨੀ ਬੈਠੇ। ਇਹਦਾ ਪਸ਼ੂ ਹੈ ਸਰੀਰ ਤਾਂ। ਜੇ ਮੋਹ ਬੱਧ ਅਚੇਤ, ਇਹਦੇ ਮੋਹ ਦੇ ਵਿੱਚ ਫਸਿਆ ਹੈ ਤੂੰ, ਪਸ਼ੂ ਦੇ ਮੋਹ। ਤੈਨੂੰ ਪਸ਼ੂ ਤੇ ਭਰੋਸਾ ਹੈ, ਆਪਣੇ ਅੰਦਰਲੇ ਤੇ ਭਰੋਸਾ ਨਹੀਂ ਹੈ। ਸਰੀਰ ਤੇ ਭਰੋਸਾ ਹੈ ਬਈ ਮੈਂ ਐਂ ਕਰ ਸਕਦਾ, ਐਂ ਕਰ ਸਕਦੇ ਹਾਂ, ਸਰੀਰ ਨਾਲ ਐਂ ਕਰ ਸਕਦਾ। ਸਰੀਰ ਤੇ ਭਰੋਸਾ ਰੱਖ ਕੇ ਕਹਿਣਾ, ਜੋ ਵੀ ਕੰਮ ਕਰਦਾ ਸਰੀਰ ਤੇ ਭਰੋਸਾ ਰੱਖ ਕੇ ਹੀ ਕਰਦਾ ਨਾ। ਪਸ਼ੂ ਤੇ ਭਰੋਸਾ, ਤੈਨੂੰ ਆਦਮੀ ਤੇ ਤਾਂ ਭਰੋਸਾ ਹੀ ਨਹੀਂ ਹੈ। ਇਸ ਕਰਕੇ ਇਹਦਾ ਮੋਹ ਹੈ ਤੈਨੂੰ। ਜਿਹੜੀ ਚੀਜ਼ ਤੇ ਭਰੋਸਾ ਹੁੰਦਾ ਨਾ, ਉਹਦਾ ਮੋਹ ਵੀ ਹੁੰਦਾ। ਮੋਹ ਬੱਧ ਅਚੇਤ, ਵਧਿਆ ਹੋਇਆ ਅਚੇਤ ਹੈ। ਇਸੇ ਕਰਕੇ ਤੂੰ ਸੁੱਤਾ ਪਿਆ, ਇਸੇ ਕਰਕੇ ਸੁੱਤਾ ਪਿਆ। ਤੈਨੂੰ ਚੇਤਾ ਹੀ ਨਹੀਂ ਹੈ ਅਸਲ ਦੇ ਵਿੱਚ। ਤੂੰ, ਤੇਰਾ ਆਧਾਰ ਸਰੀਰ ਨਹੀਂ ਹੈ, ਤੂੰ ਇਹਦੇ ਆਸਰੇ ਨਹੀਂ ਹੈ। ਇਹ ਤਾਂ ਸੰਗਤ ਪੋਚ ਹੈ, ਸੰਗਤ ਪੋਚ। ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਪੰਤੀ। ਇਹ ਤਾਂ ਤੂੰ ਤਾਂ ਮਾਰਿਆ ਜਾਏਗਾ ਇੱਥੇ। ਹਾਂ, ਰਾਮ ਕ੍ਰਿਸ਼ਨ ਰਸੂਲ ਕੋ ਉਠ ਲੇਤ ਨਿਤ ਪ੍ਰਤੀ ਨਾਮ। ਰਾਮ ਰਸੂਲ ਕਿਉਂ ਕਹਿੰਦਾ? ਅਸਲ ਤੂੰ ਆਪਣੇ ਸਰੀਰ ਦੇ ਭਰੋਸਾ ਕਰਦਾ, ਇਸੇ ਕਰਕੇ ਉਹਨਾਂ ਦੇ ਸਰੀਰ ਤੇ ਭਰੋਸਾ ਕਰਦਾ, ਕਿਉਂਕਿ ਤੈਨੂੰ ਆਪਣੇ ਸਰੀਰ ਤੇ ਵਿਸ਼ਵਾਸ ਹੈ। ਇਸ ਕਰਕੇ ਉਹਨਾਂ ਦੇ ਵੀ ਸਰੀਰ ਤੇ ਵਿਸ਼ਵਾਸ ਹੈ। ਜਦ ਤੈਨੂੰ ਆਪਣੀ ਆਤਮਾ ਦਾ ਨਹੀਂ ਪਤਾ, ਉਹਨਾਂ ਦੀ ਆਤਮਾ ਦਾ ਕਿੱਥੋਂ ਪਤਾ ਲੱਗ ਜੂ? ਉਹਨਾਂ ਦੇ ਸਰੀਰ ਦਾ ਮੂਲ ਕੀ ਹੈ ਤੈਨੂੰ ਕਿਵੇਂ ਪਤਾ ਲੱਗੂ? ਤੇਰੇ ਸਰੀਰ ਦਾ ਮੂਲ ਕੀ ਹੈ ਤੈਨੂੰ ਉਹਦਾ ਨਹੀਂ ਪਤਾ। ਸਰੀਰ ਕਰਕੇ ਭਰੋਸਾ ਤੈਨੂੰ ਵੀ ਮੈਂ ਸਰੀਰ, ਸਰੀਰ ਮੰਨੀ ਬੈਠੇ। ਜੇ ਸਰੀਰ ਮੰਨੀ ਬੈਠਾ ਤੂੰ ਪਸ਼ੂ ਹੀ ਹੈ। ਫਿਰ ਉਹ ਹੈ ਨਾ ਪਸ਼ੂ ਮਰੇ ਦਸ ਕਾਸ ਬਾਰੇ ਆ ਗਿਆ ਨਾ ਇੱਥੇ। ਸਰੀਰ ਨੂੰ ਪਸ਼ੂ ਕਹਿਤਾ। ਪਸ਼ੂ ਮਰੇ ਦਸ ਕਾਸ ਬਾਰੇ ਦਾ ਮਤਲਬ ਸੀ ਸਰੀਰ ਦੇ ਮਰਨ ਦੀ ਗੱਲ। ਸਰੀਰ ਕਰਕੇ ਨਰੂ ਮਰੇ ਨਾਲ ਕਾਮ ਨਾ ਆਵੇ। ਜੇ ਮਨ ਮਰਦਾ ਕੀ ਕੰਮ ਹੋਣਾ ਸੀ? ਮਨ ਦੇ ਮਰਨਾ ਕੀ ਕੰਮ ਹੋਣਾ ਸੀ? ਮਨ ਮਰੇ ਦੀ ਤਾਂ ਕਦੇ ਕੋਈ ਸੇਵਾ ਵੀ ਨਹੀਂ ਜਲਿਆ ਕਿਸੇ ਨੇ, ਦੇਖਿਆ ਨਹੀਂ ਕਦੇ ਜਲਦਾ ਨਾ। ਕਿ ਇਹਨੂੰ ਪਤਾ ਲੱਗਿਆ ਮਰ ਗਿਆ। ਲੇਤ ਨਿਤ ਪ੍ਰਤੀ ਨਾਮ। ਤੂੰ ਨਿਤ ਪ੍ਰਤੀ ਉਹਦਾ ਹੀ ਉੱਠ ਕੇ ਨਾਮ ਲੈਣਾ। ਰਾਮ ਦਾ ਆ, ਕ੍ਰਿਸ਼ਨ ਦਾ, ਰਸੂਲ ਕੋ, ਰਸੂਲ ਦਾ ਆ ਲੈਂਦੇ ਨੇ ਨਾਮ। ਮੁਸਲਮਾਨ ਰਸੂਲ ਦਾ ਲੈ ਲੈਂਦੇ ਨੇ। ਮੁਸਲਮਾਨ ਵੀ ਸੀ ਉਦੋਂ
ਤੇ ਕੋ ਮੁਸਲਮਾਨਾਂ ਦੀ ਵੀ ਠੋਕੀ ਜਾਂਦੇ ਨੇ ਵਿੱਚ, ਤਾਂ ਹੀ ਇਕੱਠੇ ਹੋ ਗਏ ਨਾ, ਉਹ ਇਕੱਠੇ ਤਾਂ ਹੀ ਹੋ ਗਏ ਗੁਰੂ ਘਰ ਦੇ ਖਿਲਾਫ। ਆਹੋ, ਇਹ ਤਾਂ ਥੋੜਾ ਰਸੂਲ ਨੂੰ ਕਿਹੜਾ ਬਖਸ਼ਦੇ ਨੇ। ਜੇ ਹੁਣ ਤੁਸੀਂ ਇਹ ਪਾ ਦੋ ਕਿਤੇ, ਹੁਣ ਰੌਲਾ ਪੈ ਜਾ ਇੰਟਰਨੈਟ ਤੇ, ਹਾਂ ਹੁਣ ਪਿਕਚਰ ਪਾਈ ਹੋ ਸੀ, ਰੌਲਾ ਪਿਆ ਨਹੀਂ। ਕਹਾਂ ਵੇ ਅਬ ਜੀਤ ਜਗ ਮੈਂ, ਕਹਾਂ ਤਿਨ ਕੋ ਗਾਉ। ਕਿੱਥੇ ਨੇ ਹੁਣ ਸੰਸਾਰ 'ਚ ਉਹ ਭਾਈ ਕ੍ਰਿਸ਼ਨ ਔਰ ਰਸੂਲ ਔਰ ਰਾਮ? ਕਿੱਥੇ ਪਿੰਡ ਹੈ ਉਹਨਾਂ ਦਾ? ਦਿਖਾਓ ਕਿੱਥੇ। ਉਹ ਜਿਹੜਾ ਹੈ ਹੀ ਨਹੀਂ, ਕੋਈ ਥੋਂ ਥੇ ਨਹੀਂ, ਨਿਸ਼ਾਨ ਨਹੀਂ। ਐਵੇਂ ਹੀ ਤੁਸੀਂ ਖਾਮ ਖਾ ਸੁਪਨੇ ਦੀਆਂ ਗੱਲਾਂ ਕਰੀ ਜਾਂਦੇ ਹੋ। ਕੀ ਧਰਿਆ ਇਹਨਾਂ ਗੱਲਾਂ 'ਚ? ਕਿਤੇ ਹੈ ਸੰਸਾਰ 'ਚ ਉਹ? ਕਿਤੇ ਹੈ ਉਹਨਾਂ ਦਾ ਕੋਈ ਪਿੰਡ ਹੈ, ਕੋਈ ਘਰ-ਬਾਰ ਹੈ, ਕੋਈ ਨਿਸ਼ਾਨ ਹੈ? ਕਿਹੜੀ ਗੱਲ ਤੇ ਫਿਰ ਐਵੇਂ ਤੁਸੀਂ ਕੀ ਕਰੀ ਫਿਰਦੇ ਹੋ? ਸੋਰਠ ਤਾਸ ਕਿਉਂ ਨਾ ਪਛਾਣਹੀ, ਜੋ ਗੱਲਾਂ ਆਦ ਵਿੱਚ ਕਈਆਂ ਨੇ ਬਿਲਕੁਲ ਟੂਕ ਮਾਤਰ ਨੇ, ਛੋਟੀਆਂ ਜੀਆਂ। ਇਹ ਤਾਂ ਐਂ ਡਿਸਕਸ ਕਰਕੇ ਲਿਆਉਂਦੇ ਨੇ ਜਿਵੇਂ ਕੋਈ ਮੁਕੱਦਮਾ ਹੁੰਦਾ। ਪੂਰੀ ਦਲੀਲ ਨਾਲ ਲਿਆ ਕੇ ਉੱਥੇ ਫਿਰ ਕਹਿੰਦੇ ਹੁਣ ਦੱਸੋ ਤੁਸੀਂ। ਉੱਥੇ ਕੋਈ ਟੂਕ ਮਾਤਰ ਗੱਲ ਕੀਤੀ ਸੀ ਯਾਦ ਦੇ ਵਿੱਚ। ਹੁਣ ਦੱਸੋ ਇਹ ਵਿਚਾਰਾ ਪੰਡਤ ਲਿਖੂਗਾ ਇਹ ਗੱਲਾਂ ਜਾਂ ਮੁਸਲਮਾਨ ਲਿਖੂਗਾ? ਮੁਸਲਮਾਨ ਵੀ ਇਤਿਹਾਸਕਾਰ ਜਾਣ ਬੁੱਝ ਕੇ ਕਰਦੇ ਰਹੇ ਨੇ ਗੁਰੂ ਘਰ ਤੋਂ ਉਲਟ ਇਤਿਹਾਸ, ਜਿਹਨਾਂ ਗੱਲਾਂ ਨਾਲ ਜਾਣ। ਸਮਝਿਆ ਨਹੀਂ? ਇਹਨਾਂ ਨੂੰ ਦੂਜਿਆਂ ਨੇ ਤਾਂ ਕਰ ਲਈ ਜੀ। ਸੋਰਠ ਤਾਸ ਕਿਉਂ। ਐਸ ਪੰਕਤੀ ਦੇ ਅਰਥ ਨੂੰ ਠੀਕ ਕਰਨੇ ਪਏ। ਰਾਹ ਕੋਈ ਨਹੀਂ ਸੀ ਪੰਡਤ ਨਾਰਾਇਣ ਸਿੰਘ ਨੂੰ, ਰਾਹ ਕੋਈ ਨਹੀਂ ਛੱਡਿਆ। ਇਹ ਪੰਕਤੀਆਂ ਦੇ ਅਰਥ ਇਹੀ ਕਰਨੇ ਪਏ ਇਹਨੂੰ। ਇੱਥੇ ਤੋੜ ਮਰੋੜ ਨੂੰ ਗੁੰਜਾਇਸ਼ ਨਹੀਂ, ਗੁੰਜਾਇਸ਼ ਨਹੀਂ ਹੈ ਤੋੜ ਮਰੋੜ ਨੂੰ, ਸੀਗੀ ਇਹੀ ਕਰਨੇ ਪਏ ਅਰਥ। ਹਾਂਜੀ, ਸੋਰਠ ਤਾਸ ਕਿਉਂ ਨਾ ਪਛਾਣਹੀ, ਜੋ ਹੋਏ ਹੈ ਅਬ ਹੈ। ਉਹਨੂੰ ਕਿਉਂ ਨਹੀਂ ਪਛਾਣਦਾ? ਜਿਹੜਾ ਹੋਏ, ਜਿਹੜਾ ਹੁੰਦਾ ਹੀ ਹੈ, ਹਮੇਸ਼ਾ ਹੁੰਦਾ ਹੀ ਆਇਆ ਹੈ, ਅਬ ਹੈ। ਹੁਣ ਵੀ ਹੈਗਾ। ਹੁਣ ਤੇ ਜਿਹੜਾ ਹੁੰਦਾ ਆਇਆ ਔਰ ਹੁਣ ਹੈ, ਉਹਨੂੰ ਕਿਉਂ ਨਹੀਂ ਪਛਾਣਦਾ? ਓਮਕਾਰ ਮੰਨਦਾ ਨਾ, ਓਮ ਨੂੰ ਮੰਨਦਾ ਨਾ ਹਿੰਦੂ, ਉਹਨੂੰ ਕਿਉਂ ਭੁੱਲ ਗਿਆ ਤੂੰ? ਉਹਨੂੰ ਕਦੇ ਨਹੀਂ ਮੰਨਦਾ, ਕਿਉਂਕਿ ਇਹਨੇ ਪੰਡਤ ਨੇ ਬਾਟ ਪਾੜੀ ਹੈ ਨਾ। ਉਹ ਬਾਟ ਪਾੜੀ ਵਾਲੇ ਤੇ ਜਿਹਨੇ ਬਾਟ ਪਾੜੀ ਹੈ ਪੰਡਤ, ਤੇ ਉਹ ਤੇ ਸੂਈ ਰੱਖੀ ਹੋਈ ਹੈ। ਉਹਨਾਂ ਨੇ ਅੱਲਾ ਛੱਡ ਕੇ ਮੁਹੰਮਦ ਫੜਿਆ, ਉਹਨਾਂ ਅੱਲਾ ਛੱਡ ਕੇ ਮੁਹੰਮਦ ਫੜ ਲਿਆ, ਕਲਮਾ ਬਦਲ ਲਿਆ ਉਹਨਾਂ ਨੇ, ਉੱਥੇ ਰੱਖੀ ਹੈ ਸੂਈ। ਦੱਸੋ ਕਿਉਂ ਨਹੀਂ ਪਛਾਣਦਾ? ਹਾਂ, ਨੇਫਲ ਕਾਹੇ ਭਜਤ ਪਾਹਣ, ਤੋਏ ਕਛੂ ਫਲਦਾ। ਉਹ ਜਿਹੜੇ ਜਿੱਥੇ ਕੋਈ ਫੜੇ ਨਹੀਂ ਮਿਲਣਾ, ਨੇ ਫੜ ਹੈ ਪੱਥਰ, ਉਹਦੇ ਨਾਲ ਜੁੜਿਆ ਹੋਇਆ ਤੂੰ। ਭਜਦਾ ਮਤਲਬ ਜੁੜਨਾ, ਭਜਤ ਪਾਹਣ, ਪੱਥਰ ਨਾਲ ਜੁੜਿਆ ਬੈਠੇ ਤੂੰ। ਤੋਹੇ ਕਛੂ ਫਲਦਾ। ਇਹ ਕੋਈ ਫਲ ਦੇ ਦੂਗਾ ਤੈਨੂੰ? ਪੱਥਰ ਕਿਸੇ ਨੂੰ ਦਿੱਤਾ ਹੈ ਫਲ? ਪਰ ਇਹਨਾਂ ਨੇ ਤਾਂ ਕਹਾਣੀ ਬਣਾਈ ਹੋਈ ਆ ਵੀ ਉੱਥੋਂ ਜੀ ਨਾਮਦੇਵ ਨੂੰ ਉਹ ਮਿਲ ਗਿਆ, ਫਲਾਨਾ ਮਿਲ ਗਿਆ, ਟਿਮਕਾ ਮਿਲ ਗਿਆ। ਹਾਂ, ਸਾਖੀ ਬਣਾ ਲਈ। ਆ ਕੀ ਕਿਹਾ? ਕਹਿੰਦੇ ਕੋਈ ਨਹੀਂ ਫੜ ਦਿੰਦਾ। ਔਰ ਸਾਡੇ ਵੀ ਕਹਿੰਦੇ ਨੇ, ਉਹਨੇ ਕਹਿ ਨਹੀਂ ਦਿੱਤਾ ਮੈਨੂੰ, ਬਲਜੀਤ ਸਿੰਘ ਨੇ ਕਹਿੰਦਾ ਹਾਂ ਪੱਥਰ ਜੇ ਸ਼ਰਧਾ ਹੋਵੇ ਪੱਥਰ ਚੋਂ ਮਿਲ ਜਾਂਦਾ। ਲਓ, ਉਹ ਤਾਂ ਹੀ ਹੈ ਗੁਰਬਾਣੀ ਤੋਂ ਮਿਸ਼ਨਰੀ ਜਿਹੜੇ ਤਾਂ ਹੀ ਭੱਜੇ ਹੋਏ ਨੇ। ਉਹ ਤਾਂ ਮੰਨਦੇ ਨੇ ਵੀ ਪੱਥਰ 'ਚ ਮਿਲ ਜਾਂਦਾ। ਇੱਥੇ ਦੱਸੋ ਕੀ ਕਰੋਗੇ ਤੁਸੀਂ? ਸਿੱਧਾ ਹੀ ਲਿਖਿਆ ਹੋਇਆ ਤਾਂ, ਕਾਹੇ ਕੋ ਪਾਹਨ ਪੂਜਦਾ ਪਸ਼ੂ ਪਾਹਨ ਮੈਂ ਪਰਮੇਸ਼ਰ ਨਹੀਂ। ਇਹ ਕਹਿੰਦੇ ਜਰੇ ਜਰੇ 'ਚ। ਵਾਹ ਬਈ ਵਾਹ, ਹੋਰ ਕੋਈ ਧਰਮ ਕਹਿੰਦਾ ਹੋਊ ਜਰੇ ਜਰੇ 'ਚ, ਗੁਰਬਾਣੀ ਨਹੀਂ ਕਹਿ ਸਕਦੀ ਕਦੇ ਵੀ। ਜੜ ਹੈ ਫਿਰ ਤਾਂ ਉਹ ਜੜ ਦੇ ਨਾਲ ਨਹੀਂ, ਉਹ ਤਾਂ ਵੈਸੇ ਮਾਇਆ 'ਚ ਲਿਪਤ ਹੁੰਦਾ ਹੀ ਨਹੀਂ। ਆਤਮਾ ਵੀ ਮਾਇਆ ਜੀ ਲਿਪਤ ਹੁੰਦੀ ਹੈ, ਉਹ ਕੱਲਾ ਪੱਥਰ ਨਹੀਂ ਹੈ। ਕੱਲਾ ਪੱਥਰ ਤਾਂ ਮਿੱਟੀ ਹੈ, ਉਹ ਪੱਥਰ ਦੇ ਵਿੱਚ ਨਹੀਂ ਹੁੰਦਾ ਪਾਣੀ। ਜਿੱਥੇ ਪਾਣੀ, ਮਿੱਟੀ, ਅੱਗ ਇਕੱਠੇ ਨੇ ਨਾ। ਦਰਖਤ ਹੈ, ਉਹ 'ਚ ਮਿੱਟੀ ਵੀ ਹੈ, ਜਾਂ ਸਾੜਦੇ ਮਿੱਟੀ ਨਹੀਂ ਹੁੰਦੀ, ਉਹ 'ਚ ਸੁਆਹ ਵੱਜਦੀ ਹੈ। ਪਾਣੀ ਵੀ ਹੈਗਾ ਦਰਖਤ ਦੇ ਵਿੱਚ, ਤੇ ਗਰਮਾਈ ਵੀ ਹੈ ਦਰਖਤ ਦੇ ਵਿੱਚ, ਅੱਗ ਵੀ ਹੈਗੀ। ਅੱਗ ਜਲਦੀ ਹੋਈ ਹੈ ਜਾਂ ਦਰਖਤ ਆਪਾਂ ਬਨਸਪਤ ਸਗਲ ਬਨਸਪਤ ਮੈਂ ਬੈਸੰਤਰ, ਤੇ ਆਤਮਾ ਵੀ ਹੈਗੀ ਹੈ।
ਜੇ ਆਤਮਾ ਹੈਗੀ ਹੈ ਤਾਂ ਹੀ ਥੱਲਿਓਂ ਪਾਣੀ ਖਿੱਚ ਕੇ ਉੱਤੇ ਚਲਾ ਜਾਂਦਾ ਪੱਤਿਆਂ ਤੱਕ। ਪੰਜੇ ਤੱਤ ਇਕੱਠੇ ਨੇ, ਜੋਤ ਵਿੱਚ ਹੈ। ਜੋਤ ਵਿੱਚ ਆ, ਪੰਜੇ ਤੱਤ ਨੇ। ਉਹ ਪੱਥਰ ਦਾ ਇੱਕੋ ਹੀ ਤੱਤ ਹੈ, ਫਿਰ ਉਹ ਮਿੱਟੀ ਹੋਰ ਤਾਂ ਉੱਥੇ ਕੋਈ ਹੈ ਨਹੀਂ। ਹਾਂ, ਪੱਥਰ ਦੇ ਵਿੱਚ ਖਾਲੀ ਜਗ੍ਹਾ ਹੁੰਦੀ ਹੈ, ਉੱਥੇ ਜੀ ਪੈਦਾ ਹੋ ਜਾਂਦਾ, ਉਹ ਰਿਜਕ ਹੁੰਦਾ ਵਿੱਚ ਉੱਥੇ ਕੁਝ ਜਗ੍ਹਾ ਦੇ। ਉਨੀ ਜਗ੍ਹਾ 'ਚ ਪੱਥਰ ਵੀ ਨਹੀਂ ਹੁੰਦਾ, ਉਨੀ ਜਗ੍ਹਾ 'ਚ ਨਹੀਂ ਪੱਥਰ ਹੁੰਦਾ। ਹਾਂ, ਤਾਸ ਸੇਵ ਹੋ ਜਾਸ ਸੇਵਤ ਹੋ ਹੈ ਪੂਰਨ ਕਾਮ। ਉਹਨੂੰ ਸੇਵਾ ਜਿਹਦੇ ਸੇਵਨ ਨਾਲ ਪੂਰੇ ਕੰਮ ਹੋਣ। ਸੇਵਾ ਉਹਦੀ ਕਰੋ ਜਿਹਦੇ ਦੇਖੋ ਨਾ, ਤੁਸੀਂ ਪੱਥਰ ਦੀ ਸੇਵਾ ਕਰਦੇ ਹੋ, ਜਿਹਦੀ ਸੇਵਾ ਨਾਲ ਕੰਮ ਪੂਰੇ ਨਹੀਂ ਹੋਣੇ ਉਹਦੀ ਸੇਵਾ ਨਹੀਂ ਕਰਨੀ ਚਾਹੀਦੀ। ਜੇ ਹੁਣ ਸਾਡੀ ਜਿਹੜੀ ਸੇਵਾ ਲਫ਼ਜ਼ ਹੈ, ਸਾਡੇ ਸੇਵਾ ਦਾ ਮਤਲਬ ਸ਼ਬਦ ਵਿਚਾਰ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ। ਜੇ ਦਾ ਗੁਰੂ ਗ੍ਰੰਥ ਸਾਹਿਬ ਦੀ ਸਿਰਫ ਸੇਵਾ ਅਸੀਂ ਕਰਦੇ ਹਾਂ ਇੱਕ ਬੀੜ ਦੇ ਤੌਰ ਤੇ, ਪੋਥੀ ਦੇ ਤੌਰ ਤੇ, ਫਿਰ ਇਹ ਨਹੀਂ ਫੜਾ, ਫਿਰ ਮੂਰਤੀ ਪੂਜਾ ਇਹ ਕੁਛ ਨਹੀਂ ਹੈ। ਜੇ ਉਹਦੀ ਸ਼ਬਦ ਵਿਚਾਰ ਕਰਦੇ ਆ ਫਿਰ ਉੱਥੋਂ ਫਲ ਮਿਲੂਗਾ। ਜੇ ਦੂਜਾ ਫਲ ਮਿਲਦਾ ਤਾਂ ਉੱਥੇ ਮਿਲ ਜਾਂਦਾ ਸਾਰਿਆਂ ਨੂੰ ਜਿਹੜੇ ਸੇਵਾ ਕਰਦੇ ਨੇ। ਰੋਜ਼ ਪ੍ਰਕਾਸ਼ ਕਰਦੇ ਨੇ, ਜਿਨ੍ਹਾਂ ਦੇ ਘਰਾਂ 'ਚ ਕਈ ਪੀੜ੍ਹੀਆਂ ਕਰਦੇ ਰਹੇ ਨੇ, ਉਹਨਾਂ ਨੂੰ ਕੁਛ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਸ਼ਬਦ ਵਿਚਾਰ ਨਹੀਂ ਕੀਤੀ ਉਹਨਾਂ ਨੇ। ਜਿੰਨਾ ਕੁ ਸ਼ਬਦ ਵਿਚਾਰ ਕੀਤਾ ਉਹ ਓਨਾ ਕੁ ਮਿਲ ਗਿਆ। ਜੇ ਕਿਸੇ ਨੇ ਜਿੰਨਾ ਕੀਤਾ ਉਹਨਾਂ ਕੁ ਨੂੰ ਮਿਲ ਵੀ ਗਿਆ। ਗਿਆਨ ਹੀ ਮਿਲਣਾ ਸੀ ਉੱਥੋਂ, ਉਹਨੇ ਹੀ ਸੋਝੀ ਉਹਨੂੰ ਮਿਲ ਗਈ ਜਿੰਨੀ ਕੀਤੀ। ਪਰ ਜਿਹਨੇ ਸ਼ਬਦ ਵਿਚਾਰ ਬਿਲਕੁਲ ਨਹੀਂ ਕੀਤਾ, ਹੈਗੇ ਨੇ ਹੋਰ ਸ੍ਰੀ ਚੰਦ ਵਾਲੇ ਕੋ ਪਏ ਨੇ, ਕਿੰਨੇ ਗੁਰੂ ਗ੍ਰੰਥ ਸਾਹਿਬ ਪਏ ਨੇ ਬਾਹਰ, ਮੁਸਲਮਾਨਾਂ ਕੋ ਵੀ ਪਏ ਨੇ। ਉਹਨਾਂ ਨੂੰ ਜਿਹਨੇ ਨਹੀਂ ਕੀਤਾ ਸ਼ਬਦ ਵਿਚਾਰ, ਉਹਨੂੰ ਨਹੀਂ ਕੁਛ ਮਿਲਿਆ। ਉਹ ਮੂਰਤੀ ਪੂਜਾ ਵਾਲੀ ਉਹ ਗੱਲ ਹੈ। ਉਹਦੇ ਲੋਕ ਏਸੀ ਲਾਉਂਦੇ ਨੇ ਮੂਰਤੀ ਪੂਜਾ। ਉਹਨਾਂ ਨੇ ਜਾਣ ਕੇ ਬਣਾਤੀ ਮੂਰਤੀ ਪੂਜਾ। ਉਹ ਮੂਰਤੀ ਪੂਜਾ ਬਣਾਉਣੇ ਆਏ ਸੀ ਸਿੱਖੋ ਬਣੇ ਤੇ, ਬਹੁਤ ਸ਼ਰਾਰਤੀ ਨੇ, ਹੁਣ ਵੀ ਕਰ ਰਹੇ ਨੇ ਨਵੀਆਂ ਗੱਲਾਂ। ਆ ਪ੍ਰਭਾਤ ਫੇਰੀਆਂ ਕੀ ਨੇ? ਸਿੱਖੀ ਦਾ ਮਤਲਬ ਹੈ ਪ੍ਰਭਾਤ ਫੇਰੀਆਂ। ਕਰਦੇ ਕੌਣ ਨੇ? ਸ਼ੁਰੂ ਕਿਹਨੇ ਕੀਤੀਆਂ ਨੇ? ਇਹ ਤਾਂ ਹੁਣੇ ਹੋਈਆਂ ਨੇ ਸ਼ੁਰੂ, ਸਭ ਪਤਾ ਲੱਗ ਜੂਗਾ। ਇਹ ਸਭ ਹਿੰਦੂ ਨੇ, ਕੁਛ ਬੈਠੀਆਂ ਨੇ ਸਿੱਖੀ 'ਚ। ਪਿੰਡ ਵਜੇ ਹੋਇਆ ਜੀ। ਹਾਂ, ਪਿੰਡਾਂ 'ਚ ਨਹੀਂ ਇਹ ਗੱਲਾਂ। ਇਹ ਤਾਂ ਪਾਕਿਸਤਾਨ 'ਚ ਆਉਣ ਤੋਂ ਬਾਅਦ ਇਹ ਹੋਇਆ ਕੰਮ, ਪਹਿਲਾਂ ਤਾਂ ਹੈ ਨਹੀਂ ਸੀ ਇਹ। ਉਹ ਮਨਸਾ ਸਗਲ ਪੂਰਨ ਲੈਤ ਜਾ ਕੋ ਨਾਮ। ਹੋਤ ਮਨਸਾ ਸਗਲ ਪੂਰਨ ਲੈਤ ਜਾ ਕੋ ਨਾਮ। ਜਿਹਦਾ ਨਾਮ ਲੈਣ ਨਾਲ, ਜਿਹਦਾ ਗਿਆਨ ਪ੍ਰਾਪਤ ਕਰਨ ਨਾਲ ਮਨਸਾ ਪੂਰੀ ਹੋ ਜਾਂਦੀ ਹੈ, ਉਹਦੀ ਸੇਵਾ ਕਰੋ। ਜੇ ਉਹਦਾ ਗਿਆਨ ਲੈ, ਹੁਣ ਪੱਥਰ ਦਾ ਗਿਆਨ ਲੈ ਲਓ, ਮੂਰਤੀ ਦਾ, ਉਹ ਚਲੇ ਜਾਓ ਉੱਥੇ ਜਿੱਥੇ ਮੂਰਤੀ ਬਣ ਕੇ ਆਈ ਹੈ। ਪਹਿਲਾਂ ਪੱਥਰ ਲਿਆਇਆ, ਫਿਰ ਉਹਨੇ ਘੜੀ ਹੈ, ਘੜ ਦਾ ਗਿਆਨ ਲੈ ਲਓ, ਤੁਸੀਂ ਘੜ ਲਓਗੇ, ਬਣਾ ਲਓਗੇ। ਕੀ ਇਹਦੇ ਨਾਲ ਮਨਸਾ ਪੂਰੀ ਹੋ ਜਾਊ? ਉਹ ਜਿਹਨੇ ਮੂਰਤੀ ਬਣਾਈ ਹੈ ਉਹਦੀ ਪੂਰੀ ਹੋ ਜਾਂਦੀ। ਜਿਹਨੇ ਬਣਾਈ ਹੈ ਉਹਨੂੰ ਤਾਂ ਗਿਆਨ ਹੈ ਉਹਦਾ। ਉਹਨੇ ਤਾਂ ਪਹਿਲਾਂ ਪੱਥਰ ਦੇਖ ਲਈ, ਨਕਸ਼ਾ ਬਣਾ ਲਿਆ ਵੀ ਮੈਂ ਤੇ ਐਂ ਬਣਾਊਂਗਾ, ਉਹਦੀ ਪੂਰੀ ਹੋ ਗਈ। ਕਬੀਰ ਦਾ ਸਗੋਂ ਕਹਿੰਦਾ ਜੇ ਮੂਰਤ ਸੱਚੀ ਹੈ ਤਾਂ ਘੜ ਨਾ ਹਾਰੇ ਖਾਓ। ਜਿਹਨੇ ਘੜੀ ਉਹਨੂੰ ਖਾਂਦੀ ਪਹਿਲਾਂ। ਪਖਾਣ ਕੱਢ ਕੇ ਮੂਰਤ ਕੀ ਨਹੀਂ, ਪਖਾਣ ਨੂੰ ਪੱਥਰ ਨੂੰ ਘੜਿਆ ਸਲਾਹ ਨੂੰ ਪਹਿਲਾਂ ਦੇ ਕੇ ਛਾਤੀ ਤੇ ਪੈਰ ਰੱਖ ਕੇ। ਸਭ ਕੁਝ ਜਾਣਦੇ ਹੋਏ ਵੀ ਜੇ ਕੋਈ ਪਾਗਲ ਹੋਣਾ ਚਾਹੇ ਉਹਦਾ ਕੋਈ ਇਲਾਜ ਨਹੀਂ। ਜਾਣਦੇ ਹੋਏ ਸਿੱਖ ਪਾਗਲ ਹੋਏ ਹੋਏ ਨੇ। ਹੁਣ ਅਸਲ ਸਿੱਖ ਹੈ ਹੀ ਨਹੀਂ, ਹਿੰਦੂ ਸੀ। ਹਿੰਦੂਆਂ ਜਿਵੇਂ ਸਿੱਖਾਂ 'ਚ ਆ ਗਏ। ਹੁਣ ਬਹਾਨਾ ਬਣਾ ਕੇ ਇਹਨਾਂ ਨੇ ਇਹਦੀ ਮੂਰਤੀ ਬਣਾ ਲਈ। ਮੂਰਤੀ ਪੂਜਕ ਤਾਂ ਸੀ ਪਹਿਲਾਂ ਤਾਂ ਹੀ। ਇਹ ਕੋਈ ਬਹਾਨਾ ਕਿਵੇਂ ਬਣਾ ਕੇ ਮੂਰਤੀ ਬਣਾ ਲਈ? ਕਿਤੋਂ ਨਾ ਕਿਤੇ ਉਹਨਾਂ ਨੂੰ ਚਾਹੀਦਾ ਸੀ ਕੋਈ ਕਮਜ਼ੋਰੀ, ਕੋਈ ਅਰਥ ਬਦਲ ਕੇ ਵੀ ਕਿਵੇਂ ਅਸੀਂ ਮੂਰਤੀ ਬਣਾ ਲਈਏ। ਜਿਹੜੇ ਆਦਮੀ ਦੀ ਨੀਅਤ ਹੋਵੇ ਖੜ 'ਚ ਡਿੱਗਣ ਦੀ, ਪਹਾੜ 'ਤੇ ਚੜ੍ਹਦੇ ਦੀ, ਉੱਥੇ ਤਾਂ ਚਾਂਸ, ਉੱਥੇ ਤਾਂ ਚੰਗਾ ਭਲਾ ਜੇ ਵੱਜਦਾ ਡਿੱਗ ਪੈਂਦਾ। ਉਹ ਤਾਂ ਰਸਤਾ ਹੈ ਜਿਹਾ, ਉੱਥੇ ਤਾਂ ਜਿਹੜਾ ਸੰਭਲ ਕੇ ਚੱਲੇ ਉਹਦਾ ਡਿੱਗ ਜਾਣ ਦਾ ਖਤਰਾ ਹੈ। ਜਿਹਦੀ ਨੀਅਤ ਹੈ ਡਿੱਗਣ ਦੀ ਹੋਵੇ ਉਹਨੂੰ ਕੌਣ ਬਚਾਊ? ਇਹਨਾਂ ਦੀ ਨੀਅਤ ਹੈ ਡਿੱਗਣ ਦੀ ਸੀ, ਨੀਅਤ ਡਿੱਗਣ ਦੀ ਸੀ। ਰਿਪੇ ਵਿਸ਼ਨ ਪਦ ਰਾਮ ਕਲੀ ਤਉ ਪ੍ਰਸਾਦ, ਇਹ ਬਿਦ ਕੀਨੀ ਜਬੈ ਵਡਾਈ। ਰੀਜੇ ਦੇਵ ਦਿਆਲ ਤੇ ਉੱਪਰ
ਪੂਰਨ ਪੁਰਖ ਸਦਾਈ। ਸਦਾ ਹੀ ਜਿਹੜੇ ਪੂਰਨ ਪੁਰਖ ਰਹਿੰਦੇ ਨੇ, ਜਦੋਂ ਐਸੀ ਵਡਿਆਈ ਉਹਦੀ ਕੀਤੀ ਪਾਰਸਨਾਥ ਨੇ ਤਾਂ ਖੁਸ਼ ਹੋ ਗਏ, ਪ੍ਰਸੰਨ ਹੋ ਗਏ, ਰੀਝੇ। ਦੇਵ ਦਿਆਲ ਤੇ ਹੋ। ਦੇਵ ਦਿਆਲ ਹੋ ਕੇ ਉਹਦੇ ਤੇ ਰੀਝਿਆ, ਖੁਸ਼ ਹੋਇਆ ਇਹ ਵਡਿਆਈ ਸੁਣ ਕੇ। ਪੂਰਨ ਪੁਰਖ ਸਦਾਈ। ਜਿਹੜਾ ਸਦਾ ਹੀ ਪੂਰਨ ਪੁਰਖ ਰਹਿੰਦਾ, ਸਦਾਈ ਦਾ ਮਤਲਬ ਇਹ ਨਹੀਂ ਹੈਗਾ ਪਾਗਲ ਨਹੀਂ, ਸਦਾਈ ਤੇ ਸਦਾਈ। ਸਦਾ ਹੀ ਜਿਹੜਾ ਰਹਿੰਦਾ ਹੈ। ਮੈਂ ਸਦਾ ਹੀ ਤਾਂ ਹੀ ਪਹਿਲਾਂ ਪੜ੍ਹਿਆ ਸੀ। ਪਦ ਛੇਦ ਵੀ ਆਹੋ, ਸਦਾ ਹੀ ਮੈਂ ਤਾਂ ਹੀ ਪਹਿਲਾਂ ਪੜ੍ਹ ਲਿਆ ਵੀ ਸਦਾ ਤੇ ਹੀ ਜਿਹੜਾ ਰਹਿੰਦਾ ਹੈ। ਸਦਾ ਹੀ ਪਿੱਛੋਂ ਤਾਂ ਹੀ ਨਹੀਂ ਸੀ ਲਾਇਆ, ਪਿੱਛੋਂ ਸਦਾ ਹੀ ਬਣ ਜਾਂਦਾ। ਸਦਾ ਹੀ ਜਿਹੜਾ ਰਹਿੰਦਾ ਹੈ ਪੂਰਨ ਪੁਰਖ, ਉਹ ਰਿਜਿਆ, ਖੁਸ਼ ਹੋ ਗਿਆ, ਖੁਸ਼ ਹੋ ਗਿਆ। ਆਪਨ ਮਿਲੇ ਦੇਵ ਦਰਸ਼ਨ ਭਇਓ, ਸਿੰਘ ਕਰੀ ਅਸਵਾਰੀ। ਆਪਨ ਦੇਵ ਮਿਲੇ, ਆ ਦੇਵ ਹੈ ਮਿਲਿਆ। ਆਪਨ ਮਿਲੇ ਦੇਵ ਦਰਸ਼ਨ ਭਇਓ। ਅਸਲ ਚ ਆਤਮਾ ਹੀ ਇੱਕ ਹੋਈ ਆ, ਅੰਤਰ ਮੂਲ ਨਾਲੇ ਮਿਲਿਆ। ਦੇਵ ਅੰਤਰ ਦੇਵ ਨਾ ਜਾਣੇ ਅੰਦ, ਆਪਣੇ ਅੰਦਰ ਹੀ ਮਿਲਿਆ, ਇੱਕ ਹੋ ਗਿਆ। ਅਸਲ ਚ ਕੁਝ ਪਲੈਨਿੰਗ ਸੀ ਵੀ ਇਹ ਕੀਤਾ ਜਾਵੇ, ਹੌਸਲਾ ਨਹੀਂ ਸੀ ਪੈਂਦਾ, ਬਹੁਤ ਬੜਾ ਸੀ ਇਹ। ਇਹਨੇ ਰਾਜਿਆਂ ਦੇ ਨਾਲ ਮੱਥਾ ਲਾਉਣਾ, ਸਾਰੇ ਸੰਸਾਰ ਨਾਲ ਮੱਥਾ ਲਾਉਣਾ, ਤਲਵਾਰ ਨਾਲ ਜਿੱਤ ਕੇ ਮੈਂ ਆਹ ਧਰਮ ਚਲਾਉਣਾ ਆਪਣੀ ਮਰਜ਼ੀ ਦਾ। ਇੱਥੇ ਵੀ ਆਪਣੀ ਮਰਜ਼ੀ ਹੈ ਜੋ ਚੱਲਦੀ ਹੈ, ਤਾਂ ਪ੍ਰੋਬਲਮ ਆਈ ਸੀ। ਪਰ ਭਾਵਨਾ ਮਾੜੀ ਨਹੀਂ ਸੀ, ਭਾਵਨਾ ਮਾੜੀ ਨਹੀਂ ਸੀ। ਮਰਜ਼ੀ ਜ਼ਰੂਰ ਆਪਣੀ ਦੀ ਗੱਲ ਹੈ। ਅਜੋ ਭਾਵਨਾ ਚੰਗੀ ਹੋਵੇ ਤਾਂ ਵੀ ਮਰਜ਼ੀ ਆਪਣੀ ਨਹੀਂ ਚਾਹੀਦੀ, ਕਿ ਫਿਰ ਹੁਕਮ ਨੂੰ ਵਿੱਚੋਂ ਕੈਂਸਲ ਕਰਤਾ, ਉਹਦੀ ਸ਼ਕਤੀ ਨੂੰ ਨਜ਼ਰਅੰਦਾਜ਼ ਕਰਤਾ। ਮੈਨੂੰ ਇਹ ਸ਼ਕਤੀ ਦੇ, ਮੈਂ ਆਪਣੀ ਮਰਜ਼ੀ ਕਰ ਸਕਾਂ। ਇੱਥੇ ਇੰਨਾ ਕੁ ਫਰਕ ਹੈ। ਇੱਥੇ ਆਪਨ ਮਿਲੇ ਦੇਵ ਦਰਸ਼ਨ ਭਇਓ, ਸਿੰਘ ਕਰੀ ਅਸਵਾਰੀ। ਆਪਣਾ ਹੀ ਦੇਵ ਅੰਦਰੋਂ ਮਿਲਿਆ, ਦਰਸ਼ਨ ਭਇਓ, ਬਸ ਦਰਸ਼ਨ ਹੋਇਆ, ਆਤਮ ਦਰਸ਼ਨ ਹੋਇਆ, ਇੱਕ ਹੋਇਆ, ਸਿੰਘ ਕਰੀ ਅਸਵਾਰੀ। ਨਿਰਭੈ ਪਦ ਪ੍ਰਾਪਤ ਹੋਇਆ। ਫਿਰ ਕਿਹਾ ਵੀ ਨਹੀਂ, ਦਿਲ ਮਜ਼ਬੂਤ ਵੀ ਨਹੀਂ, ਠੀਕ ਹੈ ਕਰਾਂਗੇ, ਦੇਖੀ ਜਾਓ ਜਿਹੜਾ ਕੁਛ ਚਰਚਾ ਕਰਾਂਗੇ ਇਹਨਾਂ ਨਾਲ। ਉੱਪਰ ਕਹਿ ਤਾ ਨਾ ਵੀ ਇਹ ਜਿਹੜੇ ਪੱਥਰ ਪੂਜਤਾ ਪਹਿਲਾਂ ਹੈਗੇ ਹੀ ਨੇ, ਉਹ ਇਹਨਾਂ ਨਾਲ ਚਰਚਾ ਕਰਦੇ ਮੈਦਾਨ 'ਚ, ਜਾਓ ਬਈ। ਜਿਹੜਾ ਨਹੀਂ ਮੈਨੂੰ ਫਿਰ ਦੇਖੀ ਜਾਊ, ਪਹਿਲਾਂ ਉਹ ਤਾਂ ਬਣਾਓ ਇਹਨਾਂ ਨੂੰ ਚਰਚਾ ਕਰਕੇ ਵੀ ਆਹ ਕਾਹਦੇ ਕਰਦੇ ਹੋ, ਆਹ ਕਿਉਂ ਨਹੀਂ ਕਰਦੇ, ਕੀ ਵਜ੍ਹਾ ਹੈ। ਜਿਵੇਂ ਆਪਾਂ ਸਿੱਖਾਂ ਨੂੰ ਕਹਿੰਦੇ ਵੀ ਆਹ ਜਿਹੜੀ ਗੱਲ ਕਹੀ ਹੈ ਗੁਰਬਾਣੀ ਦੀ, ਇਹ ਕਿਉਂ ਨਹੀਂ ਮੰਨਦੇ, ਆਹ ਕਿਉਂ ਕਰਦੇ ਹੋ, ਕਿਹਨੇ ਕਿਹਾ ਤੁਹਾਨੂੰ ਕਰਨ ਨੂੰ, ਇਹ ਕਿਹਦੇ ਪ੍ਰੈਸ਼ਰ 'ਚ ਕਰਦੇ ਹੋ, ਕਿਹਨੇ ਕਰ ਲਾਇਆ। ਦੇਖੋ ਪਿੱਛੇ ਕੋਈ ਰਸਤਾ ਨਹੀਂ ਹੈ, ਕੋਈ ਰਸਤਾ ਹੀ ਨਹੀਂ ਹੈ। ਬਹੁਤ ਤੇਜ਼ੀ ਨਾਲ ਚੱਕਰ ਘੁੰਮ ਰਿਹਾ ਹੈ ਇਹਨਾਂ ਦਾ। ਹਾਂ, ਲੀਨੇ ਛਤਰ ਲੰਕਰਾ ਕੂਦਤ, ਨਾਚਣ ਗਣਦਾ ਤਾਰੀ। ਲੀਨੇ ਛਤਰ ਲੰਕਰਾ ਕੂਦਤ, ਮਨ ਜਿਹੜਾ ਹੈਗਾ ਮਨੇ ਹੈ ਲੰਕਰਾ, ਹੋਰ ਕੋਈ ਨਹੀਂ ਹੈ। ਉਹ ਲੰਕਾ 'ਚ ਰਹਿੰਦਾ ਜਿਹੜਾ ਮਨ, ਲੰਕਾ 'ਚ ਆ ਗਿਆ। ਹੁਣ ਹਨੂੰਮਾਨ ਲੰਕਾ ਨਹੀਂ ਆ ਵੜਿਆ, ਲੰਕਰਾ ਕੂਦਤ ਮਨ ਨੂੰ ਜਾਂ ਲੰਕਾ 'ਚ ਚਲਿਆ ਗਿਆ, ਇਹਦੇ 'ਚ ਕੁੱਦਣ ਲੱਗ ਗਿਆ ਹੈ। ਇਹਨੂੰ ਭੈਜਦੀ ਉਹ ਤਿਰਕੁੜੀ 'ਚ ਡਰ ਹੁੰਦਾ ਹੈ, ਪੈ ਤਿਰਕੁੜੀ 'ਚ ਲੰਕਾ 'ਚ ਨਹੀਂ ਹੈ ਲੰਕਰਾ। ਉਹ ਲੰਕਰਾ ਹਿਰਦੇ ਤਾਂ ਡਰੇ ਕੋਈ ਨਹੀਂ ਹੈ, ਦਿਮਾਗ 'ਚ ਡਰ ਹੈ, ਪੈ ਦਿਮਾਗ 'ਚ ਆਉਂਦੀ ਹੈ। ਦਿਮਾਗ ਦੋ ਦੋਵੇਂ ਸ਼ੰਕਾ, ਉੱਥੇ ਸ਼ੰਕਾ ਹੀ ਦਿਮਾਗ 'ਚ ਹੈ, ਥੱਲੇ ਆ ਕੇ ਸ਼ੰਕਾ ਹੀ ਹੈ ਨਹੀਂ। ਸ਼ੰਕਾ ਕਾਹਦੀ ਹੋਣੀ ਹੈ, ਉੱਥੇ ਮਨ ਜਿਹੜਾ ਸੀ ਨਾ ਡੋਲਦਾ, ਉਹ ਡੋਲਣ ਦੇ ਲੰਕਰਾ ਬਸ ਫਿਰ ਤਾਂ ਲੰਕਾ 'ਚ ਵੜ ਗਿਆ ਜਾਂ ਜਾ ਕੇ, ਉਹ ਤਾਂ ਫਿਰ ਲੰਕਾ ਜਾਲਤੀ। ਉਹ ਬਕਾਰੇ ਜਾਲੇ ਨੇ ਉੱਥੇ, ਲੰਕਾ ਹੋਰ ਕਾਹਦੀ ਜਾਲੀ ਹੈ। ਪਰਦੇਸੀ ਕੇ ਘਾਕਰੇ ਚਾਹੁੰਦੇ ਸਲਾ ਗਏ ਆਗ, ਖਿੰਤਾ ਜਾਲ ਮਾਇਆ ਜਾਲਤੀ, ਭਰਮ ਜਾਲਤਾ, ਪੈ ਜਾਲਤੀ। ਇਹੀ ਜਾਲਿਆ, ਭਰਮ ਔਰ ਪੈ ਜਲ ਗਿਆ, ਫਿਰ ਡਰ ਕਾਹਦਾ ਰਹਿ ਗਿਆ। ਨਾਚਣ ਗਣਦਾ ਤਾਰੀ। ਹਾਂ, ਨਾਚਣ ਗਣ ਦੇ ਤਾੜੀ, ਤਾੜੀ ਮਾਰ ਕੇ। ਕੌਣ ਆ ਜਿਹੜੇ ਦੇਖਿਆ ਨਹੀਂ, ਤਾੜੀ ਮਾਰ ਕੇ ਜਿਹੜੇ ਨੱਚਦੇ ਨੇ, ਆ ਜਿਹੜੇ ਸਾਧ ਨੇ ਸੰਤ ਇਹਨਾਂ ਦੇ ਹਿੰਦੂਆਂ ਦੇ,
ਇਹ ਕਹਿੰਦਾ ਮੂਰੇ ਮੂਰੇ ਨੱਚਦੇ ਨੇ। ਫਿਰ ਇਹ ਤਾਂ ਮੂਰੇ ਮੂਰੇ ਹੋਲੇ ਨਾ ਵੀ ਅਸੀਂ ਤਾਂ ਤੁਹਾਡੇ ਨਾਲ ਹਾਂ, ਨਾਚਣ ਗਣ ਦਾ ਤਾਂ ਇਹਦਾ ਨਾਲ ਹੋਲੇ ਨਾ ਮੂਰੇ ਗਣ ਦੇ ਤਾੜੀ ਆ। ਜਿਹੜੇ ਸੰਤ ਨੇ ਆਸਾਰਾਮ ਵਰਗਿਆਂ ਦੇ ਹੁੰਦੇ ਨਹੀਂ ਸੀ ਮੂਰੇ ਜਨਤਾ ਤਾੜੀ ਮਾਰ ਕੇ ਨੱਚਣ ਵਾਲੇ। ਇਹਨਾਂ ਦੇ ਜਿਹੜੇ ਜਦੋਂ ਮਤਲਬ ਹੈ ਸਤਸੰਗ ਕਰਦੇ ਨੇ ਇਹਦਾ ਨਾਲ ਹੋਲੇ ਮੂਰੇ। ਫਿਰ ਅਸੀਂ ਤਾਂ ਨਾਲ ਹਾਂ। ਇਹਨਾਂ ਦਾ ਸਮਝ ਲਿਆ ਵੀ ਧਰਮ ਉਹੀ ਹੈ। ਰਾਮ ਕਲੀ ਝਮਕਤ ਅਸਤਰ ਛਟਾ ਸ਼ਸਤਰਨ ਕੀ ਬਾਜਤ ਡੌਰ ਅਪਾਰ। ਹਾਂ, ਛਟਾ ਸ਼ਸਤਰ ਕੀ, ਸ਼ਸਤਰ ਜਿਹੜੇ ਸੀਗੇ ਉਹ ਮੂਰੇ ਹੋਲੇ ਸਾਰੇ ਸ਼ਸਤਰਧਾਰੀ। ਸ਼ਸਤਰਨ ਕੀ ਸ਼ਸਤਰ ਵਾਲੇ ਫੌਜ ਉਹ ਵੀ ਮੂਰੇ। ਜਿਹੜੇ ਨਾਲ ਸੀ ਇਹਦੀ ਫੌਜ ਸੀ ਯਾਰ, ਇਹਦੇ ਨਾਲ ਸਹਿਮਤ ਹੋਏ ਉਹ ਨਾਲ ਹੋਲੇ ਵੀ ਠੀਕ ਹੈ। ਦਸਤਾਨਾ ਵੀ ਆਹ ਪ੍ਰੋਗਰਾਮ ਹੈ ਬਈ ਪਾਰਸਨਾਥ ਨੇ। ਰਾਜ ਉਹਨੂੰ ਮੰਨਣਾ ਅਸਲ ਦੇ ਵਿੱਚ ਪਬਲਿਕਲੀ ਉਹ ਉਸਤਤੀ ਕੀਤੀ ਹੈ। ਜਿਹੜੀ ਗੱਲ ਉਸਤਤੀ ਹੋਈ ਹੈ ਇਕੱਲੇ ਨੇ ਨਹੀਂ ਕੀਤੀ, ਪਬਲਿਕ ਦੇ ਵਿੱਚ ਕੀਤੀ ਹੈ। ਆਹ ਗੱਲ ਵੀ ਆਹ ਕਾਹਤੇ ਮੰਨਦੇ ਹੋ ਵੀ ਆਹ ਕਾਹਤੇ ਦੇਖੋ ਨਾ ਉੱਥੇ ਆਦਮੀ ਨਾਲ ਕਿਸੇ ਨਾਲ ਗੱਲ ਕੀਤੀ ਹੋਈ ਹੈ, ਕਿਸੇ ਬੰਦਿਆਂ ਨਾਲ ਗੱਲ ਕੀਤੀ ਹੋਈ ਹੈ। ਉਸਤਤੀ ਪਬਲਿਕ ਨੂੰ ਕੀਤੀ ਹੈ। ਉਹ ਫਿਰ ਬੰਦੇ ਉੱਠ ਕੇ ਤਿਆਰ ਨਾਲ ਹੋ ਗਏ। ਠੀਕ ਹੈ, ਉਸ ਨੂੰ ਮੰਨਣਾ ਚਾਹੀਦਾ। ਜਿਨ੍ਹਾਂ ਦੀ ਸ਼ੰਕਾ ਦੂਰ ਹੋ ਗਈ ਨਾਲ ਝੰਡਾ ਚੱਕ ਹੋਏ। ਰਾਜਾ ਵੀ ਬਹੁਤ ਬੜਾ ਸੀ ਨਾ, ਬਹੁਤੇ ਤਾਂ ਇਹ ਰਾਜਾ ਜਿੱਧਰ ਰਾਜ ਉਧਰੇ ਹੋ ਜਾਂਦੇ ਹੁੰਦੇ ਨੇ। ਬਸ ਸਾਰੇ ਹੋਰ ਹੀ ਗਏ ਰਣਜੀਤ ਸਿੰਘ ਦੇ ਨਾਲ। ਪਰ ਰਣਜੀਤ ਸਿੰਘ ਦਾ ਰਾਜ ਪੈਸਾ ਸੀ, ਨੀਅਤ ਧਰਮ ਵਾਸਤੇ ਉਹਦੀ ਖੋਟ ਸੀ। ਨੀਅਤ ਦੇ ਵਿੱਚ ਧਰਮ ਦੇ ਪ੍ਰਤੀ ਖੋਟ ਸੀ। ਖੋਟ ਇਹਨਾਂ ਦੇ ਵੀ ਸੀ, ਉਹਦੇ ਵੀ ਸੀ। ਖੋਟ ਵਾਲਾ ਪਾਸਾ ਇੱਕ ਸੀ ਦੋਹਾਂ ਦਾ। ਖੋਟ ਵਾਲਾ ਪਾਸਾ ਧਰਮ ਵਾਲਾ ਪਾਸੇ ਦਾ ਨਾਲ ਸਹਿਮਤੀ ਜੇ ਨਹੀਂ ਸੀ, ਅਕਾਲੀ ਫੂਲਾ ਸਿੰਘ ਨਹੀਂ ਸੀ, ਉਹ ਅੱਡ ਹੋ ਗਿਆ। ਖੋਟੇ ਇਕੱਠੇ ਹੋ ਗਏ। ਉਹ ਚੁੱਪ ਕਰ ਗਿਆ। ਦੇਖੋ ਨਾ ਉਹ ਕੀ ਕਰਦਾ। ਖੋਟਿਆਂ ਨੂੰ ਖਰੇ ਕੌਣ ਬਣਾਉਂਦਾ ਇੰਨਿਆਂ ਨੂੰ। ਨਾਲੇ ਸਾਡਾ ਜੰਗ ਦਾ ਵਿਸ਼ਾ ਤਾਂ ਹੈ ਨਹੀਂ। ਜੇ ਉਹਨਾਂ ਨੇ ਖੋਟ ਰੱਖਣੀ ਰੱਖਣ। ਉਸ ਵੇਲੇ ਇਹ ਦੇਖ ਲਿਆ ਵੀ ਚਲੋ ਅੱਧਾ ਪਚੱਧਾ ਤਾਂ ਗੱਲ ਕਰਦੇ ਹੀ ਨੇ ਸਿੱਖੀ ਦੀ, ਥੋੜ੍ਹੀ ਬਹੁਤੀ ਬਾਣੀ ਤਾਂ ਪੜ੍ਹਦੇ ਹੀ ਨੇ। ਹਾਲੇ ਟਾਈਮ ਨਹੀਂ। ਮੁਸਲਮਾਨਾਂ ਤਾਂ ਫਿਰ ਚੰਗੇ ਨੇ, ਉਹਨਾਂ ਦੇ ਹਮਲੇ ਤਾਂ ਰੋਕਣਗੇ, ਇਹੀ ਰੋਕਣਗੇ ਨਾ। ਉਹ ਆਪ ਪਿੱਛੇ ਹਟ ਗਏ। ਕਰ ਲੈਣ ਦੇ ਇਹਨਾਂ ਨੂੰ। ਮੱਖੀਆਂ ਨੇ। ਜੇ ਤੁਸੀਂ ਆਪ ਨਹੀਂ ਗੁੜ ਖਾਣਾ, ਸੀਰਾ ਖਾਣਾ, ਆਦਮੀ ਦਾ ਸੀਰਾ ਖਾਂਦਾ ਨਹੀਂ, ਤੇ ਮੱਖੀਆਂ ਖਾ ਲੈਣਗੀਆਂ, ਫਿਰ ਕੀ ਫਰਕ ਪੈਂਦਾ। ਅਸੀਂ ਤਾਂ ਖਾਣਾ ਨਹੀਂ ਹੈ, ਮੱਖੀਆਂ ਖਾਣਗੀਆਂ ਤੇ ਮਰਨਗੀਆਂ। ਮਾਇਆ ਖਾਣਗੀਆਂ ਮਰਨਗੀਆਂ। ਆਹੋ, ਸਾਡੇ ਤੇ ਤਾਂ ਨਹੀਂ ਆਉਣਗੀਆਂ ਮੱਖੀਆਂ। ਜੇ ਉਹਨਾਂ ਨੂੰ ਖਾਣ ਨੂੰ ਮਿਲਦਾ ਪਰ ਹੀ ਰਹਿਣਗੀਆਂ, ਸੀਰੇ ਤੇ ਹੀ ਰਹਿਣਗੀਆਂ ਨਾ ਬਸ। ਬਾਜਤ ਡੌਰ ਅਪਾਰ। ਡੌਰੂ ਵੀ ਵੱਜਣ ਲੱਗੇ। ਸ਼ਿਵਜੀ ਵਾਲੇ ਵੀ ਨਾਲ ਆ ਗਏ ਨਾ, ਸਹਿਮਤ ਹੋ ਗਏ ਉਹਦੇ ਨਾਲ ਰਾਜਾ। ਆਹੋ, ਫਿਰ ਦੋਏ ਧੜੇ ਸਹਿਮਤ ਹੋ ਗਏ। ਰਾਜਾ ਤਾਂ ਆਪੇ ਸੀ। ਸ਼ਿਵਜੀ ਦੇ ਵੀ ਕਾਫੇ ਜਿਹੜੇ ਸੀ ਡੌਰੂ ਵਾਲੇ, ਉਹ ਵੀ ਬਹੁਤ ਸਾਰੇ ਨਾਲ ਹੋ ਗਏ। ਕਿਉਂਕਿ ਆਪ ਵੀ ਉਧਰੋਂ ਹੀ ਆਇਆ ਹੋਇਆ ਨਾ ਇਹ। ਪੈਦਾ ਤਾਂ ਇਹ ਉਹਦਾ ਹੀ ਅਵਤਾਰ ਤਾਂ ਸ਼ਿਵ ਦਾ ਹੀ ਹੈ ਵੀ। ਪਾਰਸਨਾਥ ਹੈ। ਜਿਵੇਂ ਗੁਰੂ ਅਮਰਦਾਸ ਆਏ ਤਾਂ ਉਹਨਾਂ ਚੋਂ ਨੇ ਆਪਣੇ ਹਾਂ ਗੰਗਾ ਵਾਲਿਆਂ ਚੋਂ ਆਏ ਨੇ। ਮਤਲਬ ਜਿਹੜੇ ਸੀਗੇ ਵੈਸ਼ਨਵ ਭਗਤਾਂ ਚੋਂ ਆਏ ਨੇ। ਮਾਂਸ ਨਹੀਂ ਸੀ ਖਾਂਦੇ, ਉਹਨਾਂ ਚੋਂ ਆਏ ਨੇ ਆਪ ਤਾਂ। ਬਾਅਦ ਦੇ ਵਿੱਚ ਉਹਨਾਂ ਦੇ ਚਾਹੇ ਖਿਲਾਫ ਨੇ, ਖਿਲਾਫ ਨਹੀਂ, ਰੀਜ਼ਨੇਬਲ ਖਿਲਾਫ ਕੀਤਾ ਉਹਨਾਂ ਦੀ। ਨਿਰਤਤ ਭੂਤ ਪ੍ਰੇਤ ਨਾਨਾ ਵਿਦ ਦਹਿਕਤ ਫਿਰਤ ਬੈਤਾਰ। ਨਿਰਤਤ ਨੱਚਦੇ ਫਿਰਦੇ ਨੇ। ਭੂਤ ਪ੍ਰੇਤ ਨਾਨਾ ਵਿਦ। ਉਹ ਭੂਤ ਪ੍ਰੇਤ ਇਹੀ ਹੁੰਦੇ ਨੇ, ਮਾਇਆ ਮੋਹ ਪ੍ਰੇਤ। ਆਹੋ, ਮਾਇਆ ਮੋਹ ਵਾਲੇ ਪ੍ਰੇਤ ਹੁੰਦੇ ਨੇ। ਇਹ ਜਿਹੜੇ ਡੌਰੂ ਵਾਲੇ ਨੇ ਭੂਤ ਪ੍ਰੇਤ ਹੁੰਦੇ ਨੇ। ਇਹ ਜਿਹੜੇ ਸ਼ਿਵਜੀ ਦੇ ਚੇਲੇ ਨੇ ਨਾ ਮੜੀਆਂ ਚ ਰਹਿਣਾ, ਉਹ ਭੂਤ ਨਹੀਂ ਹੁੰਦੇ ਮੜੀਆਂ ਚ। ਆਹੋ, ਇਹ ਆਵੇ ਭੂਤ ਨੇ, ਆਵੇ ਪ੍ਰੇਤ ਨੇ, ਮਾਇਆ ਮੋਹ ਵਾਲੇ। ਪ੍ਰੇਤ ਨਾਨਾ ਨਿਰਤਤ ਭੂਤ ਪ੍ਰੇਤ ਨਾਨਾ ਵਿਦ। ਨਿਰਤਤ ਨੱਚਦੇ ਨੇ, ਨਿਰਤ ਕਰਦੇ ਨੇ ਨਾਨਾ ਪ੍ਰਕਾਰ ਨਾਲ, ਖੁਸ਼ੀਆਂ ਮਨਾਉਂਦੇ ਨੇ। ਦਹਿਕਤ ਫਿਰਤ ਬੇਤਾਰ। ਬੇਤਾਲ ਨੇ ਜਿਹੜੇ, ਉਹ ਵੀ ਆਪਣੇ ਛਾਲਾ ਮਾਰਦੇ ਫਿਰਦੇ ਨੇ। ਬੇਤਾਲੇ
ਬੈਤਾਲ ਹੁੰਦੇ ਨੇ ਜਿਹੜੇ, ਬੈਤਾਲ ਥੋੜ੍ਹੇ ਜਿਹਾ ਜ਼ਿਆਦਾ ਉਹ ਨੇ ਜਿਹੜੇ ਸੱਚ ਤੋਂ ਖੁੰਝੇ ਹੋਏ ਦੀ। ਬੇਤਾਲੇ ਨਹੀਂ, ਬੈਤਾਲ ਲਫ਼ਜ਼ ਹੈ। ਬੈਤਾਲ ਹੁੰਦਾ। ਬੈਤਾਲ ਜਿਹੜੇ ਨੇ ਨਾ ਉਹ ਮਾਸ ਵੀ ਖਾ ਜਾਂਦੇ ਨੇ ਸਿਵਿਆਂ ਚੋਂ ਕੱਢ ਕੇ, ਕੋਰੀ। ਉਹ ਬੈਤਾਲ ਦੀਆਂ ਉਹਦੀਆਂ ਬਿਕਰਮਾਜੀਤ ਰਾਜੇ ਦੀਆਂ ਸਾਖੀਆਂ ਨੇ। ਬੈਤਾਲ 25 ਹੈ, ਸਿੰਘਾਸਣ 32 ਹੈ। 25 ਕਹਾਣੀਆਂ ਨੇ ਉਹਦੇ ਵਿੱਚ ਬੈਤਾਲ ਦੀਆਂ, ਸਮਝਿਆ ਨਹੀਂ। ਉਹ ਇਹ ਹੁੰਦਾ ਵੀ ਮਰਿਆ ਹੋਇਆ ਜਿਉਂਦਾ ਹੋ ਜਾਂਦਾ ਹੈ, ਉਹਦੇ 'ਚ ਇਹੋ ਜਿਹੀਆਂ ਗੱਲਾਂ ਨੇ। ਸਿੰਘਾਸਣ 32 ਹੈ, ਇੱਕ ਬੈਤਾਲ 25 ਹੈ। ਬੈਤਾਲ ਹੈਗਾ ਕਿਸੇ ਮੁਰਦੇ ਦੀਆਂ ਹੱਡੀਆਂ ਇਕੱਠੀਆਂ ਕਰਕੇ ਉਹਨੂੰ ਉਹ ਕਰ ਲੈਣਾ, ਸਰਜੀਤ ਕਰ ਲੈਣਾ, ਉਹ ਹੈਗਾ ਇਹ ਕੁਛ ਜਿਹੜੇ ਸਿਵਿਆਂ 'ਚ ਰਹਿੰਦੇ ਹੁੰਦੇ ਨੇ। ਉਹ ਤੋਂ ਜ਼ਿਆਦਾ ਨੇ ਇਹ ਖਤਰਨਾਕ। ਆਹ ਤੰਤਰ ਮੰਤਰ ਵਾਲੇ ਨੇ। ਕੋਹਕਤ ਫਿਰਤ ਕਾਕਣੀ ਕੋਹਰਤ ਦਹਿਰਤ ਕਠਨ ਮਸਾਨ। ਉਹ ਕਾਕਣੀਆਂ ਜਿਹੜੀਆਂ ਜੋਗਣੀਆਂ ਨੇ, ਕੋਹਕਤ ਫਿਰਤ ਕਾਕਣੀ, ਉਹ ਵੀ ਆਪਣੀਆਂ ਖੁਸ਼ੀਆਂ 'ਚ ਫਿਰਦੀਆਂ ਨੇ। ਹਾਂ, ਇਹ ਜਿਹੜੀਆਂ ਉਹ ਚੰਡੀ ਦੀਆਂ ਪੁਜਾਰੀ ਔਰਤਾਂ ਨੇ ਇਹ। ਕੋਹਕਤ ਫਿਰਤ ਕਾਕਣੀ ਨਾ, ਚੰਡੀ ਨਹੀਂ, ਉਹ ਕਾਲੀ ਕਾਲੀ ਆਵੇ ਕਾਲੀ ਬਣ ਜਾਂਦੀਆਂ ਜਿਹੜੀਆਂ ਇੱਥੇ ਦੇਖੀ ਹੋਣੀਆਂ ਨੇ। ਕਾਲੀ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਅਸੀਂ ਕਾਲੀ ਰੂਪ। ਦਹਿਰਤ ਕਠਨ ਮਸਾਨ। ਹਾਂ, ਡਹਿਰਤ ਕਠਨ ਮਸਾਨ। ਹਾਂ, ਜਿਹੜੇ ਮਸਾਨ ਨਿਵਾਸ ਰੱਖਦੇ ਨੇ, ਬੜੀਆਂ 'ਚ ਰਹਿੰਦੇ ਨੇ, ਉਹ ਵੀ ਖੁਸ਼ ਨੇ। ਕਹਿਰਤ ਗਗਨ ਸਘਨ ਰਿਖ ਦਹਿਰਤ ਬਿਡਰਤ ਬਿਓਮ ਬਿਵਾਨ। ਕਹਿਰ ਜਿਹੜਾ ਗਗਨ ਹੈ ਉਹਦੇ 'ਚ ਗੂੰਜਣ ਲੱਗ ਗਿਆ, ਬੋਲਦੇ ਜਕਾਰੇ ਜਿਵੇਂ ਆਪਣੇ ਗਜਾਉਂਦੇ ਨੇ, ਜਾਂ ਡੋਰੂ ਵੱਜਦੇ ਨੇ। ਕਹਿਕਤ ਸਮਾਨ ਗੁੰਜਾਤਾ ਉਹਨਾਂ ਨੇ ਸਾਰਿਆਂ ਨੇ। ਕਹਿਰਤ ਗਗਨ ਐਲਾਨ ਕਰਤਾ ਨਾ ਉਹਨੇ ਵੀ ਆਹ ਕਰਨ ਦਾ ਪ੍ਰੋਗਰਾਮ ਦੇ ਦਿੱਤਾ। ਸਗਨ ਰਿਖ ਦਹਿਲਤ। ਹਾਂ, ਜਿਹੜੇ ਰਿਖੀ ਤੇ ਦਹਿਲ ਗਏ। ਦੇਖੋ ਰਿਖੀ ਦਹਿਲ ਗਏ, ਕਿਉਂ ਦਹਿਲ ਗਏ ਰਿਖੀ? ਵੀ ਸਾਡੇ ਵਾਲਾ ਮਤ ਹੁਣ ਨਸ਼ਟ ਕਰੂਗਾ ਇਹ। ਆ ਜਿਹੜਾ ਸਿਮਰਤ ਸ਼ਾਸਤਰ ਵਾਲਾ ਮਤ ਹੈ ਨਸ਼ਟ ਕਰੂਗਾ, ਵੇਦ ਵਾਲਾ ਲਿਆਊਗਾ। ਉਹਨਾਂ ਨੇ ਰਿਸ਼ੀਆਂ ਮੁਨੀਆਂ ਨੇ ਵੇਦ ਵਾਲਾ ਮਤ ਨਸ਼ਟ ਕਰਕੇ ਆ ਦੂਆ ਲੈਂਦਾ ਹੁੰਦਾ, ਮੂਰਤੀ ਪੂਜਾ ਵਾਲਾ। ਮੂਰਤੀ ਪੂਜਾ ਵਾਲਾ ਕੌਣ ਲਿਆਉਂਦੇ ਨੇ? ਰਿਸ਼ੀ ਮੁਨੀ ਪੰਡਤ ਹੁੰਦੇ ਨੇ। ਇਹ ਵਿਚਾਰਵਾਨ ਨਹੀਂ ਹੁੰਦੇ, ਬੁੱਧਵਾਨ ਨਹੀਂ ਹੁੰਦੇ, ਵਿਦਵਾਨ ਹੁੰਦੇ ਨੇ। ਇਸ ਕਰਕੇ ਰਿਸ਼ੀ ਸਾਰੇ ਜਿਹੜੇ ਨੇ ਆਪਸ ਵਿੱਚ ਇੱਕ ਮਤ ਨਹੀਂ ਹੈਗੇ। ਇਹ ਅੱਡ ਅੱਡ ਇਹਨਾਂ ਦੇ ਚੇਲੇ ਨੇ, ਚੇਲਿਆਂ ਦੀਆਂ ਵੀ ਇਹਨਾਂ ਦੀਆਂ ਅੱਡ ਅੱਡ ਨੇ। ਜਿਵੇਂ ਆਪਣੇ ਦੂਏ ਉੱਥੇ 22 ਮੰਜੀਆਂ ਡਾਹਤੀਆਂ, 22 ਉਹ ਗੁਰੂ ਬਣ ਗਏ ਅੱਡ ਅੱਡ। 22 ਕਾਹਦੇ ਬਣ ਗਏ? ਦੁਕਾਨਾਂ ਸੀਆਂ 22 ਅੱਡੋ ਅੱਡ, ਆਪਣੇ ਆਪਣੇ ਉਹਨਾਂ ਨੇ ਉਹ ਬਣਾ। ਜਿਹੜੀਆਂ ਮੰਜੀਆਂ ਪਹਿਲਾਂ ਗੁਰੂ ਅਮਰਦਾਸ ਨੇ ਥਾਪੀਆਂ ਹੁੰਦੀਆਂ, ਉਹੀ ਮੰਜੀਆਂ ਜਿਉਂਦੀਆਂ ਗੱਲ ਹੀ ਆ ਕੇ ਬਾਅਦ 'ਚ ਨੌਵੇਂ ਪਾਤਸ਼ਾਹ ਵੇਲੇ ਚੱਲਦੀਆਂ ਦੀਆਂ ਅੰਦਰ ਖਾਨੇ ਉਹ ਪ੍ਰਗਟ ਹੋ ਕੇ ਬਹਿ ਗਏ। ਹੁਣ ਤਾਂ ਕੋਈ ਰਿਹਾ ਹੀ ਨਹੀਂ, ਉਹਨਾਂ ਨੇ ਸਮਝ ਲਿਆ। ਕੁਛ ਇਸ਼ਾਰਾ ਉਹਦਾ ਵੀ ਸੀ ਨਾ ਆਪਣੇ ਰਾਮ ਰਾਏ ਦਾ ਹੱਥ ਸੀ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਾਉਣ 'ਚ। ਉਹਨੇ ਕਿਹਾ ਤੁਸੀਂ ਚਲੋ ਉੱਥੇ, ਫਿਰ ਮੈਂ ਉਹਨਾਂ ਨੇ ਹੌਲੀ ਹੌਲੀ ਜੋ ਕਾਮਯਾਬ ਹੁੰਦਾ ਉਹਨੇ ਰਾਮ ਰਾਏ ਨੂੰ ਮੰਨ ਲੈਣਾ ਸੀ। ਰਾਮ ਰਾਏ ਨੂੰ ਗੁਰੂ ਮੰਨ ਲੈਣਾ ਸੀ ਉਹਨਾਂ ਨੇ 22 ਮੰਜੀਆਂ ਵਾਲਿਆਂ ਨੇ। ਫਿਰ ਉਹ ਪਲੈਨਿੰਗ ਸੀ, ਪਲੈਨਿੰਗ ਫੇਲ ਹੋ ਗਈ, ਨਹੀਂ ਚੱਲੀ। ਰਿਖ ਦਹਿਲਤ ਬਿਡਰਤ ਬਿਡਰਤ ਬਿਓਮ ਬਿਵਾਨ। ਬਿਡਰਤ ਬਿਓਮ ਬਿਮਾਨ। ਬਿਓਮ ਜਿਹੜੇ ਸੀ, ਬਿਓਮ ਬਾਣੀ, ਬਿਓਮ ਬਿਵਾਨ। ਬਿਵਾਨ ਹੁੰਦਾ ਬਾਣੀ ਤੇ ਰਹਿਤ, ਬੋਲਣ ਤੇ ਬਿਨਾਂ। ਜੇ ਬੋਲੀ ਨਹੀਂ ਜਾਂਦੀ, ਬੋਲਿਆ ਨਹੀਂ ਜਾਂਦਾ, ਔਰ ਬਾਣੀ ਹੈ ਬਿਨਾਂ ਬੋਲਣ ਤੋਂ ਪਰੇ। ਦੇਵੀ ਬਾਚ ਸਾਰੰਗ ਵਿਸ਼ਨ ਪਦ ਤੋ ਪ੍ਰਸਾਦ। ਕਛੂ ਬਰ ਮੰਗੋ ਪੂਤ ਸਿਆਣੇ ਭੂਤ ਭਵਿਖ ਨਹੀਂ ਤੁਮਰੀ ਸਰ ਸਾਧ ਚਰਤ ਹਮ ਜਾਣੇ। ਸਾਧ ਮੈਨੂੰ ਲੱਗਦਾ ਇੱਥੇ ਕਰਤ ਚਾਹੀਦਾ, ਚਰਤ ਨਹੀਂ ਚਾਹੀਦਾ। ਸਾਧ ਕਰਤ ਹੋ ਜਾਣੇ। ਚਰਤ ਕੋਈ ਲਫ਼ਜ਼ ਨਹੀਂ ਹੈ, ਮਿਸਪ੍ਰਿੰਟ ਹੋਇਆ ਹੈ ਇੱਥੇ। ਕੁਛ ਪਰ ਸਾਧ ਕਰਤ ਸਾਧਨਾ ਕਰਨਾ। ਦੇਵੀ ਬਾਚ, ਦੇਵੀ ਨੇ ਉਹਨੂੰ ਕਿਹਾ, ਸਿਆਣਾ ਮੰਨੇ ਉਹਨੂੰ, ਹੇ ਮੇਰੇ ਸਿਆਣੇ ਭਗਤਿਆ ਪੁੱਤਰ,
ਕੁਛ ਬਰ ਮੰਗੋ ਭੂਤ ਤੂੰ ਸਿਆਣੇ। ਜੋੜਾ ਵੀ ਵਰ ਮੰਗਣਾ, ਹੁਣ ਤੂੰ ਵਰ ਮੰਗ ਲੈ ਮੇਤੇ ਪ੍ਰਗਟ ਹੋ ਕੇ ਕਹੇ ਵਰ ਮੰਗ। ਭੂਤ ਭਵਿੱਖ ਨਹੀਂ ਭੂਤ ਦੇ ਤੁਮਰੀ ਵਿੱਚ ਸਰ। ਪਿੱਛੇ ਜੋ ਲੰਘਿਆ ਸਮਾਂ, ਭੂਤ ਭਵਿੱਖ ਨਹੀਂ ਤੁਮਰੀ ਸਰ। ਤੇਰਾ ਪਿੱਛੇ ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਔਰ ਆਉਣ ਵਾਲੇ ਸਮੇਂ 'ਚ ਤੇਰੇ ਵਰਗਾ ਬੰਦਾ ਸਾਧਨਾ ਕਰਨ ਵਾਲਾ, ਦੇਖੋ ਸਾਧਨਾ ਲਫ਼ਜ਼ ਵਰਤਿਆ ਤੁਮਰੀ ਸਰ ਸਾਧ, ਤੁਮਰੀ ਸਰ ਸਾਧ। ਸਾਧ ਲਫ਼ਜ਼ ਸਾਧਨਾ ਕਰਨ ਵਾਲਾ ਹੈ, ਭਗਤੀ ਕਰਨ ਵਾਲਾ ਨਹੀਂ ਮੰਨਿਆ ਹੋਇਆ ਇੱਥੇ। ਭਗਤੀ ਹੋਰ ਚੀਜ਼ ਹੈ, ਇੱਥੋਂ ਸ਼ਬਦ ਵਿਚਾਰ ਵਾਲਾ ਨਹੀਂ ਮੰਨਿਆ ਹੋਇਆ। ਸਾਧਨਾ ਜੋ ਤੈਂ ਕੀਤੀ ਹੈ, ਸਾਧਨਾ ਦੇ ਵਿੱਚ ਫੇਰ ਵੀ ਮਨ ਦੀ ਇੱਛਾ ਹੁੰਦੀ ਹੈ ਕੋਈ ਨਾ ਕੋਈ। ਤੂੰ ਜਿਹੜੀ ਸਾਧਨਾ ਕੀਤੀ ਹੈ, ਕੋਈ ਹੋਰ ਤਪੱਸਿਆ ਕੀਤੀ ਹੈ, ਇਹ ਜੀ ਤਪੱਸਿਆ ਨਹੀਂ ਕੀਤੀ ਕਿਸੇ ਨੇ, ਔਰ ਨਾ ਕੋਈ ਗਾਹਾਂ ਨੂੰ ਕਰੂਗਾ। ਸਾਧ ਕਰਤ ਹਮ ਜਾਣੇ। ਮੈਂ ਨਹੀਂ ਜਾਣਿਆ। ਹਾਂ, ਜੋ ਵਰਦਾਨ ਚਾਹੋ ਸੋ ਮੰਗੋ, ਸਭ ਹਮ ਤੁਮੇ ਦੀਵਾਰ। ਹੁਣ ਤੱਕ ਦਾ ਜਿਹੜਾ ਇਤਿਹਾਸ ਹੈ, ਹੁਣ ਤੱਕ ਦਾ ਹੋਰ ਕੋਈ ਐਸਾ ਪਾਰਸਨਾਥ ਵਰਗਾ ਸਾਧਨਾ ਕਰਨ ਵਾਲਾ ਹੋਇਆ ਵੀ ਹੈ ਨਹੀਂ। ਦੇਖੋ ਨਾ, ਭਵਿੱਖ ਦੀ ਵੀ ਗੱਲ ਕਹਿ ਦੀ। ਭਵਿੱਖ ਦੀ ਗੱਲ ਉਦੋਂ ਕਹੀ ਨਾ, ਹੁਣ ਤੱਕ ਭਵਿੱਖੇ ਉਦੋਂ ਦਾ ਹਿਸਾਬ ਨਾਲ ਭਵਿੱਖੇ, ਹੁਣ ਤੱਕ ਕੋਈ ਨਹੀਂ ਆਇਆ। ਕਹੀ ਤਾਂ ਪਿੱਛੇ ਸੀ ਨਾ ਗੱਲ, ਹੁਣ ਤੇ ਕੋਈ ਰਿਕਾਰਡ ਨਹੀਂ। ਹਾਂ, ਜੋ ਵਰਦਾਨ ਚਾਹੋ ਸੋ ਮੰਗੋ, ਸਭ ਹਮ ਤੁਮੇ ਦੀਵਾਰ। ਮੈਂ ਸਭ ਦੀਵਾਰਾਂ ਤੈਨੂੰ ਦੇਣ ਨੂੰ ਤਿਆਰ ਹਾਂ, ਜਿਹੜਾ ਬਸ ਤੈਨੂੰ ਚਾਹੀਦਾ ਮੰਗ ਲੈ। ਤੇਰੇ ਤੇ ਭਰੋਸਾ ਹੈ ਮੈਨੂੰ। ਸਿਆਣੇ ਤੇ ਭਰੋਸਾ ਹੁੰਦਾ, ਬੇਵਕੂਫ ਤੇ ਕੋਈ ਨਹੀਂ ਭਰੋਸਾ ਕਰਦਾ। ਜੇ ਸਿਆਣਾ ਹੋਵੇ ਬੰਦਾ, ਉਹਨੂੰ ਆਗੂ ਬਣਾ ਲੈਂਦੇ ਨੇ ਸਾਰੇ। ਪਾਗਲ ਨੂੰ ਕੋਈ ਨਹੀਂ ਬਣਾਉਂਦਾ। ਜਿਹੜਾ ਕਰੈਕ ਹੋਵੇ ਉਹਨੂੰ ਕੌਣ ਬਣਾਉਂਦਾ ਆਗੂ? ਉਹ ਤਾਂ ਡੋਬ ਦੂਗਾ ਲਿਜਾ ਕੇ ਸਭ ਕੁਝ। ਉਹ ਬਾਪ ਮੁਖਤਿਆਰੀ ਨਹੀਂ ਦਿੰਦਾ, ਸਿਆਣੇ ਨੂੰ ਦਿੰਦਾ, ਚਾਹੇ ਛੋਟਾ ਹੋਵੇ, ਚਾਹੇ ਵਿਚਾਰਲਾ ਹੋਵੇ, ਚਾਹੇ ਬੜਾ ਹੋਵੇ। ਸਿਆਣਾ ਹੋਵੇ ਉਹਨੂੰ ਮੁਖਤਿਆਰੀ ਦਿੰਦੇ ਨੇ। ਉਹ ਕਹਿੰਦੇ ਤਾਂ ਡਬੋ ਦੂਗਾ। ਉਹ ਭਰੋਸਾ ਹੈ ਤੇਰੇ ਤੇ, ਤੂੰ ਜਿਹੜਾ ਮਰਜ਼ੀ ਵਾਰ ਮੰਗ ਲੈ। ਕੰਚਨ ਰਤਨ ਬਜਰ ਮੁਕਤਾ ਫਲ। ਦੇਖੋ, ਸ਼ਿਵ ਜੀ ਵੀ ਵਰ ਦਿੰਦਾ ਰਿਹਾ। ਸ਼ਿਵ ਜੀ ਨੇ ਐ ਗੱਲ ਕਰਕੇ ਨਹੀਂ ਵਰ ਦਿੱਤਾ ਕਿਤੇ, ਸਿਆਣਾ ਮੰਨ ਕੇ। ਨਾ ਤਾਂ ਉਹਨੇ ਕਿਹਾ ਤੂੰ ਸਿਆਣਾ, ਨਾ ਉਹਨੇ ਉਹਨੂੰ ਪਰਖਿਆ। ਕਿਸੇ ਨੇ ਜਾ ਕੇ ਦੱਸਤਾ ਤੇਰੀ ਭਗਤੀ ਕਰਦੇ, ਜਾ ਕੇ ਖੁਸ਼ ਹੋ ਕੇ ਕਹਿੰਦਾ ਵਰ ਜੋ ਮੰਗਣਾ, ਜੋ ਮਰਜ਼ੀ ਮੰਗ ਲਿਆ। ਸ਼ਿਵ ਜੀ ਵੀ ਕਈ ਵਾਰ ਵੱਟ ਪਾਤਾ ਉਹਨੇ ਵਰ ਲੈ ਕੇ, ਜਿਵੇਂ ਭਸਮਾਸੁਰ ਨੇ ਪਾਇਆ। ਉਹ ਕਹਿੰਦਾ ਮੈਨੂੰ ਕੜਾ ਦੇ ਆਪਣਾ। ਸ਼ਿਵ ਜੀ ਨੇ ਕੜਾ ਦੇ ਦਿੱਤਾ। ਕਹਿੰਦਾ ਲੈ ਪਹਿਲਾਂ ਤੇਰੇ ਸਿਰ ਤੇ ਦੀ ਫੇਰਦਾ, ਜਿਹਦੇ ਸਿਰ ਤੇ ਦੀ ਫੇਰਦਾ ਭਸਮ ਹੋ ਜਾਂਦਾ। ਸ਼ਿਵ ਜੀ ਭੱਜਿਆ ਫਿਰਦਾ ਰਿਹਾ। ਫਿਰ ਸਿਆਣਾ ਮੰਨ ਕੇ ਵਰ ਦਿੱਤਾ ਸੀ। ਕੀ ਪਰਖਿਆ ਸੀ ਉਹਦਾ? ਕੀ ਭੋਲਾ ਕਾਹਨੂੰ? ਪਾਗਲ ਹੈ। ਪਾਗਲ ਕਿਉਂ ਨਹੀਂ ਕਹਿੰਦੇ? ਭੋਲਾ ਕਾਹਦੇ ਕਹਿੰਦੇ ਨੇ? ਇਹ ਭੋਲਾ ਪਣ ਹੈ, ਪਾਗਲ ਪਣ ਹੈ। ਕੰਚਨ ਰਤਨ ਬਜਰ ਮੁਕਤਾ ਫਲ, ਲੀਜੈ ਸਗਲ ਸੁਧਾਰ। ਕੰਚਨ ਰਤਨ ਬਜਰ ਮੁਕਤਾ ਫਲ। ਬਜਰ ਮੁਕਤਾ ਫਲ, ਚਾਰ ਹੋ ਗਈ। ਲੀਜੈ ਕੰਚਨ ਸੋਨਾ ਜਿੰਨਾ ਮਰਜ਼ੀ ਲੈ ਲੈ, ਕੰਚਨ ਹੀਰੇ ਜਵਾਹਰਾਤ ਜਿੰਨੇ ਮਰਜ਼ੀ ਲੈ ਲੈ, ਬਜਾਰ ਸਾਰਿਆਂ ਤੇ ਹੀ। ਬਜਰ ਜਿਹੜਾ ਹੁੰਦਾ ਇਹਦਾ, ਬਜਰ ਉਹਦੀ ਇੰਦਰ ਦੀ ਗਦਾ ਨੂੰ ਕਹਿੰਦੇ ਨੇ ਬਜਰ। ਬਜਰ ਜਿਹੜਾ ਹੈ ਜੀ, ਇਹ ਹੈਗਾ ਸੱਚ ਬਜਰ ਹੈ, ਜਿਹੜਾ ਸੱਚ। ਹਾਂ, ਜਿਹਦੇ ਤੇ ਜਿਹੜਾ ਪੁਰਾਣਾ ਨਹੀਂ ਹੁੰਦਾ, ਸੱਚ ਪੁਰਾਣਾ ਨਹੀਂ ਨਾ ਹੁੰਦਾ। ਵੀ ਸੱਚ ਦਾ ਗਿਆਨ ਜਿੰਨਾ ਮਰਜ਼ੀ ਲੈ ਲੈ, ਸੱਚ ਦੀ ਸੋਝੀ ਜਿੰਨੀ ਮਰਜ਼ੀ ਲੈ ਲੈ। ਮੁਕਤਾ ਫਲ, ਇਹ ਮੁਕਤੀ ਲੈਣੀ ਹੈ, ਮੁਕਤੀ ਲੈ ਲੈ। ਪਰ ਜੇ ਸੱਚ ਲੈਣ ਦਾ, ਮੁਕਤੀ ਦੀ ਕੀ ਲੋੜ ਸੀ? ਜੇ ਸੱਚ ਨਹੀਂ ਲੈਣਾ ਤਾਂ ਮੁਕਤੀ ਲੈ ਲੈ। ਮੁਕਤੀ ਤਾਂ ਥੱਲੇ ਹੀ ਆ, ਜੋ ਸੱਚ ਤਾਂ ਉੱਪਰ ਹੈ ਨਾ। ਫਿਰ ਉਦੋਂ ਹਾਂ, ਲੀਜੈ ਸਗਲ ਸੁਧਾਰ। ਸਾਰਿਆਂ ਨੂੰ ਸੁਧਾਰ ਲੈ ਤੂੰ ਲੈ ਕੇ ਚੀਜ਼ਾਂ। ਆ ਜਿਹੜੇ ਵਿਗੜੇ ਤਗੜੇ ਹੋਏ ਨੇ, ਹੋਰ ਸੁਧਾਰ ਕਰਨਾ। ਜੇ ਤੂੰ ਸੁਧਾਰ ਕਰਨਾ ਚਾਹੁੰਦਾ, ਰਾਜਾ ਹੈ, ਜਿਹੜੇ ਇਕੱਠੇ ਕੀਤੇ ਆ ਸਾਰੇ ਰਾਜੇ। ਹਾਂ, ਸੁਧਾਰ ਕਰ। ਸ੍ਰਿਸ਼ਟੀ ਦਾ ਸੁਧਾਰ ਕਰਨ ਵਾਸਤੇ ਜੇ ਤੂੰ ਇੱਛਾ ਤੇਰੀ, ਤਾਂ ਕੋਈ ਸੁਧਾਰ ਕਰਨ ਦੀ ਇੱਛਾ ਹੈ। ਇੱਛਾ ਮਾੜੀ ਨਹੀਂ ਹੈ।
ਸਾਰਿਆਂ ਨੂੰ ਸੁਧਾਰ ਲੈ, ਵਿਗੜਿਆ ਤਿਗੜਿਆਂ ਨੂੰ ਜਿਹੜੇ ਹੈਗੇ ਨੇ, ਵਿਗੜੇ ਤਿਗੜੇ ਵੀ ਬਥੇਰੇ ਨੇ ਵਿੱਚ। ਹਾਂ ਪਾਰਸਨਾਥ ਬਾਚ ਹਾਂ ਸਾਰੰਗ ਵਿਸ਼ਨ ਪਦ ਹੂੰ। ਸਭੋ ਹੀ ਪੜੋ ਵੇਦ ਵਿਦਿਆ ਵਿਧੀ ਸਭੀ ਸ਼ਸਤਰ ਚਲਾਉ। ਕਹਿੰਦਾ ਮੈਨੂੰ ਤਾਂ ਇਹ ਵਰ ਦੇ, ਮੈਂ ਜਿੰਨੇ ਵੇਦ ਨੇ ਸਾਰੇ ਆਪ ਪੜ੍ਹ ਸਕਾਂ, ਸਾਰੀ ਸਮਝ ਹੋਵੇ ਮੈਨੂੰ, ਵਿਦਿਆ ਵਿਧੀ ਸਾਰੀ ਵਿਦਿਆ ਦੀ ਮੈਨੂੰ ਸਮਝ ਆ ਜਾਵੇ, ਸਭੀ ਸ਼ਸਤਰ ਚਲਾਉ। ਹਰ ਪ੍ਰਕਾਰ ਦਾ ਸ਼ਸਤਰ ਚਲਾਉਣ ਦੀ ਮੈਨੂੰ ਸਮਝ ਆਪੇ ਹੀ ਆ ਜਾਵੇ, ਕੋਈ ਗੁਰੂ ਨਾ ਬਣਾਉਣਾ ਪਵੇ। ਸਭੀ ਸ਼ਸਤਰ ਦਾ ਮਤਲਬ ਗਿਆਨ ਵਾਲੇ ਵੀ, ਦੂਏ ਵੀ, ਇਹ ਜਿਹੜੇ ਦੂਏ ਹਥਿਆਰ ਨੇ ਇਹ ਵੀ ਯਾਰ, ਦੂਏ ਵੀ ਅੰਦਰਲੇ ਯਾਰ ਬਾਹਰਲੇ, ਦੋਏ ਕਿਸਮ ਦੇ ਸ਼ਸਤਰ, ਇਹਨਾਂ ਦੀ ਮੈਨੂੰ ਚਲਾਉਣ ਦੀ ਸਮਝ ਆ ਜਾਏ, ਸੋਝੀ ਆ ਜਾਏ। ਸਭੀ ਸ਼ਸਤਰ ਚਲਾਉਂ। ਹਾਂ ਸਭੀ ਦੇਸ ਜੇਰ ਕਰ ਆਪਣ ਆਪੇ ਮਤਾ ਮਤਾਉ। ਆਹ ਗੱਲ ਇੱਥੇ ਨੁਕਸ ਹੈ, ਇੱਥੇ ਨੁਕਸ ਹੈ, ਇੱਥੇ ਆ ਕੇ ਨੁਕਸ ਹੈ। ਇਹ ਗਲਤ ਡਿਮਾਂਡ ਹੈ। ਹਾਂ ਇੱਥੇ ਆ ਕੇ ਨੁਕਸ ਹੈ। ਸਭੀ ਜੇਰ, ਸਭੀ ਦੇਸ ਜੇਰ ਕਰ ਆਪਣ, ਸਾਰੇ ਦੇਸਾਂ ਨੂੰ ਆਪਣੇ ਅਧੀਨ ਕਰਕੇ, ਜੇਰ ਕਰ ਆਪਣ ਆਪਣੇ ਆਪਣੇ ਆ ਗਿਆ ਨਾ, ਆਪੇ ਮਤਾ ਮਤਾਉ। ਆਪਣੀ ਮਰਜ਼ੀ ਮੁਤਾਬਕ ਇਹਨਾਂ ਤੇ ਮੈਂ ਕਹਾਂ ਵੀ ਐਂ ਕਰਨਾ, ਬਸ ਇੱਥੇ ਕੱਚ ਹੈ, ਇੱਥੇ ਕੱਚ ਹੈ ਨਾ, ਇੱਥੇ ਆ ਕੇ ਕੱਚ ਹੈ। ਕਹੀ ਤਥਾ ਅਸਤੂ ਭਈ ਲੋਪ ਚੰਡਕਾ ਤਾਸ ਮਹਾ ਵਰਦੈ ਕੈ। ਇਹਨੂੰ ਮਹਾਭਾਰਤ ਦੇ ਦਿੱਤਾ ਚੰਡਕਾ ਨੇ, आप अलोक हो तथास्तु भी चल ऐसा ही हो जाऊगा, जैसी तेरी इच्छा पूरी हो जाऊगी। लोप होगी, आप अलोप होगी उतो। लोप लोप हाँ अलोप ਨੂੰ ਅਲੋਪ ਕਹਿੰਦੇ ਨੇ, ਅਲੋਪ ਨਹੀਂ ਸੀ ਕਹਿ ਸਕਦੇ, ਉਹ ਉੱਥੇ ਆੜਾ ਲੱਗ ਕੇ ਨਾ ਉਹਦਾ ਤਾਂ ਅਲੋਪ ਹੈ, ਪਰ ਲੋਪ ਅਲੋਪ ਇੱਕੋ ਹੀ ਗੱਲ ਹੈ। ਅੰਤਰ ਧਿਆਨ ਹੋਏ ਗਈ ਆਪਣ ਪਰ ਸਿੰਘ ਅਰੂੜਤ ਹੋਇਆ ਕੈ। ਹਾਂ ਆਪਣੇ ਸ਼ੇਰ ਤੇ ਸਵਾਰੀ ਕਰਕੇ ਉੱਥੋਂ ਗਾਇਬ ਹੋ ਗਈ, ਅੰਤਰ ਧਿਆਨ ਹੋ ਗਈ ਆਪਣ ਪਰ ਸਿੰਘ। ਆਓ ਪ੍ਰਗਟ ਹੋਈ ਬਿਉ ਬਾਣੀ, ਚੁੱਪ ਕਰ ਗਈ। ਹੋਰ ਵਿਸ਼ਨ ਪਦ ਤੋ ਪ੍ਰਸਾਦ ਗੌੜੀ ਪਾਰਸ ਕਰ ਡੰਡੌਤ ਫਿਰ ਆਏ। ਪਾਰਸ ਕਰ ਡੰਡੌਤ ਫਿਰ ਆਏ, ਪਾਰਸ ਨੇ ਉੱਥੇ ਡੰਡੌਤ ਕੀਤੀ, ਡੰਡੌਤ ਕਰਕੇ ਆ ਗਿਆ ਘਰ ਨੂੰ ਆਪਣੇ। ਆਪਤ ਵੀਰ ਦੇਸ ਦੇਸਣ ਤੇ ਮਾਨੁਕ ਭੇਜ ਬੁਲਾਏ। ਸਾਰੇ ਦੇਸਾਂ ਦੇ ਜਿਹੜੇ ਬੜੇ ਬੜੇ ਯੋਧੇ ਸੀ, ਰਾਜੇ ਸੀ, ਬੰਦੇ ਭੇਜਤੇ, ਸਾਰੇ ਫਿਰ ਇਕੱਠੇ ਕਰ ਲਏ, ਇਕੱਠੇ ਕਰਨ ਲੱਗ ਗਿਆ। ਨਿਪ ਕੋ ਰੂਪ ਬਿਲੋਕ ਸੁਭਟ ਸਭ ਚੱਕਰਤ ਚਿਤ ਬਿਸਮਾਏ। ਹੁਣ ਜਿਹੜਾ ਨਿਰਪ ਦਾ ਰਾਜੇ ਦਾ ਰੂਪ ਉਹਨਾਂ ਨੇ ਦੇਖਿਆ ਨਾ, ਇਹ ਤੋਂ ਬਾਅਦ ਹੁਣ ਰੂਪ ਕੁਛ ਹੋਰ ਸੀ ਉਹਦਾ, ਚੰਡੀ ਦਾ ਵਰ ਦੇਣ ਤੋਂ ਬਾਅਦ, ਚੰਡੀ ਦੇ ਵਰ ਦੇਣ ਤੋਂ ਬਾਅਦ ਉਹ ਦੇਖ ਕੇ ਚੱਕਰ ਤਾਂ ਹੋ ਗਏ ਵੀ ਇਹ ਐਸਾ ਰੂਪ ਪਹਿਲਾਂ ਨਹੀਂ ਸੀ ਇਹਦਾ। ਗੱਲਾਂ ਬਾਤਾਂ ਵੀ ਸੁਣੀਆਂ ਬਈ ਉਹ ਰੂਪ ਅਸਲ 'ਚ ਕੀ ਹੁੰਦਾ, ਰੂਪ ਸਰੀਰ ਦਾ ਨਹੀਂ ਹੁੰਦਾ, ਰੂਪ ਉਹਦੇ ਗਿਆਨ ਦਾ ਹੁੰਦਾ। ਜੋ ਉਹਦੇ ਕੋਲ ਸੋਝੀ ਸੀ ਉਹਦਾ ਰੂਪ ਦੇਖਿਆ, ਜੋ ਉਹਦਾ ਪਲੈਨਿੰਗ ਸੀ ਪਲੈਨਿੰਗ ਦਾ ਰੂਪ ਦੇਖਿਆ। ਸਾਰੀ ਵਰਡ ਨੂੰ ਆਪਾਂ ਨੇ ਅੱਛੇ ਪਾਸੇ ਲਾਉਣਾ, ਐਸੀ ਕਲਪਨਾ ਕਰਨਾ ਹਰੇਕ ਆਦਮੀ ਦਾ ਕੰਮ ਨਹੀਂ ਹੈ। ਜਦੋਂ ਕਿ ਰਾਜੇ ਰਾਜ ਕਰਦੇ ਹੋਣ, ਇੰਨੇ ਉਹਨਾਂ 'ਚ ਜ਼ਿਆਦਾ ਰਾਜੇ ਨਾ ਚਾਹੁੰਦੇ ਹੋਣ, ਜ਼ਿਆਦਾ ਰਾਜੇ ਨਾ ਚਾਹੁੰਦੇ ਹੋਣ। ਹਾਂਜੀ ਐਸੇ ਕਭੀ ਲਖੇ ਨਹੀਂ ਰਾਜਾ ਜੈਸੇ ਆਜ ਲਖਾਏ। ਐਸਾ ਤਾਂ ਇਹਦਾ ਸਰੂਪ ਕਦੇ ਦੇਖਿਆ ਨਹੀਂ ਜਿਹੋ ਜਿਹਾ ਅੱਜ ਨਜ਼ਰ ਆਉਂਦਾ। ਪਹਿਲਾਂ ਇਹੋ ਜਿਹਾ ਨਹੀਂ ਸੀ ਹਿਸਾਬ ਕਿਤਾਬ ਇਹਦਾ ਲੱਗਦਾ, ਇਹੋ ਜਿਹੀਆਂ ਗੱਲਾਂ ਨਹੀਂ ਸੀ, ਇਹੋ ਜਿਹਾ ਪਲੈਨਿੰਗ ਨਹੀਂ ਸੀ, ਇਹੋ ਜਿਹਾ ਦ੍ਰਿੜ ਇਰਾਦਾ ਵੀ ਨਹੀਂ ਸੀ। ਅਸਲ 'ਚ ਦ੍ਰਿੜ ਇਰਾਦਾ ਵੀ ਸਰੂਪ ਹੈ, ਇਰਾਦਾ ਨਹੀਂ ਸੀ ਇਹੋ ਜਿਹਾ। ਚੱਕਰਤ ਭਈ ਗਗਨ ਕੀ ਬਾਲਾ ਗਣ ਉਡ ਗਨ ਬਿਰਮਾਏ। ਗਗਨ ਕੀ ਬਾਲਾ ਕੌਣ ਹੈ? ਗਗਨ ਕੀ ਬਾਲਾ ਉਹਨੂੰ ਕਹਿੰਦੇ ਨੇ ਜਿਹੜਾ ਸੰਤੋਖੀ ਆਦਮੀ ਹੋਵੇ, ਜਿਹੜਾ ਉਪਰਾਮ ਹੋਵੇ ਨਾ ਮਾਇਆ ਤੋਂ ਮਨ, ਉਹ ਗਗਨ ਕੀ ਬਾਲਾ ਹੁੰਦੀ ਹੈ। ਬਾਲ ਬੁੱਧੀ ਨੂੰ ਕਹਿੰਦੇ ਨੇ ਬਾਲਾ, ਬਾਲ ਬੁੱਧ ਨਹੀਂ ਹੁੰਦੀ, ਤੰਨੇ ਪਾਇਆ ਬਾਲ ਬੁੱਧ। ਜਿਹੜੀ ਬਾਲ ਬੁੱਧ ਆ ਉਹ ਗਗਨ ਦੇ ਵਿੱਚ ਹੁੰਦੀ ਹੈ, ਉਹਦੀ
ਸੁਰਤੀ ਮਾਇਆ 'ਚ ਨਹੀਂ ਹੁੰਦੀ, ਉਹਦੀ ਸੁਰਤ ਮਾਇਆ 'ਚ ਨਹੀਂ ਹੁੰਦੀ। ਆਕਾਸ਼ ਨਾਲ ਹਿਰਦੇ ਨਾਲ ਜੁੜੇ ਹੁੰਦੇ। ਹਾਂ, ਗਰਭ ਦੇ ਵਿੱਚ ਜੇ ਸੁਰਤੀ ਹਿਰਦੇ 'ਚ ਜੇ ਗਗਨ 'ਚ ਨਾ ਹੁੰਦੀ ਤਾਂ ਮਰ ਜਾਂਦਾ ਉੱਥੇ ਆਦਮੀ, ਉੱਥੇ ਨਹੀਂ ਜਿਉ ਸਕਦਾ। ਉਹ ਉਦੋਂ ਦੀ ਗਗਨ 'ਚ ਹੁੰਦੀ ਹੈ ਸੁਰਤੀ। ਜੇ ਗਗਨ 'ਚ ਸੁਰਤੀ ਹੋਵੇ ਤਾਂ ਹੀ ਬਿਨ ਸਾਸ ਤੇ ਉੱਥੇ ਸਰੀਰ ਰਹਿ ਸਕਦਾ। ਜਦੋਂ ਵੀ ਸੁਰਤੀ ਪਾਣੀ 'ਚ ਆ ਗਈ, ਸਰੀਰ 'ਚ ਆ ਗਈ, ਫਿਰ ਹਵਾ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਫਿਰ ਹਵਾ ਮੂਲ ਬਣ ਜਾਂਦੀ ਹੈ। ਜਦ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ ਜ਼ਿਆਦਾ, ਫਿਰ ਇਹਦਾ ਮੂਲ ਹਵਾ ਬਣ ਜਾਂਦੀ ਹੈ। ਪਾਣੀ ਦਾ ਮੂਲ ਹਵਾ, ਸਾਚੇ ਤੇ ਪਵਨਾ ਪਿਆ, ਪਵਨਾਂ ਤੇ ਜਲ ਬਣਿਆ ਨਾ, ਫਿਰ ਹਵਾ ਪ੍ਰਾਣ ਵਾਯੂ ਬਣ ਜਾਂਦੀ ਹੈ ਇਹਦੇ, ਫਿਰ ਪ੍ਰਾਣ ਵਾਯੂ ਹਵਾ ਬਣ ਜਾਂਦੀ ਹੈ। ਪਹਿਲਾਂ ਪ੍ਰਾਣ ਵਾਯੂ ਗਗਨ ਹੈ, ਪਹਿਲਾਂ ਤਾਂ ਗਗਨ ਹੈ, ਇਹਦਾ ਸਰੀਰ ਹੈ ਗਗਨ। ਹਵਾ ਦੀ ਲੋੜ ਨਹੀਂ, ਗਗਨ ਦੇ ਵਿੱਚ ਹਵਾ ਦੀ ਕੀ ਲੋੜ ਹੈ? ਗਗਨ ਅੱਡ ਹੈ, ਹਵਾ ਅੱਡ ਹੈ। ਹਵਾ ਨੇ ਗਗਨ 'ਚ ਸਮਾਉਣਾ ਹੈ, ਹਵਾ ਨੇ ਗਗਨ 'ਚ ਟਿਕੂਗਾ, ਸਮਾਜੂ ਗਗਨ ਦੇ ਵਿੱਚ। ਹਵਾ ਜਿਹਨਾਂ ਟਿਕਦੀ ਨਹੀਂ, ਸਮਾ ਨਹੀਂ ਸਕਦੀ। ਮਨ ਟਿਕਦਾ ਨਹੀਂ, ਸਮਾ ਨਹੀਂ ਸਕਦਾ। ਮਨ ਔਰ ਜਿਹੜੀ ਹੈ ਹਵਾ ਇੱਕੋ ਹੀ ਗੱਲ ਹੈ। ਪਵਨ ਬਣ ਕੇ, ਹਾਂ, ਪਵਨ ਬਣ ਕੇ। ਗਗਨ ਜਿਹੜਾ ਹੈਗਾ, ਗਗਨ ਚਿੱਤ ਦੇ ਵਿੱਚ ਟਿਕਿਆ ਹੋਇਆ ਹੈ। ਚਿੱਤ ਟਿਕਿਆ ਹੈ ਜਿਵੇਂ ਗਗਨ ਟਿਕਿਆ ਹੈ, ਮਨ ਨਹੀਂ ਟਿਕਿਆ ਹੋਇਆ ਗਗਨ। ਹਾਂ, ਗਨ ਉੱਡ ਗਨ ਬਿਰਮਾਏ, ਗਨ ਉੱਡ ਗਨ, ਹਾਂ, ਗਨ ਉੱਡ ਗਨ ਬਰਮਾਏ। ਜਿਹਨੇ ਆਮ ਪਬਲਿਕ ਹੈ ਜਿਹੜੀ ਗਣ, ਔਰ ਕੁਛ ਉਦੋਂ ਉੱਪਰ ਸਿਆਣੇ ਨੇ ਉਹਨਾਂ ਦੇ ਵਿੱਚ, ਉਦਗਣ ਉੱਪਰ ਨੇ, ਉਦੋਂ ਸਿਆਣੇ ਨੇ ਗਣ ਇਹਨਾਂ ਦੇ ਵਿੱਚ, ਲੀਡਰ ਨੇ ਇਹਨਾਂ ਦੇ। ਹਾਂ, ਸਾਰੇ ਹੈਰਾਨ ਨੇ। ਬਿਸਮਾਏ ਬਿਰਮਾਏ। ਅੱਛਾ। ਚਿਮ ਚਿਮ ਮੇਘ ਬੂੰਦ ਜਿਉ ਦੇਵਨ, ਅਮਰ ਪੋਪ ਬਰਖਾਏ। ਕਹਿੰਦੇ ਦੇਵਤਿਆਂ ਨੇ ਸ਼ਰਧਾ ਦੇ ਫੁੱਲ, ਚਿਮ ਚਿਮ ਮੇਘ ਬੂੰਦ ਜਿਉ, ਜਿਵੇਂ ਜਿਵੇਂ ਕੋਈ ਕਿਤੇ ਕਿਤੇ ਬਰਸ਼ ਹੁੰਦੀ ਹੈ ਨਾ, ਮੇਘ ਜੋ ਬੂੰਦਾਂ ਹੁੰਦੀਆਂ ਨੇ, ਐ ਦੇਵਤਿਆਂ ਨੇ ਅਸੀਸਾਂ ਦਿੱਤੀਆਂ। ਦੇਵਨ ਅਮਰ ਪੋਪ ਬਰਖਾਏ, ਅਮਰ ਪੋਪ ਹੁੰਦੀ ਹੈ ਅਸੀਸਾਂ, ਅੰਦਰੋਂ ਅਸੀਸਾਂ ਦਿੱਤੀਆਂ ਉਹਨਾਂ ਨੇ। ਬਈ ਬਹੁਤ ਅੱਛੀ ਗੱਲ ਹੈ, ਜਿਸ ਪਾਸੇ ਨੂੰ ਰਾਜੇ ਦਾ ਧਿਆਨ ਗਿਆ, ਉਹ ਅੰਦਰੋਂ ਨਾਲ ਨੇ ਨਾ, ਅਮਰ ਪੋਪ ਅੰਦਰੋਂ ਨਾਲ ਨੇ। ਉਹ ਬਈ ਆ ਰਾਜਾ ਜਿਹੜਾ ਹੈਗਾ, ਬਹੁਤ ਚੰਗੀ ਗੱਲ ਕਹੀ, ਉਹਨਾਂ ਦੇ ਦਿਲ ਦੀ ਗੱਲ ਕਹਿਤੀ, ਉਹਨਾਂ ਦੇ ਦਿਲ ਦੀ ਗੱਲ ਕਹਿਤੀ। ਉਹ ਜਿਹੜੇ ਦੇਵਗਣ ਨੇ, ਉਹਨਾਂ ਨੇ ਅਮਰ ਪੋਪ ਬਰਸਾਏ ਨੇ। ਪੋਪ ਕਹਿੰਦੇ ਫੁੱਲ ਨੂੰ ਅਸੀਸਾਂ ਦਿੱਤੀਆਂ ਨੇ। ਸ਼ਰਧਾ ਦੇ ਫੁੱਲ ਨੇ, ਸ਼ਰਧਾ ਦੇ ਫੁੱਲ ਬਰਸਾਏ ਨੇ, ਅਸੀਸਾਂ ਹੀ ਦਿੱਤੀਆਂ ਨੇ ਉਹਨਾਂ ਨੇ। ਜਾਨਕ ਜੁਬਨ ਖਾਨ ਹੁਆ, ਨਿਕਸੇ ਰੂਪ ਸਿੰਧ ਅਨਵਾਏ। ਜਿਵੇਂ ਜੋਬਨ ਦੀ ਖਾਨ ਹੋ ਕੇ, ਜਲਾਲ ਜਿਹੜਾ ਰੂਪ ਸੀ ਉਹਦਾ, ਜੋਤ ਦਾ ਜਲਾਲ ਸੀ, ਉਹ ਜੋਬਨ ਦੀ ਖਾਨ ਜਿਵੇਂ ਹੁੰਦੀ ਹੈ ਕੋਈ, ਐ ਉਹਦਾ ਜੋਤ ਦਾ ਜੋਬਨ ਸੀ, ਯਾਨੀ ਪੂਰਨ ਜੋਤ ਸੀ, ਪੂਰਨ ਜੋਤ। ਨਿਕਸੇ ਰੂਪ ਸਿੰਧ ਅਨਵਾਏ। ਹਾਂ, ਰਿਕਸੇ ਜਿਵੇਂ ਕੋਈ ਸਿੰਧ ਹੁੰਦਾ, ਸਾਗਰ ਹੁੰਦਾ, ਸਾਗਰ 'ਚ ਬੇਅੰਤ ਪਾਣੀ ਹੁੰਦਾ, ਐ ਉਹ 'ਚ ਬੇਅੰਤ ਜੋਤ ਸੀ। ਜੋਬਨ ਦਾ ਸਮੁੰਦਰ ਸੀ, ਠਾਠਾ ਮਾਰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ। ਜਾਨਕ ਧਰਨ ਡਾਰ ਬਸਦਾ ਪਰ, ਕਾਮ ਕਲੇਵਰ ਆਏ। ਜਨਕ ਧਰਨ ਜਾਣ ਬਸਦਾ ਪਰ, ਬਸਦਾ ਜਿਹੜੀ ਧਰਤੀ ਹੈ। ਜਾਨਕ ਧਰਨ ਡਾਰ ਬਸਦਾ ਪਰ, ਕਾਮ ਕਲੇਵਰ ਆਏ। ਕਾਮ ਇੱਛਾ ਸ਼ਕਤੀ, ਜਿਹੜੀ ਕਾਮਨਾ ਸੀ, ਉਹਦੀ ਇੱਛਾ ਸੀ, ਕਾਮਨਾ ਇੱਛਾ ਐਡੀ ਬੜੀ ਸੀ ਕਿ ਉਹ ਧਰਤੀ ਹੀ, ਸਾਰੀ ਸ੍ਰਿਸ਼ਟੀ ਉਹਦੇ ਹਿਰਦੇ 'ਚ ਹੀ, ਸਾਰੀ ਸ੍ਰਿਸ਼ਟੀ ਨੂੰ ਬਦਲਣੀ ਜਿਹੜੀ ਇੱਛਾ ਸੀ, ਸਾਰੀ ਸ੍ਰਿਸ਼ਟੀ ਨੂੰ ਬਦਲ ਦੇਣਾ ਮੈਂ, ਸਾਰੀ ਧਰਤੀ ਦੇ ਉੱਤੇ ਹੀ ਇਹ ਬਦਲ ਦੇਣਾ, ਐਡੀ ਬੜੀ ਕਾਮਨਾ ਸੀ ਉਹਦੇ ਵਿੱਚ। ਐਡੀ ਬੜੀ ਕਾਮਨਾ ਨਹੀਂ ਹੋ ਸਕਦੀ। ਉਹ ਕਾਮਨਾ ਦੇ ਕਲਪਨਾ, ਕਲੇਵਰ ਹੈ ਜਿਹੜੀ, ਕਲੇਵਰ ਆ ਗਿਆ ਨਾਲ, ਉਹਦੀ ਕਲਪਨਾ ਸੀ ਕਲੇਵਰ ਅਸਲ 'ਚ। ਜੇ ਤਾਂ ਕਾਮਨਾ, ਉਹ ਕਲੇਵਰ ਹੀ ਹੈ ਫਿਰ ਨਾਲ, ਉਹਦੀ ਇੱਛਾ ਹੈ ਨਾਲ, ਉਹਦੀ ਇੱਛਾ ਹੈ ਇੱਥੇ, ਤਾਂ ਕਾਮਨਾ ਆ ਗਿਆ ਨਾਲ। ਕਾਮਨਾ ਮਾੜੀ ਨਹੀਂ ਹੈ, ਪਰ ਮਾੜੀ ਨਹੀਂ ਹੈ, ਕਾਮਨਾ ਤਾਂ ਹੈ, ਕਾਮਨਾ ਮਾੜੀ ਨਹੀਂ।
ਪਰ ਹੁਕਮ ਤੇ ਫਿਰ ਵੀ ਬਾਹਰ ਹੈ ਥੋੜਾ ਜਿਹਾ। ਕਾਮਨਾ ਚਾਹੇ ਮਾੜੀ ਨਹੀਂ, ਵਿਸ਼ਨ ਪਦ ਆਪਣਾ ਕਿਉਂ ਨਹੀਂ ਕਾਮਨਾ, ਆਪਣਾ ਨਾਂ ਮੇਰਾ ਬਾਅਦ ਚ ਰਹੇ ਇਹ ਇੱਛਾ। ਮੇਰਾ ਨਾਂ ਉਸ ਆ ਜਾਏ ਜਗ੍ਹਾ ਵੀ ਮੇਰੇ ਮੁਕਾਬਲੇ 'ਚ ਕੋਈ ਹੋਇਆ ਹੀ ਨਹੀਂ, ਕਿਤੇ ਨਾ ਕਿਤੇ ਥੋੜਾ ਹੰਕਾਰ ਦੀ ਹੋਈ ਇੱਛਾ ਚਮਕਾ। ਇਹ ਵਿਸ਼ਨ ਪਦ ਕਿਉਂ ਪਿੱਛੇ ਹੈ ਨਾ ਦੂਆ ਅਵਤਾਰ ਪਹਿਲਾ ਦੱਤਾਤਰੈ ਹੈ, ਉਹਦਾ ਨਾਂ ਜੋ ਚੱਲਦਾ ਦੱਤਾਤਰੈ ਨੂੰ ਵੱਡਾ ਨਾਂ ਹੋ ਜਾ ਮੇਰਾ। ਆ ਇੱਛਾ ਵਿਸ਼ਨ ਪਦ ਸਾਰੰਗ ਤਉ ਪ੍ਰਸਾਦ ਭੂਪਤ ਪਰਮ ਗਿਆਨ ਜਬ ਪਾਇਓ। ਭੂਪਤ ਪਰਮ ਗਿਆਨ ਜਬ ਪਾਇਓ। ਪਰਮ ਗਿਆਨ ਵੈਸੇ ਗਿਆਨ ਤਾਂ ਠੀਕ ਹੈ, ਉਹਦਾ ਗਿਆਨ ਮਾੜਾ ਨਹੀਂ, ਪਰਮ ਗਿਆਨ ਹੈ ਕਿ ਬੈਟਰਮੈਂਟ ਵਾਸਤੇ, ਲੋਕਾਂ ਦੇ ਭਲੇ ਵਾਸਤੇ ਹੀ ਹੈ ਸਾਰਾ ਕੁਝ। ਪਰਮ ਗਿਆਨ ਜਦ ਉਹਨੂੰ ਪ੍ਰਾਪਤ ਹੋ ਗਿਆ। ਮਨ ਬਚ ਕਰਮ ਕਠਨ ਕਰਤਾ ਕੋ ਜੋ ਕਰ ਧਿਆਨ ਲਗਾਇਓ। ਮਨ ਕਰਕੇ ਬਚਨ ਕਰਕੇ ਕਠਨ ਕੰਮ ਸੀ ਜਿਹੜਾ, ਉਹਦੇ ਵਾਸਤੇ ਧਿਆਨ ਲਾ ਲਿਆ। ਕੰਮ ਤਾਂ ਔਖਾ ਹੈ, ਕਰਮ ਕਠਨ ਹੈ। ਮਨ ਬਚ ਕਰਮ ਕਠਨ ਕਰਤਾ ਕੋ, ਜੋ ਮਨ ਵਿੱਚ ਹੈ ਉਹੀ ਮੂੰਹ 'ਚ ਹੈ। ਜਿਹੜਾ ਕਰਮ ਹੈ ਕਠਨ ਕਰ ਲੈ, ਸ਼ੁਰੂ ਕਰ ਲਿਆ। ਕਠਨ ਕਰਤਾ ਕੋ ਜੋ ਕਰ ਧਿਆਨ ਲਗਾਇਓ। ਧਿਆਨ ਕਰ ਲਿਆ ਇਹ ਹੁਣ ਕੰਮ ਜਿੰਨਾ ਮਰਜ਼ੀ ਔਖਾ ਹੈ ਇਹ ਕਰਨਾ ਹੀ ਕਰਨਾ। ਕਰ ਬਹੁ ਨਿਆਸ ਕਠਨ ਕੰਮ ਮੰਨ ਕੇ ਮੱਥਾ ਲਾ ਲਿਆ। ਠੀਕ ਹੈ ਕਠਨ ਹੈ ਪਰ ਮੱਥਾ ਲਾ ਲਿਆ। ਹੁਣ ਉਹਨੇ ਮੰਨ ਲਿਆ ਵੀ ਕਰਨਾ ਹੀ ਹੈ। ਹਸ਼ਰ ਕੁਛ ਵੀ ਹੋਵੇ ਵੀ ਚੰਗਾ ਕੰਮ ਦਾ ਤਾਂ ਚੰਗਾ ਹੀ ਹੋਊਗਾ, ਮਾੜਾ ਕਿਉਂ ਹੋਊਗਾ। ਵੀ ਜੇ ਮੈਂ ਚੰਗਾ ਕੰਮ ਕਰੂੰ ਵੀ ਚੰਡੀ ਨੇ ਤਾਂ ਹੁਣ ਕਹਿ ਦਿੱਤਾ ਕਰ, ਮੇਰੀ ਮਦਦ ਤੇ ਹੀ ਆ ਉਹ। ਹਾਂ ਉਹ ਭਾਣੇ ਨੂੰ ਨਹੀਂ, ਇੱਥੇ ਭਾਣੇ ਦਾ ਜ਼ਿਕਰ ਨਹੀਂ ਆ ਰਿਹਾ। ਇੱਥੇ ਆਪਣੇ ਭਾਣੇ ਦੀ ਗੱਲ ਆ, ਜੋ ਬਸ ਆਪਣੇ ਭਾਣੇ ਦੀ ਗੱਲ ਹੈ। ਇਸੇ ਕਰਕੇ ਚੰਡੀ ਅੱਡ ਦਿਖਾਈ ਹੈ, ਅੱਡ ਦਿਖਾਇਆ ਭਾਣੇ ਤੋਂ ਅੱਡ ਖੜਾ। ਆਪ ਚੰਡੀ ਦਾ ਰੂਪ ਨਹੀਂ ਹੈ। ਚੰਡੀ ਅੱਡ ਹੈ, ਇਹ ਆਪ ਅੱਡ ਹੈ। ਚੰਡੀ ਵਰਦਾ ਦੇਖ ਤਾਂ ਲੋਪ ਹੋ ਗਈ। ਹਾਂ ਕਰ ਬਹੁ ਨਿਆਸ ਕਠਨ ਜਪ ਸਾਧਿਓ ਦਰਸ਼ਨ ਦਿਓ ਭਵਾਨੀ। ਹਾਂ ਜਦ ਕਠਨ ਜਾਪ ਕੀਤਾ ਉਹਨੇ ਜਾਪ ਕਰਨ ਤੇ ਨਹੀਂ ਹੈ ਜੋ ਹਟਦਾ, ਕਿਉਂਕਿ ਜਿਹਨੇ ਕੰਮ ਕੋਈ ਕਰਨਾ ਹੋਵੇ ਨਾ ਆਪਣੇ ਲੈਵਲ ਤੇ ਉਹ ਜਾਪ ਨਹੀਂ ਛੱਡ ਸਕਦਾ ਹੈਗਾ। ਉਹ ਨਹੀਂ ਛੱਡ ਸਕਦਾ ਜਾਪ, ਆਪਣੇ ਲੈਵਲ ਤੇ ਕਰ ਰਿਹਾ ਨਾ। ਜੇ ਤਾਂ ਹੁਕਮ ਨਹੀਂ ਕਰ ਰਿਹਾ ਉਹ ਤਾਂ ਲੋੜ ਨਹੀਂ ਜਾਪ ਦੀ। ਉਹ ਤਾਂ ਉਹ ਨਹੀਂ ਥੋੜੀ ਠੇਕਾ ਲਿਆ ਹੈ। ਉਹਦਾ ਜਿਵੇਂ ਕਰਾਉਂਦਾ ਕਰੀ ਜਾਂਦਾ। ਜਾਂ ਮਾਲਕ ਦਾ ਹੁਕਮ ਹੈ ਵੀ ਆਹ ਕਰੋ ਬਈ ਆਹ ਕਰੋ, ਉਹਦੀ ਫੈਕਟਰੀ ਫੇਲ ਹੋਵੇ ਚਾਹੇ ਪਾਸ ਹੋਵੇ, ਉਹਨੇ ਕੀ ਲੈਣਾ। ਹੁਕਮ ਦਾ ਮਾਲਕ ਦਾ, ਫੇਰ ਨਹੀਂ ਉਹਨੂੰ ਕੋਈ ਫਰਕ। ਜਦ ਉਹਨੇ ਆਪਣੇ ਹੀ ਮੰਨ ਕੇ ਕਰਨਾ ਹੈ ਫੇਰ ਉਹਨੂੰ ਚਿੰਤਾ ਰਹਿੰਦੀ ਹੈ। ਚਿੰਤਾ ਰਹਿੰਦੀ ਹੈ ਤੇ ਫਿਰ ਉਹਨੂੰ ਜਪ ਤਪ ਵੀ ਕਰਨਾ ਪਊਗਾ। ਜਿਹੜਾ ਰਾਹ ਫੜਿਆ ਹੋਇਆ ਉਹੀ ਰੱਖਣਾ ਪਊ। ਗਿਆਨ ਦੀ ਕਮੀ ਹੈ ਫਿਰ ਵੀ ਥੋੜਾ ਜਿਹਾ ਸ਼ਰੀਕਤ ਵਾਲੀ ਗੱਲ ਹੈ। ਦਰਸ਼ਨ ਦਿਓ ਭਵਾਨੀ। ਹਾਂ ਦਰਸ਼ਨ ਲਿਓ ਭਵਾਨੀ, ਭਵਾਨੀ ਦਿਓ ਦਿੱਤਾ, ਭਵਾਨੀ ਨੇ ਦਰਸ਼ਨ ਦਿੱਤਾ। ਤਤ ਚਿਨ ਪਰਮ ਗਿਆਨ ਉਪਦੇਸਿਓ ਲੋਕ ਚਤੁਰ ਦਸ ਰਾਣੀ। ਇਉਂ ਲੱਗਦਾ ਹੈ ਵੀ ਕੁਛ ਆਦਮੀ ਹੈ ਵੀ ਉੱਥੇ ਜਿਹੜੇ ਗਿਆਨ ਹੈ ਜਿਨ੍ਹਾਂ ਨੂੰ। ਔਰ ਭਵਾਨੀ ਨੇ ਕੀ ਦਰਸ਼ਨ ਦੇਣਾ, ਕੋਈ ਬੰਦਾ ਹੀ ਹੈ ਜਿਹਨੂੰ ਇਹ ਗੱਲ ਹੈ, ਜਿਹਦੇ ਕੋਲ ਪਾਵਰ ਤਾਂ ਹੈ ਨਹੀਂ ਪਰ ਗਿਆਨ ਹੈਗਾ। ਉਹਨੇ ਫਿਰ ਥੋੜੀ ਦੇਰ ਵਾਸਤੇ ਉਹਨੂੰ ਫਿਰ ਆ ਕੇ ਦੱਸਿਆ, ਕਿਉਂਕਿ ਪਰਮ ਗਿਆਨ ਉਪਦੇਸਿਓ, ਪਰਮ ਗਿਆਨ ਦੀ ਫਿਰ ਉਪਦੇਸ਼ ਕੀਤਾ ਉਹਨੂੰ। ਲੋਕ ਚਤੁਰ ਦਸ ਰਾਣੀ। ਹਾਂ ਚਤੁਰ ਦਸ ਰਾਣੀ ਨੇ ਉਹਨੇ ਕੋਈ ਹੋਊਗਾ ਬੰਦਾ, ਉਹਨੂੰ ਫਿਰ ਉਪਦੇਸ਼ ਦਿੱਤਾ ਵੀ ਆ ਐ ਨਹੀਂ ਕਰਨਾ, ਐ ਕਰਨਾ। ਕਿਉਂਕਿ ਉਹ ਜੋ ਆਪਣਾ ਮੂਹਰੇ ਆਪ ਹੋਣਾ ਚਾਹੁੰਦਾ
ਉਹ ਕਹਿੰਦਾ ਕੋਈ ਨਹੀਂ, ਮੂਹਰੇ ਰਹੇ ਮੈਂ ਹੀ ਕਰਨਾ। ਉਪਦੇਸ਼ ਦਿੱਤਾ, ਗਾਈਡਲਾਈਨ ਦੇ ਉਹ ਫਿਰ ਗਾਈਡਲਾਈਨ ਦੇਤੀ, ਫਿਰ ਪਿੱਛੇ ਹਟ ਗਿਆ ਆਪ, ਕਿਉਂਕਿ ਇਹਦਾ ਕੀ ਪਤਾ ਇਹਨੂੰ ਇਹ ਬੁਰਾ ਸਮਝ ਲਵੇ। ਬੜਾ ਨਹੀਂ ਆਪ ਤੋਂ ਬਰਦਾਸ਼ਤ ਕਰ ਸਕਦਾ ਹੈ ਕਿਸੇ ਨੂੰ। ਉਹ ਕਹਿੰਦਾ ਕੋਈ ਨਹੀਂ, ਆਪਣਾ ਹੀ ਕੰਮ ਕਰਦਾ, ਸਾਨੂੰ ਕੀ ਹੈ, ਕਰਨ ਦੇ। ਹਾਂ, ਕੰਮ ਤਾਂ ਆਪਣਾ ਹੀ ਕਰਦਾ। ਉਹ ਜੇ ਥੋੜਾ ਬੜਾ ਘੱਟ ਕਰੂ ਤਾਂ ਕੀ ਹੈ, ਲਾਈਨ ਤਾਂ ਸਿੱਧੀ ਉਸੇ ਕਰਦਾ ਹੀ ਹੈ। ਤੇ ਛਿਨ ਸਰਬ ਸ਼ਾਸਤਰ ਮੁਖ ਉਚਰੇ, ਤਤ ਅਤਤ ਪਛਾਨਾ। ਫਿਰ ਸਾਰੇ ਅਸਲ ਚ ਤਤ ਔਰ ਅਤਤ ਦੀ ਪਛਾਣ ਉਹੀ ਦੇ ਕੇ ਗਿਆ। ਤਤ ਅਤਤ ਪਛਾਨਾ। ਤੂੰ ਪੜ੍ਹ ਲੇਗਾ ਸ਼ਾਸਤਰ, ਤਤ ਔਰ ਅਤਤ ਦੀ ਪਛਾਣ ਨਹੀਂ ਕਰ ਸਕਦਾ। ਤਤ ਔਰ ਅਤਤ, ਕੱਚੇ ਔਰ ਪੱਕ ਦੀ, ਸੱਚ ਔਰ ਝੂਠ ਦੀ, ਖਰੇ ਔਰ ਖੋੜ ਦੀ ਪਛਾਣ ਉਹਨੂੰ ਦੱਸੀ। ਆਹ ਗੱਲ, ਹਾਂ, ਸੱਚ ਔਰ ਝੂਠ, ਹਾਂ, ਭਵਾਨੀ ਤੋਂ ਬਾਅਦ, ਹਾਂ, ਫਿਰ ਪਛਾਣੇ ਉਹਨੂੰ, ਪਛਾਣ ਕਰਾ ਕੇ ਗਿਆ। ਤਤ ਤਤ ਪਛਾਨਾ, ਤਤ ਔਰ ਅਤਤ ਦੀ ਪਛਾਣ ਕਰਾਈ ਹੈ, ਫਿਰ ਪਛਾਣੇ ਉਹਨੇ ਤਤ ਕੀ ਹੈ, ਅਤਤ ਕੀ ਹੈ। ਪਛਾਣ ਦੇ ਬਿਨਾਂ ਤਾਂ ਗੱਲ ਬਣਨੀ ਨਹੀਂ। ਪਛਾਣ ਦੇ ਬਿਨਾਂ ਜਿੱਤ ਵੀ ਨਹੀਂ ਹੋਣੇ ਸਾਰੇ ਗਿਆਨ ਚਰਚਾ 'ਚ। ਗਿਆਨ ਚਰਚਾ 'ਚ ਨਹੀਂ ਜਿੱਤੇ ਜਾਣੇ ਸਾਰੇ। ਜਿੱਥੇ ਵੀ ਥੋੜੀ ਬਹੁਤ ਕਮੀ ਹੈ ਉੱਥੇ ਹੀ ਅੜ ਜਾਣਾ ਤਾਂ। ਅਸਲ ਜਿਹੜੇ ਸ਼ਾਸਤਰ, ਸਰਬ ਸ਼ਾਸਤਰ ਮੁਖ ਉਚਰੇ ਨੇ, ਭਵਾਨੀ ਨੇ ਉਚਰੇ ਨੇ ਰਾਜੇ ਨੂੰ। ਹਾਂ ਹਾਂ, ਪੜ੍ਹਾਏ ਨੇ, ਉਚਰੇ ਪੜ੍ਹਾਏ ਨੇ, ਤਤ ਅਤਤ ਦੀ ਪਛਾਣ ਕਰਾਈ ਹੈ, ਪਛਾਣ ਕਰਾਈ ਉਹਨੂੰ, ਫਿਰ ਉਹਨੂੰ ਸਿੱਖਿਆ ਦਿੱਤੀ ਹੈ। ਅਵਰ ਅਤਤ ਸਭੇ ਕਰ ਜਾਣੇ, ਇੱਕ ਤਤ ਠਹਿਰਾਨਾ। ਅਵਰ ਜਿੰਨੇ ਗਿਆਨ ਨੇ ਉਹ ਤਤ ਨਹੀਂ ਹੈ। ਅਤਤ, ਅਵਰ ਅਤਤ ਸਭੇ ਕਰ ਜਾਣੇ, ਤਤ ਨਹੀਂ ਹੈ ਉਹਨਾਂ 'ਚ, ਸੱਚ ਨਹੀਂ ਹੈ, ਝੂਠ ਹੈ ਸਭ। ਜਿੰਨੇ ਹੋਰ ਸ਼ਾਸਤਰ ਸਿਮਰਤ ਦੇ ਗਿਆਨ ਨੇ, ਸਾਰੀਆਂ ਬੱਤਾਂ ਦੇ ਗਿਆਨ ਨੇ, ਉਹ ਤਤ ਨਹੀਂ ਹੈ। ਮਾਇਆ ਦੇ ਤਤ ਵੀ ਤਤ ਨਹੀਂ ਹੈ, ਉਹ ਅਤਤ ਨੇ। ਇੱਕ ਤਤ ਠਹਿਰਾਨਾ। ਇਸ ਤਤ ਤੋਂ, ਪਰਮ ਤਤ ਤੋਂ ਸਭ ਉਲਟ ਖੜੇ ਨੇ। ਜਿਹੜੇ ਥੱਲੇ ਦੇ ਗਿਆਨ ਨੇ ਇਹ ਪਰਮ ਤਤ ਦਾ ਵਿਰੋਧ ਕਰਦੇ ਹੁੰਦੇ ਨੇ। ਜਿੰਨੀਆਂ ਮੱਤਾਂ ਨੇ ਉਹ ਪਰਮ ਤਤ ਦਾ, ਸੱਚ ਦਾ ਵਿਰੋਧ ਕਰਦੀਆਂ ਨੇ। ਜੇ ਉਹ ਵਿਰੋਧ ਉਹਨਾਂ ਨੇ ਹਟਣਾ ਤਾਂ ਉਹ ਮੱਤ ਨੂੰ ਮਾਰਨਾ ਹੀ ਪਊਗਾ, ਉਹਨਾਂ ਨੂੰ ਮੱਤ ਨੂੰ ਛੱਡਣਾ, ਤਿਆਗਣਾ ਪਊਗਾ। ਜਿੰਨਾ ਚਿਰ ਉਹ ਮੱਤ ਹੈ ਉਹਦੇ ਕੋਲ ਵਿਰੋਧ ਕਰੂਗੀ। ਇੱਕ ਤਤ ਠਹਿਰਾਨਾ। ਉਹ ਜੋ ਉਹਨਾਂ ਝੂਠ ਹੈ, ਕਮੀ ਹੈ, ਜੇ ਉਹ ਕਮੀ ਛੱਡ ਦੂ ਉਹ ਮੱਤ ਗਈ। ਫਿਰ ਮੱਤ ਨਹੀਂ ਰਹਿਣੀ। ਉਹ ਮੱਤ ਉਹਨਾਂ 'ਚ ਹੈ, ਮਨਮਤ ਜਿੰਨਾ ਚਿਰ ਉਹ 'ਚ ਕਮੀ ਹੈ। ਤੇ ਗੁਰੂ ਅਮਰਦਾਸ ਨੇ ਆਪਣੀ ਛੱਡੇ ਦਿੱਤੀ ਮੱਤ, ਛੱਡਣੀ ਉਹ ਪਊਗੀ ਉਹ ਮੱਤ। ਇਸ ਕਰਕੇ ਸਗਲ ਮਤਾਂਤ ਕੇਵਲ, ਹਾਂ, ਉਹ ਮੱਤਾਂ ਦਾ ਅੰਤ ਕਰਦੀ ਹੈ। ਮੱਤਾਂ ਦਾ ਅੰਤੇ ਕਰਨਾ ਪਊ ਸਾਰੀਆਂ ਦਾ। ਮਿਲ ਕੇ ਮੱਤਾਂ ਇੱਕ ਮੱਤ ਨਹੀਂ ਹੋ ਸਕਦੀਆਂ। ਝੂਠ ਨੂੰ ਸੱਚ ਕਿਵੇਂ ਰਲਾ ਦੋਗੇ ਤੁਸੀਂ, ਤਾਂ ਝੂਠ ਹੋ ਜਾਊਗਾ। ਇੱਕ ਤਤ ਠਹਿਰਾਨਾ। ਹਾਂ, ਇੱਕ ਤੱਤ ਹੋ ਗਿਆ। ਇੱਕ ਤੱਤ ਉਹ ਮੱਤਾਂ ਛੱਡਣੀਆਂ ਪੈਣੀਆਂ ਨੇ ਉਹਨਾਂ ਨੂੰ। ਝੂਠ ਛੱਡਣਾ ਪੈਣਾ, ਜਿੱਥੇ ਝੂਠ ਹੈ ਛੱਡ ਦੋ। ਜੇ ਝੂਠ ਛੱਡਤਾ ਮੱਤ ਖਤਮ ਹੋ ਗਈ। ਉਹ ਮੱਤ ਜਦੇ ਉਹਨਾਂ ਚਿਰ ਮੱਤ ਹੈ ਜਿੰਨਾ ਚਿਰ ਝੂਠ ਹੈ। ਉਹ ਜਦੋਂ ਝੂਠ ਖਤਮ ਹੋ ਗਿਆ ਮੱਤ ਨਹੀਂ ਰਹੀ। ਫਿਰ ਅਨੁਭਵ ਜੋਤ ਅਨੂਪ ਪ੍ਰਕਾਸ਼ੀ, ਅਨਾਦ ਨਾਦ ਬਜਾਇਓ। ਆਹ ਨਾਦ ਹੁਣ ਬਚਿਆ ਉਹਦੇ, ਅਨਾਦ ਨਾਦ ਹੁਣ ਬਜੇ। ਅਨੁਭਵ ਜੋਤ ਅਨੂਪ ਪ੍ਰਕਾਸ਼ੀ, ਅਨੁਭਵ ਜੋਤ ਅਨੂਪ ਪ੍ਰਕਾਸ਼ੀ। ਹੁਣ ਉਹਨੂੰ ਅਨੂਪ ਜੋਤ, ਅਨੁਭਵ ਜੋਤ, ਅਨਾਦ ਨਾਦ ਬਜਾਇਓ। ਤਾਂ ਅੰਦਰੋਂ ਸੋਝੀ ਆਉਣ ਲੱਗੀ ਹੈ। ਹੁਣ ਇਹਨੂੰ ਅੰਦਰੋਂ ਸੋਝੀ ਆਉਣ ਲੱਗੀ ਹੈ। ਗਿਆਨ ਚਰਚਾ 'ਚ ਅੰਦਰੋਂ ਸੋਝੀ ਦੇ ਬਿਨਾਂ ਨਹੀਂ ਤੁਸੀਂ ਜਿੱਤ ਸਕਦੇ ਅਗਲੇ ਨੂੰ। ਬਰਾਬਰ ਵਾਲੇ ਦਾ ਮਨ ਜਿਹੜਾ ਹੈਗਾ ਉਹਦੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਕਦੇ ਵੀ। ਜਿੰਨਾ ਚਿਰ ਅੰਦਰੋਂ ਸੋਝੀ ਨਹੀਂ ਆਉਂਦੀ, ਉਹਦੇ ਮੂੰਹ 'ਚੋਂ ਗੱਲ ਕਰਦੇ ਕਰਦੇ ਅੱਧੀ ਗੱਲ ਪਹਿਲਾਂ ਹੀ ਪਤਾ ਲੱਗ ਜਾਂਦਾ ਕੀ ਕਰਦਾ, ਇਹਨੇ ਕਹਿਣਾ ਕੀ ਹੈ, ਕਹਿਣਾ ਕੀ ਚਾਹੁੰਦਾ ਹੈ। ਉਹਦੇ ਮੂੰਹੋਂ ਅੱਧੀ ਗੱਲ ਨਿਕਲੀ ਹੈ ਜੋ ਪਤਾ ਲੱਗ ਜਾਂਦਾ ਕਿ ਉਹਦਾ ਜਵਾਬ ਪਹਿਲਾਂ ਹੀ ਆ ਜਾਂਦਾ। ਉਹਦੀ ਗੱਲ ਪੂਰੀ ਨਹੀਂ ਹੁੰਦੀ, ਜਵਾਬ ਪਹਿਲਾਂ ਆ ਜਾਂਦਾ। ਜਿੰਨਾ ਚਿਰ ਇਹ ਅਵਸਥਾ ਨਹੀਂ ਹੁੰਦੀ ਤੁਸੀਂ ਚੁੱਪ ਨਹੀਂ ਕਰਾ ਸਕਦੇ ਕਿਸੇ ਨੂੰ। ਜੇ ਤੁਸੀਂ ਕਹੋ ਮੈਂ ਕਿਤਾਬਾਂ ਫੋਲ ਕੇ ਦੇਖੂੰਗਾ ਇਹਦਾ ਜਵਾਬ ਕੀ ਹੈ, ਫਿਰ ਬਸ ਹਾਂ ਫਿਰ ਦੇ ਲੈ ਜਵਾਬ ਤੁਸੀਂ। ਉਹਦਾ ਵਿਦਵਾਨਾਂ ਦੀਆਂ ਗੱਲਾਂ ਨੇ। ਦੇਸ ਵਿਦੇਸ਼ ਜੀਤ ਰਾਜਨ ਕਹੋ, ਸੁਪਟ ਅਬੈ ਪਦ ਪਾਇਓ। ਦੇਸ ਵਿਦੇਸ਼ ਦੇ ਸਾਰੇ ਰਾਜੇ ਜਿੱਤ ਲਏ। ਹੁਣ ਜਿਹੜਾ ਵੀ ਆਉਂਦਾ ਹੈ ਰਾਜਾ ਗਿਆਨ ਚਰਚਾ ਕਰਦਾ ਹੈ,
ਕਿਉਂਕਿ ਧਰਮ ਦੇ ਹੀ ਜਿਹੜੇ ਥੰਮ ਸੀ ਉਹਨਾਂ ਦਾ ਹੀ ਰਾਜ ਸੀਗਾ ਸਾਰੇ। ਸੁਪੱਟ ਪੱਟ ਹੁੰਦਾ, ਦੇਖੋ ਇੱਕ ਹੁੰਦਾ ਪੱਟ ਹੁੰਦਾ, ਜਿਹੜਾ ਪੱਟ ਹੁੰਦਾ ਯੋਧਾ, ਪਟਨ ਹੁੰਦਾ ਯੋਧਾ, ਸੁਪੱਟ ਹੁੰਦਾ ਗਿਆਨਵਾਨ ਯੋਧਾ, ਪੱਟ ਯੋਧਾ ਹੁੰਦਾ। ਜਿਹੜਾ ਸੁਪੱਟ ਹੈ ਵਕਾਰਾਂ ਨੂੰ ਜਿੱਤਣ ਵਾਲਾ ਆਦਮੀ ਹੈ, ਉਹ ਸੁਪੱਟ ਹੁੰਦਾ। ਜਿਹੜਾ ਝੂਠ ਦੇ ਖਿਲਾਫ, ਆਪਣੇ ਝੂਠ ਦੇ ਖਿਲਾਫ ਲੜਦਾ ਹੈ, ਆਪਣੇ ਵਕਾਰਾਂ ਦੇ, ਆਪਣੇ ਲੋਭ ਦੇ ਖਿਲਾਫ ਲੜਦਾ ਹੈ, ਜਿਹੜਾ ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ, ਉਹ ਸੁਪੱਟ ਹੈ। ਸੁਪੱਟ ਅਭੈ ਪਦ ਪਾਇਓ, ਅਭੈ ਪਦ ਪਾਇਓ, ਅਭੈ ਪਦ ਪਾ ਲਿਆ, ਫਿਰ ਭੈ ਪਦ ਪਾ ਲਿਆ।